ਜਾਂਦੀ ਸੀ ਮੈਂ ਖੇਤ ਨੂੰ ਪੰਜੇਬ ਮੇਰੀ ਟੁੱਟ ਗਈ ਪੰਜੇਬ ਚੰਨਾ ਤਾਂ ਮੇਰੀ ਰੁਕ ਗਈ ਵੇ ਜਾਂਦੀ ਸੀ ਮੈਂ ਖੇਤ ਨੂੰ ਪੰਜੇਬ ਮੇਰੀ ਟੁੱਟ ਗਈ ਪੰਜੇਬ ਚੰਨਾ ਤਾਂ ਮੇਰੀ ਰੁਕ ਗਈ ਵੇ ਤੂੰ ਅੱਜ ਸੁਨਿਆਰੇ ਦੇ ਜਾ ਮਾਹੀਆ ਅੱਜ ਸੁਨਿਆਰੇ ਦੇ ਜਾ ਮਾਹੀਆ ਵੇ ਮੈਨੂੰ ਝਾਂਜਰਾਂ ਦੀ ਜੋੜੀ ਦੇ ਵੇ ਮੈਨੂੰ ਝਾਂਜਰਾਂ ਦੀ ਜੋੜੀ ਦੇ ਲਿਆ ਮਾਹੀਆ ਝਾਂਜਰਾਂ ਦੀ ਜੋੜੀ ਦੇ ਲਿਆ ਮਾਹੀਆ ਐਵੇਂ ਝਾਂਜਰਾਂ ਦੀ ਜੋੜੀ ਪਿੱਛੇ ਰੋਈ ਜਾਨੀ ਏ ਗੁੱਸੇ ਵਿੱਚ ਵਿੰਗੀ ਟੇਢੀ ਹੋਈ ਦੇਖ ਕਿਵੇਂ ਬੂਥਾ ਵਿਗਾੜਿਆ ਓਏ ਐਵੇਂ ਝਾਂਜਰਾਂ ਦੀ ਜੋੜੀ ਪਿੱਛੇ ਰੋਈ ਜਾਨੀ ਏ ਗੁੱਸੇ ਵਿੱਚ ਓਏ ਹੁਣ ਕਿੱਧਰ ਬੂਥੀ ਚੱਕੀ ਆ ਤੜਕੇ ਕੰਮ ਦਾ ਨਾ ਕਾਰ ਦਾ ਤੇਰੇ ਨਾਲ ਕਰਵਾ ਦੇਾਂਗੇ ਕਿਲਾ ਤੇਰੇ ਨਾਲ ਕਰਵਾ ਦੇਾਂਗੇ ਜੁੰਡਾ ਜਾ ਕਰਦਾ ਕੀ ਹੈ ਸਾਰੀ ਹੀ ਤੈਨੂੰ ਸੋਨੇ ਵਿੱਚ ਸਾਰੀ ਹੀ ਮੜਾ ਦੇਾਂਗੇ ਓ ਜੇ ਆਹੀ ਲੱਛਣ ਕਰਨੇ ਨੇ ਨਜ਼ਾਰਾ ਨਾਲ ਰਲ ਜਾ रेडियो तो था मेरा चार शाह शकला वे पोरा रोटी दा खा जांदा एनू खवा दे ਓ ਜਾ ਤੂੰ वागरू कदे वागरू मार चल अभी मेरे पुत्रा चल 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 शाबाश है चल आई शाबाश चल मेरे शेरा चल 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 मोड़ 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 जा ओए बादशाह आ गई ओए ओए चलो ओए खेती चलो ओए चल चल मेरे पुत्रा चल चल ओए चल ओए ओए आ गए ओए बाते आड़ वाले उतरो भाई खेती करो मेरा वीर उतरो उतरो ओए फौजी ओए ओ आ गए भाई मेरे यार ओए बोले ਤੋੜ ਲਿਆ ਇਹ? ਉਹ ਨਾ ਯਾਰ ਉਹੀ ਸਵੇਰੇ ਸਵੇਰੇ ਬਾਪੂ ਨਾਲ ਮਗਜਮਾਰੀ ਉਹਦਾ ਪਤਾ ਹੀ ਹੈ ਤੈਨੂੰ ਹਿਸਾਬ ਕਿਤਾਬ ਕੋਈ ਨਹੀਂ ਮੈਂ ਠੀਕ ਕਰ ਦੇਣਾ ਨੂੰ ਚਿੰਤਾ ਨਹੀਂ ਚੱਲ ਨਵਾਂ ਲੈ ਨਾ ਲਾਂਗੇ ਚਿੰਤਾ ਕੋਈ ਨਹੀਂ ਚਲਾ ਜਾ ਲੈ ਮੈਂ ਚੱਕ ਲੈਂਦਾ ਲੈ ਆ ਭਾਈ ਬੜਾ ਸੋਹਣਾ ਲੱਗ ਰਿਹਾ ਹੈ ਹੋਰ ਸੁਣਾ ਭੋਲਿਆ ਫਿਰ ਪਿੰਡ ਦਾ ਕੀ ਹਾਲ ਉਹ ਚਾਲ ਤੂੰ ਆ ਪਿੰਡ ਦੀ ਛੱਡ ਤੂੰ ਇਹ ਦੱਸ ਤੂੰ ਮੇਰਾ ਸਮਾਨ ਲਿਆ ਹੈ ਨਾ ਤੇਰਾ ਸਮਾਨ ਅੱਗੇ ਰਿਹਾ ਕਦੇ ਹੈ ਉਹ ਫੌਜੀ ਵਾਲੀ ਰਮ ਲੈ ਫਿਰ ਪਿੰਡ ਦੀ ਸੁਣ ਹਾਂ ਉਹ ਕੀ ਹੋ ਗਿਆ ਮੇਰੇ ਸ਼ੇਰੋਂ ਜਿੱਤੇ ਦੀ ਘਰ ਵਾਲੀ ਭੱਜ ਗਈ ਉੱਲਾ ਉਹ ਤਾਂ ਭਜਣੀ ਸੀ ਸਾਲਾ 10 ਦਿਨ ਨਹਾਉਂਦਾ ਨਹੀਂ ਸੀ ਮਿੰਦੇ ਦੇ ਮੁੰਡਾ ਹੋਇਆ ਸੱਤਵਾਂ ਮੁੰਡਾ ਤੇ ਜਿਹੜਾ ਆਪਣੇ ਜੇਠੇ ਦਾ ਮੁੰਡਾ ਉਹ ਮੰਗਿਆ ਗਿਆ ਨਾਲੇ ਉਹ ਸੀ ਵੀ ਤਵੇ ਵਰਗਾ ਹਾਂ ਚੱਲ ਦੇਖ ਲੈ ਯਾਰ ਮੈਂ ਹੀ ਰਹਿ ਗਿਆ ਇਕੱਲਾ ਕੋਈ ਨਾ ਤੇਰਾ ਵੀ ਹੋ ਜੂ ਹੁਣ ਤੋਂ ਸੁਣਨ ਵਾਲੀ ਗੱਲ ਹਾਂ। ਆ ਆਪਣੀ ਚੰਨੇ ਦੀ ਸਾਲੀ ਆਈ ਸੀ ਕੁਝ ਦਿਨ ਪਹਿਲਾਂ ਅੱਛਾ ਯਾਰ ਤੇਰੇ ਯਾਰ ਦਾ ਤਾਂ ਦਿਲ ਲੈ ਗਈ ਯਾਰ ਉਹ ਹੈਂ। ਕਿਆ ਅੱਛਾ ਉਹ ਵੀ ਬਾਤ ਲੱਟੂ ਹੈ। ਸੀ ਪੂਰੀ ਤੇਰੇ ਯਾਰ ਤੇ ਹੈਂ? ਅੱਛਾ ਤੇ ਮੈਂ ਵੀ ਉਹਨੂੰ ਛੁਪ ਕੇ ਲੁਕ ਕੇ ਕੀ ਕਹਿੰਦੇ ਵੀ ਦੇਖਦਾ ਰਿਹਾ ਹੈ ਤੇ ਜਦੋਂ ਮਿਲਣ ਦਾ ਵੇਲਾ ਆਇਆ ਮੈਂ ਉਹਨੂੰ ਮਿਲਣ ਗਿਆ ਤੇ ਜਿਵੇਂ ਹੀ ਕੰਧ ਚੱਪੀ ਉੱਥੇ ਚੰਨੇ ਦੇ ਬਾਪੂ ਤੇ ਬੇਬੇ ਉਹ ਤੇਰੀ ਦੱਸ ਸਾਰੀ ਰਾਤ ਤੂੜੀ ਦੇ ਕੁੱਪ ਚ ਕੱਟੀ ਆ ਮੈਂ ਦੱਸੋ ਯਾਰ ਸਾਰੇ ਦੇਵੀ ਦੇਵਤਾ ਕੇ ਆ ਕੇ ਫਿਰ ਕਿਤੇ ਜਾ ਕੇ ਤੜਕੇ ਨਿਕਲਿਆ ਮੈਂ ਬਚ ਗਿਆ ਤੂੰ ਰਗੜ ਦੇਣਾ ਸੀ ਉਹਨਾਂ ਨੇ ਚੱਲ ਉਰ ਹਾਂ ਯਾਰ ਬਚ ਗਿਆ ਕੁੱਟ ਬੜੀ ਪੈਣੀ ਸੀ ਚੱਲ। ਬਚਾ ਹੋ ਗਿਆ ਤੇਰਾ ਹੋਰ ਸੁਣਾ ਤੂੰ ਆਪਣੀ ਮੈਂ ਠੀਕ ਆ ਉਰ ਤੂੰ ਸੁਣਾ। ਚੱਲ ਐਤਕੀ ਵਿਆਹ ਕਰਾ ਕੇ ਜਾਏਂਗੇ ਹੈ ਉਹ ਵਿਆਹ ਲਈ ਕੁੜੀ ਚਾਹੀਦੀ ਆ ਹਾਂ ਚੱਲ ਸ਼ਰਾ ਐ ਨਹੀਂ ਵਿਆਹ ਹੁੰਦੇ ਉਹ ਸੱਚ ਵਿਆਹ ਤੋਂ ਜ਼ਿਆਦਾ ਆ ਹਾਂ ਉਹ ਆਪਣੇ ਉਹਦਾ ਕੀ ਮਹਿੰਗੇ ਦਾ ਕੀ ਹਾਲ ਆ ਮਹਿੰਗਾ ਹਾਂ। ਲੈ ਸੁਣੋ ਫਿਰ ਮਹਿੰਗੇ ਦੀ ਮੈਂ ਆਖਿਆ ਸੰਦੇਹਾ ਗੋਹਾ ਕੂੜਾ ਵੀ ਸਿੱਟਿਆ ਹੀ ਹੋਰ ਹੈ ਮੀਆਂ ਮਹਿੰਗਾ ਢਾਈ ਜਾਣਾ ਕਿਹਦੇ ਸਗਨ ਮਨਾਈ ਜਾਂਦਾ ਨਾ ਰੰਨ ਨਾ ਕੰਨ मार ता भला महंगे नु आवाज ਬੇ ਮਹਿੰਗਿਆ ਢਾਈ ਜਾਣਾ ਘਰੀ ਐ ਹੌਲੀ ਬੋਲੋ ਡਰ ਜਾਣਗੇ ਹਾਲੇ ਛੋਟੇ ਨੇ ਇਹ ਕੀ ਛੋਟੇ ਨੇ ਸਾਡੀ ਪੂਰੀ ਨੇ ਕਤੂਰੇ ਦਿੱਤੇ ਨੇ ਉਹ ਵੀ ਪੂਰੇ 5 वे फोट दूर फिट्टे मुंह तेरे ना फिर आ निम टंगण दी तेनु की लोड़ सी ਕਿਉਂ ਨਿੰਮ ਟੰਗੀ ਹੈ ਨਾ
ਚਾਚੀ ਜਵਾਕ ਤਾਂ ਜਵਾਕ ਹੀ ਹੁੰਦੇ ਕਿ ਨਹੀਂ? ਉਹ ਮੱਥਾ ਟੇਕਦਾ ਚਾਚੀ। ਹੋਰ ਵੀ ਮਹਿੰਗਾ ਸਿਆ ਕੀ ਹਾਲ ਆ? ਓ ਕਿਵੇਂ ਆ ਕਰਮਿਆ? ਠੀਕ ਆ ਆ ਗਿਆ। ਨੀ ਦਿਆਲੇ ਦਾ ਮੁੰਡਾ ਕਰਮਾ ਨਹੀਂ ਜਿਹੜਾ ਫੌਜੀ ਹੈ। ਹੈਗਾ ਤਾਂ ਕਰਮਾ ਫੌਜੀ ਹੀ ਹੈ, ਨਾਲ ਇਹਦੇ ਭੋਲਾ ਸੀ। ਲੈ ਤੁਹਾਡੇ ਵਾਸਤੇ ਹੋ ਕਰਮਾ, ਮੇਰੇ ਵਾਸਤੇ ਮੁੰਦਰੀ ਆ ਮੁੰਦਰੀ। ਦੇਖੀ ਚਾਚੀ, ਇਸ ਵਾਰੀ ਆਇਆ ਨਾ ਛੁੱਟੀ, ਵਿਆਹ ਕਰਵਾ ਕੇ ਮੋੜਨ ਦਊਂਗਾ ਤਾਂ ਪੈਣੀ ਆ ਛਾਪ। ਹਰੇਕ ਵਾਰੀ ਸੁੱਕਾ ਲੰਘ ਜਾਂਦਾਗਾ। ਵੇ ਸੁੱਕੇ ਦੇ ਕੁਛ ਲੱਗਦਿਆ, ਆਪਦਾ ਘਰ ਵੀ ਵਸਾ ਲੈ, ਲੋਕਾਂ ਦੇ ਵਸਾਈ ਜਾਂਦੇ। ਓ ਚਾਚੀ, ਜੇ ਮੈਂ ਆਪਦਾ ਘਰ ਵਸਾ ਲਿਆ ਨਾ, ਆ ਮੇਰਾ ਛਾਪਾਂ ਵਾਲਾ ਕਾਰੋਬਾਰ ਬੰਦ ਹੋ ਜਾਊਗਾ। ਨਾਲੇ ਜੇ ਭੱਜ ਗਈ ਉਵੇਂ ਨੇ ਲੋਕਾਂ ਨੇ ਕਹਿਣਾਗਾ ਆਪਣਾ ਘਰ ਵਸਾਇਆ ਨਹੀਂ ਜਾਂਦਾ, ਦੂਜਿਆਂ ਦੇ ਵਸਾਉਂਦਾ ਫਿਰਦਾ। ਸ਼ਾਬਾਸ਼ ਏ ਤੇਰੇ। ਲੈ ਦੱਸ ਕਰ ਲੈ। ਆ ਸ਼ਾਂਪਾਂ ਦਾ ਅੱਗੇ ਥੋੜੀਆਂ ਪਵਾ ਰੱਖੇ ਨੇ, ਤੂੰ ਤਾਂ ਰੱਜਦਾ ਹੀ ਨਹੀਂ। ਉਹ ਫੌਜੀ ਆ ਗਿਆ ਓਏ। ਫੜਾ ਕਰਮਾ ਬੇਬੇ ਆ ਸਦਕੇ ਮੇਰੇ ਸੋਹਣੇ ਲਾਲ ਦੇ ਆ ਗਿਆ ਮੇਰਾ ਪੁੱਤ। ਮੇਰਾ ਬੱਚਾ ਆ ਉਹ ਪੁੱਤਰਾ, ਤੈਨੂੰ ਇਸ ਵਰਦੀ 'ਚ ਵੇਖ ਕੇ ਮੇਰਾ ਤਾਂ ਸੀਨਾ ਚੌੜਾ ਹੋ ਜਾਂਦਾ। ਮੇਰੀ ਖੰਘ ਦੀ ਦਵਾਈ ਲਿਆਂਦੀ ਆ। ਬੇਬੇ ਬਾਪੂ ਨੂੰ ਖੰਘ ਹੋਈ, ਇਹਨੂੰ ਦਵਾਈ ਨਹੀਂ ਦਵਾਈ। ਓ ਕਰਮ ਸਿਆ, ਬਾਪੂ ਦੀ ਖੰਘ ਨੂੰ ਤੇਰੀ ਦਵਾਈ ਫਿੱਟ ਪੈਂਦੀ ਆ। ਕਿਉਂ ਬਾਪੂ, ਪੈਂਦੀ ਆ ਕਿ ਨਹੀਂ? ਵੇ ਫੌਜੀਆ, ਆ ਖੰਗ ਦੀ ਦਵਾਈ ਛੱਡ, ਮੈਨੂੰ ਤਾਂ ਮੇਰੀ ਦਰਾਣੀ ਚਾਹੀਦੀ ਹੈ ਇਸ ਵਾਰੀ, ਨਹੀਂ ਤਾਂ ਮੈਂ ਜਾਣ ਨਹੀਂ ਦੇਣਾ ਤੈਨੂੰ। ਹਾਂ ਓਏ ਇਸੇ ਕਰਕੇ ਤਾਂ ਮੈਂ ਆਇਆ ਭੱਜਿਆ। ਓ ਬਈ ਮਹਿੰਗਾ ਸਿਆ, ਹਾਂਜੀ ਲੱਭ ਕੋਈ ਸਾਡੇ ਟੱਬਰ ਨਾਲ ਰਲਦੀ ਮਿਲਦੀ। ਜ਼ਰੂਰ ਜੀ, ਪੱਕਾ। ਸੁਣ ਵੀਰੇ, ਹਾਂ ਜੇ ਲੱਭਣ ਨਿਕਲੇ ਨਾ ਤਾਂ 2 ਲੱਭਣੇ। ਲੈ ਦੋ ਕਾਦੇ ਵਾਸਤੇ? ਓਏ ਇੱਕੇ ਬਹੁਤ ਹੈਗੀ। ਮੇਰੇ ਹੱਥ 'ਚ ਤਾਂ ਜੀ ਬਹੁਤ ਸਾਕ ਨੇ, ਜਿਹੜੇ ਸਾਕ ਤੇ ਉਂਗਲੀ ਰੱਖੋਗੇ ਉਹੀ ਸਾਕ ਕਰਾ ਦਾਂਗੇ। ਇੱਕ ਤਾਂ ਜੀ ਕੁੜੀ ਦੂਜੀ ਜਮਾਤ ਪਾਸ ਹੈ, ਘਰ ਦਾ ਸਾਰਾ ਕੰਮ ਕਰ ਲੈਂਦੀ ਹੈ, ਤੇ ਇੱਕ ਕੁੜੀ ਤੀਜੀ ਜਮਾਤ 'ਚੋਂ ਰਹਿ ਗਈ ਸੀ, ਪਰ ਲੀੜੇ ਲੱਥੇ ਦਾ ਕੰਮ ਬਹੁਤ ਵਧੀਆ ਜਾਣਦੀ ਹੈ ਜੀ। ਤੇ ਇੱਕ ਕੁੜੀ 5ਵੀਂ ਫੇਲ ਹੈ ਜੀ। ਕਰਦੀ ਕੁਰਦੀ ਕੁਛ ਨਹੀਂ ਹੈਗੀ, ਪਰ ਉਹ ਸਾਈਕਲ ਦੇ ਦੇਣਗੇ। ਨਾ ਮੇਰੀ ਗੱਲ ਸੁਣ, ਹਾਂ ਸਾਈਕਲ ਤੇ ਮੇਰੀ ਬੀਬੀ ਨੇ ਨਰਮਾ ਟੋੜਾ। ਓਹੋ, ਉਹ ਮੇਰੀ ਬੀਬੀ ਨੂੰ ਨੋ ਚਾਹੀਦੀ ਆ ਜਿਹੜੀ ਚੁੱਲ੍ਹੇ ਚੌਂਕੇ 'ਚ ਉਹਦਾ ਹੱਥ ਵਟਾ ਸਕੇ। ਸਾਈਕਲ ਤਾਂ ਸਾਡੇ ਘਰੇ ਵੀ ਹੈਗਾ, ਹੈ ਕਿ ਨਹੀਂ? ਓਏ ਉਹ ਹੈਗਾ ਭਰਾਵਾ, ਹੈਗਾ। ਉਹ ਹੁਣ ਬਸ ਵੀ ਕਰੋ, ਮੈਨੂੰ ਚਾਹ ਚੂ ਵੀ ਪੀ ਲੈਣ ਦੋ। ਉਹ ਤੂੰ ਚਾਹ ਚੂ ਪੀ, ਮੈਂ ਰੱਖ ਕੇ ਆਉਣਾ ਸਮਾਨ ਅੰਦਰ, ਤੂੰ ਜਾ ਕੇ ਰੋਟੀ ਟੁੱਕ ਦਾ ਕਰ ਲਾ। ਇਹ ਆ ਲੈ ਵੀ ਫੌਜੀਆ, ਆ ਗਿਆ ਮੈਂ। ਹਾਂ ਸੱਚ, ਮੈਂ ਤਾਂ ਤੁਹਾਨੂੰ ਦੱਸਣ ਆਇਆ ਸੀ ਵੀ ਕੱਲ ਨੂੰ ਜੇਠੇ ਦੇ ਮੁੰਡੇ ਦੀ ਬਰਾਤ ਹੈ, ਉੱਥੇ ਚੱਲਣਾ ਆਪਾਂ। ਜਾਇਓ ਇਕੱਠੇ ਬਹਿਨੇ ਲਾਉਨੇ ਤੇਰੇ ਵਾਲੀ ਰਾਮ। ਚੱਲ ਠੀਕ ਆ, ਮਿਲਦੇ ਆ। ਚੱਲ ਠੀਕ ਹੈ। ਮੇਰਾ ਪੁੱਤ। ਟੈਨ ਟੈਨ, ਅੱਜ ਚੱਲੂ ਫੌਜੀਆਂ ਆਲੀ ਰਮ। ਲਓ ਬਈ ਗਰਮ ਗਰਮ ਪਕੌੜੇ। ਲਓ ਵੀ ਬਈ ਬਹੁਤ ਖੁਸ਼ੀ ਹੋਈ ਜਦੋਂ ਸਾਨੂੰ ਪਤਾ ਲੱਗਿਆ ਨਾ ਵੀ ਸਾਡਾ ਬਾਈ ਕਰਮ ਸਿੰਘ ਆਇਆ ਤੇ ਸਾਡੇ ਲਈ ਰਮ ਲਿਆਇਆ। ਬਈ ਜਦੋਂ ਸਾਨੂੰ ਮਹਿੰਗਾ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਬੰਤਾ, ਤਾਂ ਸਾਡੇ ਤੋਂ ਰਿਹਾ ਨਾ ਗਿਆ। ਅਸੀਂ ਕਿਹਾ ਉਹਨੂੰ ਮਾੜਾ ਮੋਟਾ ਖੋਲ ਹੀ ਆਈਏ। ਬੋਲੇ ਬੋਤਲ ਵੀਰੇ। ਬਈ ਇੱਕ ਗੱਲ ਤਾਂ ਦੱਸ, ਹਾਂ ਸਾਡੇ ਬਾਈ ਨੇ ਹੋਣ ਵਾਲੀ ਸਾਡੀ ਭਰਜਾਈ ਦੇਖ ਲਈ ਕਿ ਨਹੀਂ? ਉਹ ਕਿੱਥੇ ਬਈ, ਇਹ ਹੱਕ ਤਾਂ ਰੱਬ ਨੇ ਸਿਰਫ ਮਹਿੰਗਾ ਸਿੰਘ ਨੂੰ ਦਿੱਤਾ ਹੈ। ਲੈ ਫਿਰ ਮਹਿੰਗੇ ਦੀ ਵੀ ਸੁਣ ਲਓ। ਹਾਂ ਨਾਲ ਦੇ ਪਿੰਡ ਵਿਆਹ ਕਰਵਾਏ ਨੇ। ਪਹਿਲਾਂ ਪਤਾ ਨਹੀਂ ਕੀ ਕੁਝ ਕਹਿੰਦਾ ਰਿਹਾ, ਉਹ ਚੰਨ ਸੂਰਜ ਪਤਾ ਨਹੀਂ ਕੀ ਕੁਝ। ਜਦੋਂ ਵਿਆਹ ਕੇ ਲਿਆ, ਵਿਚਾਰੇ ਲੱਗਦੇ ਨੇ ਘੁੰਡ ਚੁੱਕਿਆ। ਕਹਿੰਦੇ ਪਤੰਦਰ ਦੇ ਦੀਵੇ ਗੁੱਲ ਹੋ ਗਏ, ਉਹ ਤੋਂ ਬਾਅਦ ਨਜ਼ਰ ਨਹੀਂ ਆਏ ਇਹ ਕਿਤੇ। ਉਹ ਦੇਖੀ ਕਿਤੇ ਮੈਂ ਗਿਆ, ਉਹ ਸਾਡੇ ਬਾਈ ਦਾ ਕਿਤੇ ਦੀਵਾ ਗੁੱਲ ਨਾ ਕਰਦੀ, ਉਹ ਇਹਨੂੰ ਦਿਖਾ ਦਖੂ ਵੀ ਦੇਣੀ ਸੀ। ਨਾ ਬਾਈ, ਐ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ ਵੀ? ਇਹੋ ਜਿਹਾ ਤਾਂ ਰਿਵਾਜ ਹੀ ਨਹੀਂ। 100 ਤਰ੍ਹਾਂ ਦਾ ਓਲਾ ਰੱਖਣਾ ਪੈਂਦਾ। ਟੱਟੂ ਦਾ ਓਲਾ? ਓਲੇ ਓਲੇ ਤੁਸੀਂ ਬੰਦਾ ਮਰਵਾ ਦਿੰਦੇ ਹੋ। ਜ਼ਿਆਦਾ ਚਬੜ ਕਰਨ ਦੀ ਲੋੜ ਨਹੀਂ ਹੈਗੀ। ਜੇ ਅਸੀਂ ਓਲਾ ਨਾ ਰੱਖੀਏ ਤਾਂ ਤੁਹਾਡੇ ਵਰਗੇ ਡੰਡੇ ਵਜਾਉਂਦੇ ਫਿਰਨਾ। ਜ਼ਿਆਦਾ ਬੋਲਦੇ ਆ। ਗੱਲ ਸੁਣ ਲਾ ਮਹਿੰਗਾ ਸਿਆ,
ਹਾਂ ਮੈਂ ਰਿਸ਼ਤਾ ਕਰਾਉਣਾ ਕੁੜੀ ਦੇਖ ਕੇ। ਮੁੰਦੀ ਵੀ ਤਾਂ ਹੀ ਪਊ। ਕੀ ਪਊਗੀ? ਮੁੰਦੀ ਕਦੇ ਦੇਖਿਆ ਕਦੇ ਚੜਦੇ ਲੈਂਦੇ ਚ? ਉਹ ਇਹ ਤਾਂ ਪੁੱਤਰਾ ਇਹਨਾਂ ਵਿਚੋਲਿਆਂ ਦੀ ਹੱਥ ਹੁੰਦਾ। ਹਾਂ ਕਿਸੇ ਦੀ ਝੋਲੀ ਹੀਰਾ ਪਾ ਦੇਣ, ਕਿਸੇ ਦੀ ਕੋਲਾ। ਸੁਣ ਲੈ। ਇਹ ਜਿਹੜਾ ਦੇਖ ਰੇਖ ਵਾਲਾ ਕੰਮ ਹੁੰਦਾ ਉਹ ਤਾਂ ਇਹਨਾਂ ਦਾ ਹੀ ਹੁੰਦਾ। ਹਾਂ ਉਹ ਤੁਹਾਡਾ ਸਾਰੀ ਉਮਰ ਦਾ ਬੰਨਣ ਉਹ ਵੀ ਹਨੇਰੇ 'ਚ ਹੋ ਜੇ। ਇਹ ਕਿੱਥੇ ਲਿਖਿਆ? ਮੈਂ ਤਾਂ ਰਿਸ਼ਤਾ ਕਰਾਉਣਾ ਕੁੜੀ ਦੇਖ ਕੇ, ਉਹ ਵੀ ਆਪਣੀ ਮਰਜ਼ੀ ਨਾਲ। ਕਹਿਤਾ ਤਾਂ ਕਹਿਤਾ। ਫੌਜੀਆ, ਜੇ ਹੁਣ ਤੂੰ ਫੌਜੀ ਵਾਲੀ ਜਿੱਦ ਫੜੀ ਲਈ ਹੈ ਨਾ ਤਾਂ ਫਿਰ ਤੈਨੂੰ ਤਾਂ ਮੰਨੀਏ ਜੇ ਤੂੰ ਸੈਦਪੁਰ ਪਿੰਡ ਦੇ ਲੰਬੜਦਾਰਾਂ ਦੀ ਧੀ ਵਿਆਹ ਕੇ ਲਿਆਵੇਂ। ਕੁੜੀ ਹੀਰਾ ਹੈ, ਹੀਰਾ। ਵੇਖਿਆ ਅੱਖ ਮੈਲੀ ਹੁੰਦੀ ਹੈ ਲੋਕਾਂ ਦੀ। 25 ਪਿੰਡਾਂ 'ਚ ਸਭ ਤੋਂ ਸੋਹਣੀ ਹੈ ਚੰਨ ਕੌਰ। ਆ ਜਾ। ਹੈ ਉਹ ਛਿੰਦਿਆ। ਹਾਂ ਆ ਫੌਜੀ ਨੇ ਰਾਤ ਨਵੀਂ ਸ਼ੁਰਲੀ ਛੱਡਤੀ। ਕਿਹੜੀ ਓਏ? ਉਹ ਕਹਿੰਦਾ ਮੈਂ ਤਾਂ ਕੁੜੀ ਵੇਖ ਕੇ ਵਿਆਹ ਕਰਾਉਂ। ਅੱਛਾ ਕਮਾਲ ਹੈ ਯਾਰ। ਹਾਂ ਐ ਭਲਾ ਹੁੰਦਾ ਕਿਤੇ? ਓਏ ਹੁੰਦਾ ਚਾਹੇ ਨਾ ਹੁੰਦਾ, ਇਹ ਫੌਜੀ ਅਸੂਲ ਦੇ ਪੱਕੇ ਹੁੰਦੇ ਐ। ਜਿਹੜੀ ਗੱਲ ਕਹਿ ਦਿੰਦੇ ਆ ਨਾ ਕਰਕੇ ਦਿਖਾਉਂਦੇ ਐ। ਦੇਖ ਨੀ ਕਲਯੁਗ ਆ ਗਿਆ। ਗਰਦਿਆਲੇ ਦਾ ਮੁੰਡਾ ਕਰਮਾ ਫੌਜੀ ਕਹਿੰਦਾ ਮੈਂ ਕੁੜੀ ਦੇਖ ਕੇ ਵਿਆਹ ਕਰਾਉਣਾ ਹੈ। ਜੇ ਮੁੰਡੇ ਦੇਖ ਕੇ ਸਾਕ ਲੈਣ ਲੱਗ ਪਏ ਤਾਂ ਕੱਲ ਨੂੰ ਕੁੜੀਆਂ ਵੀ ਕਹਿਣਗੀਆਂ। ਭੈਣੇ ਮੈਂ ਤਾਂ ਕੱਦੂ ਦੇ ਬਾਪੂ ਨੂੰ ਕੱਦੂ ਦੇ ਜੰਮਣ ਤੋਂ ਬਾਅਦ ਚ ਹੀ ਚੱਜ ਨਾਲ ਦੇਖਿਆ ਸੀ। ਲੈ ਦੱਸ। ਉਹ ਕੀ ਹਾਲ ਹੈ ਫੌਜੀਆ? ਵਧੀਆ ਚਾਚਾ, ਤੂੰ ਸੁਣਾ? ਠੀਕ ਆ। ਉਹ ਗੱਲ ਸੁਣ, ਐ ਨਾ ਸਮਝੀ ਵੀ ਕੱਲ ਚਾਚੇ ਨੇ ਕਿਤੇ ਪੀਤੀ ਖਾਦੀ 'ਚ ਗੱਲ ਕਰਤੀ। ਸ਼ੇਰਾ, ਮੈਂ ਤੈਨੂੰ ਸੌਫੀ ਵੀ ਇਹੀ ਗੱਲ ਕਰਦਾ ਵੀ ਚੰਨ ਕੌਰ ਸੂਰਤ ਦੀ ਹੋਈ ਨਹੀਂ, ਸੀਰਤ ਦੀ ਵੀ ਹੀਰਾ ਹੈ, ਹੀਰਾ। ਤੇ ਜੇ ਹੁਣ ਤੂੰ ਆਪਣੀ ਮਰਜ਼ੀ ਕਰਨ ਦਾ ਮਨ ਬਣਾਈ ਲਿਆ ਤਾਂ ਇੱਕ ਗੱਲ ਯਾਦ ਰੱਖੀ ਬਈ ਬੰਦੇ ਨੇ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਤੀਵੀਂ ਨਾਲ ਹੀ ਕੱਢਣੀ ਹੁੰਦੀ ਹੈ। ਜੇ ਸੱਚੀ ਤੀਵੀਂ ਮਿਲ ਜੇ ਤਾਂ ਦਿਨ ਤੀਆਂ ਵਾਂਗੂ ਲੰਘਦੇ ਆ। ਉਹ ਕਿੱਥੇ ਗਵਾਚ ਗਿਆ? ਠੀਕ ਹੈ ਚਾਚਾ। ਬਾਕੀ ਰਹੀ ਗੱਲ ਚੰਨ ਕੌਰ ਦੀ, ਚੰਨ ਕੌਰ ਤਾਂ ਚੰਨ ਕੌਰ ਹੀ ਹੈ। ਵੇਖ ਲਈ ਫਿਰ। ਚੰਗਾ, ਮੈਂ ਚੱਲਦਾ। ਮੇਰੀ ਚੰਨ ਕੌਰ, ਚੰਨ ਕੌਰ ਸਾਰਿਆਂ ਤੋਂ। ਮੈਂ ਕਿਹਾ ਜੀ ਚੰਨ ਕੌਰ ਫੌਜੀਆ। ਮੇਰੀ। ਉਹ ਫੌਜੀਆ। ਹਾਂ ਹਾਂ ਕੀ ਆ? ਚੰਨ ਕੌਰ। ਫਿਰ ਕੀ ਆ? ਹਾਂ ਭਈ, ਇਹ ਤੜਕੇ ਕਿਉਂ ਘੇਰਿਆ ਫੌਜੀ ਨੂੰ? ਓਏ ਸਾਂਭ ਲਾ ਆਪਦੇ ਯਾਰ ਨੂੰ। ਕੀ ਹੋਇਆ ਹੈ? ਬਾਰਡਰ ਟੱਪਦਾ ਸੁਪਨੇ ਚ। ਚੰਨ 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 ਚੰਨ। ਗੱਲ ਸੁਣ ਬਈ ਫੌਜੀਆ, ਆ ਕੀ ਹੈ ਇਹ ਚੰਨ ਕੌਰ? ਇਸ ਚੱਕਰ 'ਚ ਕੋਈ ਨਵਾਂ ਹੀ ਚੰਨ ਨਾ ਚਾੜ ਨਹੀਂ, ਸਮਝਿਆ? ਬੋਲੇ ਹੁਣ ਜੋ ਮਰਜ਼ੀ ਹੋ ਜਾਏ, ਹੁਣ ਤਾਂ ਚੰਨ ਕੌਰ ਨੂੰ ਦੇਖਣਾ ਹੀ ਆ। ਹੈ ਚੱਲ ਭੁੱਲੇ ਚਲੀਏ। ਹਲੇ ਆ ਗਿਆ। ਮੇਰੀ ਗੱਲ ਸੁਣ, ਇਹ ਗੱਲਾਂ ਸਿਰਫ ਹਵਾ 'ਚ ਹੁੰਦੀ ਆ। ਕਹਿਣ ਕਰਨ ਨੂੰ ਕੁਝ ਨਹੀਂ ਹੁੰਦਾ। ਟਲ ਜਾ, ਹਲੇ ਵੀ ਟਾਈਮ ਆ। ਭੋਲੇ ਇਹ ਗੱਲ ਤਾਂ ਚੰਨ ਕੌਰ ਨੂੰ ਦੇਖ ਕੇ ਪਤਾ ਲੱਗੂ। ਸਾਈਕਲ ਮੈਂ ਚਲਾਉਂਗਾ ਫਿਰ। ਭੋਲੇ ਬੈਠ ਤੂੰ। ਨਹੀਂ ਯਾਰ, ਨਹੀਂ ਫੌਜੀ। ਚੰਗਾ ਬੇਬੇ,
ਅਸੀਂ ਭੋਲੇ ਦੀ ਭੂਆ ਨੂੰ ਮਿਲ ਕੇ ਆਏ। ਜਾਓ ਭੂਆ ਮੁੜੇ ਆਇਓ ਟਾਈਮ ਨਾਲ। ਭੋਲੇ ਦੀ ਭੂਆ ਲੱਗਦੇ ਭੂਆ ਦੇ ਉਹ ਜੇ ਭੋਲੇ ਦੇ ਪਿਓ ਦੀ ਕੋ ਭੈਣ ਹੋਊਗੀ ਤਾਂ ਹੀ ਭੂਆ ਹੋਊਗੀ। ਬਸ ਕਰੋ ਬਸ ਕਰੋ 4 ਦਿਨ ਫਿਰ ਲੈਣ ਦਿਓ ਜਵਾਕਾਂ ਨੂੰ। ਨਾ ਆਪ ਕਿਹੜਾ ਘੱਟ ਸੀ। ਬਾਈ ਪਿੰਡ 'ਚ ਤਾਂ ਬਹੁਤ ਕੁੜੀਆਂ ਹੋਣੀਆਂ ਤੇ ਸਾਨੂੰ ਆ ਕਿਵੇਂ ਪਤਾ ਲੱਗੂ ਕਿ ਚੰਨ ਕੌਰ ਕਿਹੜੀ ਆ? ਬੂਟਾ ਸਿਓ ਨੇ ਕੀ ਕਿਹਾ ਸੀ? ਕੀ ਕਿਹਾ ਸੀ? ਬੂਟਾ ਸਿਓ ਕਹਿੰਦਾ ਸੀ ਕਿ ਚੰਨ ਕੌਰ 25 ਪਿੰਡਾਂ 'ਚ ਸਭ ਤੋਂ ਸੋਹਣੀ ਆ। ਮੈਂ ਮਰ ਗਈ ਵੇ ਜਾਈ ਖਾਣਾ ਵੇ ਮਾਰਤਾ ਵੇ ਮੈਨੂੰ ਹੋਏ ਫਿਰਦੇ ਨੇ ਦਫਾ ਹੋਣੇ ਨਾ ਹੋਣ ਤੋਂ। ਲੈ ਚਲਾਨਾ ਤਾਂ ਇਹ ਸੀ ਮੇਰਾ ਕੰਨ ਕਾਨੂੰ ਰਾਤ ਤੂੰ ਇਹਨੂੰ ਦੱਸ ਨਹੀਂ ਸਕਦਾ ਸੀ। ਭੋਲੇ ਬੈਠੋ। ਇਹਦੀਆਂ ਸਾਰੀਆਂ ਪਾਥੀਆਂ ਯਾ ਮਨ ਤਾਂ ਵਾਪਸ ਜਾਣ ਨੂੰ ਮਨ ਕਰ ਰਿਹਾ। ਭੋਲੇ ਜਵਾਨ ਕभी ਘਬਰਾਤੇ ਨਹੀਂ ਹੋਏ। ਚੱਲ ਤੂੰ ਬੈਠ। ਜਵਾਨ ਦੇ ਲੱਗ ਗਿਆ ਚੌੜ ਚੌੜ ਚ ਕਿਤੇ ਘੂਗਾ ਨਾ ਚਿੱਤ ਕਰਾ ਦੀ। ਤੇ ਹੱਦਾਂ ਤੇ ਚੋਰੀ ਬਾੜਾ ਮੈਨੂੰ ਲੱਗਦਾ ਭੀਮ ਖਾਂਦੀ ਆ। ਸਤਿ ਸ਼੍ਰੀ ਅਕਾਲ ਚਾਚੀ। ਚੱਲ ਮੁੜ ਕੇ ਨਾ ਦੇਖ ਪਿੱਛੇ ਮੈਨੂੰ ਲੱਗਦਾ ਫੇਰ ਮਾਰਨਾ। ਤੂੰ ਬਚ ਗਿਆ। ਬਹੁਤ ਜ਼ੋਰਦਾਰ ਚੱਲ ਕੋਈ ਸੀ ਨਾ, ਯਾਰ। ਕੋਈ ਨਾ। ਹੈਂ? ਯਾਰ ਫੌਜੀ ਠਹਿਰ ਜਾ ਖੜ ਜਾ। ਇੰਨਾ ਵੱਡਾ ਪਿੰਡ ਹੈ ਯਾਰ ਕਿਵੇਂ ਪਤਾ ਲੱਗੂ ਚੰਨ ਕੌਰ ਦਾ ਘਰ ਕਿਹੜਾ? ਲੰਬੜਦਾਰ ਦੀ ਕੁੜੀ ਹੋਵੇ ਤੇ ਘਰ ਨਾ ਪਤਾ ਲੱਗੇ। ਹੈ ਦੇਖ ਫਿਰ ਮੇਰਾ ਉਹ ਤੂੰ ਕਿੱਥੇ ਚੱਲਿਆ? ਪਤਾ ਕਰਨ। ਉਹ ਸਾਲੇ ਕੀ ਕਰਦਾ ਡਰ ਨਹੀਂ ਲੱਗਦਾ ਤੈਨੂੰ? ਓ ਯਾਰ ਤਾਂ ਤੇਰਾ ਸ਼ੇਰ ਤੋਂ ਵੀ ਨਹੀਂ ਡਰਦਾ। ਹਟ ਤੂੰ ਇੱਥੇ। ਚੱਲਿਆ ਰੁਕ ਤਾਂ ਸਹੀ। ਉਹ ਫੜ ਉਹ ਤੂੰ ਭੱਜਿਆ ਕਿਉਂ? ਓ ਕੁੱਤਾ ਯਾਰ। ਲੈ ਤੂੰ ਤਾਂ ਕਹਿੰਦਾ ਸੀ ਤੇਰਾ ਯਾਰ ਸ਼ੇਰ ਤੋਂ ਵੀ ਨਹੀਂ ਡਰਦਾ। ਇਹ ਜਵਾਨ ਕੁੱਤੇ ਤੋਂ ਘਬਰਾ ਗਿਆ। ਯਾਰ ਉਹ ਕੁੱਤੇ ਤੋਂ ਡਰਦਾ ਮੈਂ। ਹੈ ਸ਼ੇਰ ਤੋਂ ਨਹੀਂ ਡਰਦਾ। ਹਾਂ ਹਾਂ ਉਹ ਹੁੰਦਾ ਕਦੇ ਕਦੇ ਹੁੰਦਾ। ਹਾਂ ਹੈ ਸਾਈਕਲ ਸਾਈਕਲ ਲੈ ਗਿਆ। ਸਾਈਕਲ ਸਾਈਕਲ ਲੈ ਜਾ ਹੁਣ। ਸਾਈਕਲ ਲੈ ਦੇਖ ਯਾਰ ਫੌਜੀ ਮੈਂ ਕਹਿੰਦਾ ਉਹਨੂੰ ਪਿੰਡ ਚੱਲਦੇ ਯਾਰ। ਮਸਾ ਕਤੀੜਾਂ ਤੋਂ ਛੁਟਕਾਰਾ ਮਿਲਿਆ ਸਾਨੂੰ ਉਹ ਹੁਣ। ਨਹੀਂ ਭੁੱਲੇ ਦੇਖ ਕੀ ਜਾਵਾਂਗੇ ਜਾਇਆ। ਹੈ ਕੀ ਭੁੱਲੇ ਇੱਥੇ ਦੇਖਣ ਦੇ। ਫੌਜੀ ਫੌਜੀ ਕੀ ਸੁੰਡੀ ਤੋਂ ਤਾਂ ਬਚਾ ਹੋ ਗਿਆ ਲੱਗਦਾ। ਆ ਲੰਬੜਦਾਰ ਸਾਹਿਬ ਦਾ ਘਰ ਆਹੀ ਹੈ ਜੀ। ਉਹ 3 ਘਰ ਛੱਡ ਕੇ ਛੱਪੜ ਦੇ ਸਾਹਮਣੇ ਹਵੇਲੀ ਵਾਲਾ ਘਰ ਨੰਬਰਦਾਰ ਨਹੀਂ ਹੈ। ਭੁੱਲੇ ਹਾਂ ਘਰ ਪਤਾ ਲੱਗਿਆ। ਸ਼ੁਕਰ ਹੁਣ ਪਿੰਡ ਚਲੀ। ਓਏ ਪਿੱਛੇ ਨਾ ਦੇਖੀ ਆਰਡਰ ਪਕੜ ਜਾ। ਨਹੀਂ ਆ ਗਈਆਂ ਸਾਰੀਆਂ। ਚੰਨ ਕੌਰ ਨੇ ਕਹਿਤਾ ਨਹੀਂ ਨਹੀਂ ਹਾਏ ਨਹੀਂ ਕਾਹ ਤੋਂ ਨਹੀਂ ਕਿਹਾ। ਰੌਣਕਾਂ ਤਾਂ ਆਉਣੀ ਹੀ ਲਾਉਣੀਆਂ ਨੇ। ਹਾਂ ਚਲੋ ਚੱਲੀਏ। ਚਲੋ ਚਲੋ ਆਜੋ। ਭੁੱਲੇ ਇਹ ਚੰਨ ਕੌਰ ਦੇ ਘਰ ਚੱਲੇ ਆ। ਨੀ ਜੀਤੋ ਮਾਰ ਹਾ ਕੋਨੂੰ ਨੀ ਚੰਨ ਕੋਰੇ ਆ ਜਾ ਹੁਣ। ਹਾਂ ਚੁੰਨੀ ਸਿਰੇ ਉੱਤੇ ਮੁਖੜੇ ਤੇ ਸੰਗਨੀ ਮੈਨੂੰ ਚੜਿਆ ਜਵਾਨੀ ਵਾਲਾ ਰੰਗ ਨੀ ਨੂਰ ਚਿਹਰੇ ਉੱਤੇ ਪੈਂਦਾ ਚੋ ਚੋ ਕੇ ਗੱਲਾਂ ਕਰਦੀ ਏ ਵੀਣੀ ਵਾਲੀ ਵੰਗਨੀ ਗੱਲਾਂ ਗੋਲ ਮੋਲ ਰਹਿੰਦੀਆਂ ਗੁਲਾਬੀ ਨੀ ਮੇਰਾ ਵਕਤ
ਮੈਂ ਫੌਜੀ ਕਰਮ ਸਿੰਘ ਪੰਜਾਬ ਰੈਜੀਮੈਂਟ ਨੰਬਰ 3076 ਆਪ ਜੀ ਨੂੰ ਬਹੁਤ ਪਸੰਦ ਕਰਦਾ ਹਾਂ। ਮੈਨੂੰ ਤੁਹਾਡੇ ਬਾਰੇ ਸਾਡੇ ਪਿੰਡ ਦੇ ਬੂਟਾ ਸਿੰਘ ਨੇ ਦੱਸਿਆ ਹੈ। ਮੇਰੀ 163 ਰੁਪਏ ਮਹੀਨਾ ਤਨਖਾਹ ਹੈ, 4.5 ਮੱਝਾਂ 6 ਬਲਦ ਤੇ ਮੇਰੀ ਬੇਬੇ ਬਹੁਤ ਸਾਊ ਹੈ ਤੇ ਤੁਹਾਡੀ ਪੂਰੀ ਚੜ੍ਹਾਈ ਹੈ ਜੀ। ਤੇ ਮੈਂ ਤੁਹਾਡੇ ਨਾਲ ਇਸੇ ਛੁੱਟੀ ਵਿਆਹ ਕਰਾ ਕੇ ਜਾਣਾ ਚਾਹੁੰਦਾ ਹਾਂ ਤੇ ਮੈਂ ਤੁਹਾਡੇ ਪਿੰਡ ਵਾਲੇ ਪੁਲਾਂ ਦੇ ਇੰਤਜ਼ਾਰ ਕਰਾਂਗਾ। ਨੀ ਆ ਕੀ ਨਮੂਨਾ ਸੀ। ਤੁਸੀਂ ਮੁੰਡੇ ਦੀ ਦਲੇਰੀ ਤਾਂ ਦੇਖੋ। ਹਾਏ ਨੀ ਇਹ ਤੇ ਲੁੱਟ ਕੇ ਲੈ ਗਿਆ। ਹੋਰ ਕੀ। ਚਲੋ ਛੱਡੋ, ਹੋਣਾ ਕੋਈ ਸ਼ਦਾਈ। ਆਏ ਹਾਏ, ਬੜੀ ਸ਼ਕੀਨੀ ਲੱਗ ਰਹੀ ਆ। ਕਿਤੇ ਫੌਜੀ ਸਾਹਿਬ ਨੂੰ ਮਿਲਣ ਦੀ ਤਿਆਰੀ ਤਾਂ ਨਹੀਂ ਹੋ ਰਹੀ? ਜਾਂਦੀ ਹੈ ਮੇਰੀ ਜੁੱਤੀ। ਜੋ ਮਰਜੀ ਕੇ ਇੱਕ ਵਾਰੀ ਤਾਂ ਖਿੱਚ ਜੀ ਪਾ ਗਿਆ। ਮੈਂ ਫੌਜੀ ਕਰਮ ਸਿੰਘ ਪੰਜਾਬ ਰੈਜੀਮੈਂਟ ਬਟਾਲੀਅਨ ਕੱਟ ਕਟਾ ਕੇ ਮੇਰੀ ਮਹੀਨੇ ਦੀ ਤਨਖਾਹ ਹੈਗੀ ਆ 163 ਰੁਪਏ। 60 ਕਿੱਲੇ ਪੈਲੀ, 4 ਮੱਝਾਂ ਤੇ 2 ਬਲਦਾਂ ਦੀਆਂ ਜੋੜੀਆਂ ਵੀ ਆ। ਮੈਂ ਨਾ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਮੇਰੀ ਬੇਬੇ ਬਹੁਤ ਸਾਊ ਆ। ਮੈਂ ਤੁਹਾਡੀ ਪਿੰਡੋਂ ਬਾਹਰ ਪੁਲਾਂ ਤੇ ਉਡੀ ਕਰੂੰਗਾ। ਬਾਈ ਫੌਜੀਆ, ਬਾਰਡਰ ਤੇ ਤਾਂ ਤੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੋਣੀ ਨਾ। ਭੁੱਲੇ ਬਾਰਡਰ ਤੇ ਖੜ ਗਏ ਤਾਂ ਖੜ ਗਏ। ਇੱਥੇ ਕਾਹਨੂੰ ਹਿਲਿਆ ਪਿਆ ਫੇਰ? ਉਹ ਯਾਰ ਫੌਜੀ ਤੂੰ ਐਵੇਂ ਫਾਇਟ ਗਿਆ ਮੈਨੂੰ ਯਾਰ, ਉਹਨੇ ਨਹੀਂ ਆਣਾ। ਕੀ ਕਿਹਾ? ਉਹ ਮੈਂ ਕਿਉਂ ਨਹੀਂ ਆਉਂਦੀ? ਉਹ ਆਊਗੀ। ਚੱਲ ਭੋਲੇ, ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਓਏ। ਤੁਰੀ ਆਉਂਦੀ ਨੂੰ ਵੇਖ ਹੱਥ ਜੋੜ ਤੇਰੀ, ਲੰਘ ਗਈ ਤੂੰ ਘੁੰਡ ਕੱਢ ਕੇ। ਚੱਲ ਆ ਜਾ। ਤੈਨੂੰ ਤੱਕਣ ਬਹਾਨੇ ਖੜੇ ਮੋੜ ਤੇਰੀ, ਲੰਘ ਗਈ ਤੂੰ ਘੁੰਡ ਕੱਢ ਕੇ। ਤੈਨੂੰ ਤੱਕਣ ਬਹਾਨੇ। ਅਗਲਾ ਕੜਾ ਵੀ ਲੈਂਦਾ ਹੈ, ਟੁਣਕਾ ਕੇ ਲੈਂਦਾ ਹੈ ਕਿ ਕੱਚਾ ਹੈ ਕਿ ਪੱਕਾ ਹੈ। ਤੇ ਕਈ ਕੜੇ ਕੱਚੇ ਨਿਕਲ ਜਾਂਦੇ ਆ। ਪਰ ਆਹ ਕੜਾ ਪੂਰਾ ਪੱਕਾ ਜੀ, ਇਹ ਤੁਹਾਡੇ ਘਰ ਦਾ ਸ਼ਿੰਗਾਰ ਬਣੂ। ਵੈਸੇ ਪੱਕਾ ਦਾ ਇਹ ਕੜਾ ਵੀ ਹੈ, ਤੁਸੀਂ ਚਾਹੋ ਤਾਂ ਇਹ ਵੀ ਲੈ ਸਕਦੇ ਹੋ। ਨਹੀਂ ਹਾਂ, ਜ਼ਰੂਰੀ ਤਾਂ ਨਹੀਂ, ਜੇ ਕੜਾ ਪੱਕਾ ਹੋਵੇ ਤੇ ਸਾਡੇ ਹੀ ਘਰ ਦਾ ਸ਼ਿੰਗਾਰ ਬਣੇ। ਪਰ ਆਹ ਕੜਾ ਤਾਂ ਹੁਣ ਸਿਰਫ ਤੁਹਾਡੇ ਘਰ ਦੇ ਸ਼ਿੰਗਾਰ ਬਣੂ। ਦੇਖਾਂਗੇ। ਆ ਦੇ ਦੋ। ਕਿਹੜਾ ਲੈਣਾ ਜੀ? ਇਹ ਫੌਜੀ, ਇਹ ਦੋਨੋਂ ਕੀ ਕਰ ਰਹੇ? ਇਹਨੂੰ ਮੇਰੀ ਚੰਨ ਕੌਰ ਦੇ ਹੱਥ ਲੱਗਿਆ। ਕਿੰਨੇ ਦੇ ਆ? ਦੋਵੇਂ ਲੈਣੇ ਆ ਜੀ? ਆ ਦੋਨੇ ਦੇ ਦੋ। ਇਹ ਵੀ ਇਕੱਠੇ ਕਰ ਦੋ। ਭੁੱਲੇ ਤੈਂ ਕੀ ਕਰਨੇ ਆ? ਇਹਨੂੰ ਮੇਰੀ ਵਾਲੀ ਦੇ ਹੱਥ ਲੱਗੀ। ਭੁੱਲੇ ਆ ਦੋ। ਦੇਖ ਭੁੱਲੇ ਕੋਈ ਦੇਖਦਾ ਤਾਂ ਨਹੀਂ। ਲਾਰਾ ਸਾਈਕਲ ਅੰਦਰ।
ਨਿੱਬੂ ਉਹ ਮੱਚ ਗਈ ਸੀ ਪਰੇ ਕਰ ਬੇਬੇ ਚਿਮਟਾ ਦੋ ਮੈਨੂੰ ਲੈ ਫੜ ਪੁੱਤ आ जाओ पुत्रो रोटी खा लो। ਖਾ ਲਾ आ जाओ आ जाओ। ਆ ਗਈ ਹੈ ਆ ਗਏ ਬਾਪੂ। ਹੱਥ ਹੋ ਗਿਆ। ਸਤਿ ਸ੍ਰੀ ਅਕਾਲ ਜੀ। ਲੈ ਫੜ ਬੈਠ। ਆਜੋ ਪੱਕੀ ਜਾਂਦੀਆਂ ਬਹਿ ਜਾਓ ਹੁਣ ਇਹ ਨਿੱਗਾ ਖਾ ਲਓ ਚੰਗੀ ਅੱਗਾ ਪਾ ਪੁੱਤ ਲੈ ਬਾਬੀ ਰੋਟੀ ਦੇ। ਪਾ ਕੌਲੀ ਚੱਕ ਲਾ ਮਿਲੇ ਭੂਆ ਨੂੰ ਬਾਲਾ ਕਵੇਲਾ ਕਰਿਆ ਏ। ਕੀ ਦੱਸਾਂ ਬਾਈ, ਬਹੁਤੀ ਚੰਗੀ ਆ ਭੋਲੇ ਦੀ ਭੂਆ ਤਾਂ। ਉੱਤੋਂ ਇਹਨੇ ਦੱਸਤਾ ਵੀ ਮੈਂ ਫੌਜੀ ਆ। ਉਹਦਾ ਤਾਂ ਚਾਹ ਹੀ ਨਾਲ ਲੱਥਿਆ ਜਾਵੇ। ਕਦੇ ਦੁੱਧ ਕਦੇ ਪਿੰਨੀਆਂ ਤੇ ਫਿਰ ਕਹੇ ਤੁਹਾਨੂੰ ਮੈਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਦੇ ਬਿਨਾ ਜਾਣ ਹੀ ਨਹੀਂ ਦੇਣਾ। ਉਹਨੂੰ ਬਹੁਤ ਪਸੰਦ ਆ। ਫਿਰ ਉਹਨੇ ਬੇਬੇ ਸਾਗ ਧਰ ਲਿਆ। ਅੱਛਾ ਹੁਣ ਸਾਗ ਕਿਹੜਾ ਭਾਬੀ ਦਲੀਆ ਵੀ ਜਿਹੜਾ ਬਿੰਦਸੀ ਬਣ ਜੂ। ਹੁਣ ਸਾਗ ਨੂੰ ਤਾਂ ਟਾਈਮ ਲੱਗਦਾ ਹੀ ਆ। ਬਸ ਇਹੀ ਚੱਕਰਾਂ 'ਚ ਨਾ ਬੇਬੇ ਸਾਨੂੰ ਕਵੇਲਾ ਹੋ ਗਿਆ ਜੀ। ਫਿਰ ਕਹਿੰਦੀ ਫੁੱਫੜ ਨੂੰ ਵੀ ਮਿਲ ਕੇ ਜਾਇਓ। ਹੁਣ ਫੁੱਫੜ ਕਿਤੇ ਲਾਂਬੇ ਗਿਆ ਹੋਇਆ। ਉਹ ਫੁੱਫੜ ਨਾ ਹਾਂ ਹੁਣ ਫੁੱਫੜ ਨੂੰ ਅਸੀਂ ਮਸਾ ਮਨਾ ਕੀਤਾ ਕਿ ਫੁੱਫੜ ਨੂੰ ਫਿਰ ਮਿਲ ਲਾਂਗੇ ਚੱਲ। ਤੇ ਪਰ ਸਾਨੂੰ ਕੱਲ ਨੂੰ ਫਿਰ ਜਾਣਾ ਪੈਣਾ। ਉਹਨਾਂ ਦੇ ਪਾਠ ਦਾ ਭੋਗਾ ਕਰ ਲੂ ਸਾਨੂੰ ਫਿਰ ਜਾਣਾ। ਆ ਜਿਹੜਾ ਵਿਸਤਾਰ ਸਹਿਤ ਘਟਨਾ ਦਾ ਖੁਲਾਸਾ ਕੀਤਾ ਨਾ ਤੁਸੀਂ, ਦਾਲ 'ਚ ਕੁਝ ਕਾਲਾ ਲੱਗਦਾ ਮੈਨੂੰ। ਇਹ ਦਾਲ ਹੈ ਜੀ? ਹਾਂ ਦੀ ਦਾਲ ਪਾ ਦੇ ਪੁੱਤ ਦਾਲ ਦੇ ਦੇ। ਜਿੱਥੋਂ ਤੱਕ ਮੈਨੂੰ ਪਤਾ ਬਾਪ ਤੇਰਾ ਕੱਲਾ ਕੱਲਾ ਆ। ਇਹ ਭੂਆ ਕਿੱਥੋਂ ਆ ਗਈ ਤੇਰੀ? ਹੈ ਜੀ? ਇਹ ਭੂਆ ਕਿੱਥੋਂ ਆ ਗਈ ਤੇਰੀ? ਭੂਆ ਨਹੀਂ, ਭੂਆ ਹੈ ਨਹੀਂ ਨਾ ਜੀ। ਅਸਲ ਵਿੱਚ ਭੂਆ ਨਹੀਂ ਹੈ। ਸਾਡੀ ਬੇਬੇ ਜਿਹੜੀ ਉਹ ਕਹਿੰਦੀ ਹੈ ਕਿ ਬਈ ਕਿਉਂਕਿ ਤੁਹਾਡੀ ਭੂਆ ਨਹੀਂ ਹੈ ਤੁਸੀਂ ਆਪਣੀ ਮਾਸੀ ਨੂੰ ਭੂਆ ਕਹਿ ਸਕਦੇ ਹੋ। ਹਾਂ ਏਦਾਂ ਦਾ ਕੁਝ ਹੈ ਜੀ। ਤੁਸੀਂ ਚਾਹੋ ਤਾਂ ਮੇਰੇ ਬਾਪੂ ਨੂੰ ਪੁੱਛ ਸਕਦੇ ਹੋ। ਫਿਰ ਪਿਓ ਤੇਰਾ ਤੇਰੀ ਮਾਂ ਨੂੰ ਕੀ ਕਹਿੰਦਾ ਓਏ? ਉਹੀ ਤਾਂ ਮੈਂ ਕਹਿਣਾ ਜੀ, ਕੋਈ ਪੁੱਛੇ ਉਹਨੂੰ। ਕਿਹਨੂੰ? ਤੇਰੇ ਪਿਓ ਨੂੰ? ਬਸ ਵੀ ਕਰੋ, ਜਵਾਕਾਂ ਨੂੰ ਰੋਟੀ ਤਾਂ ਖਾ ਲੈਣ ਦਿਓ। ਉਹਨੇ ਭੂਆ ਦਾ ਚਾਅ ਪੂਰਾ ਕਰਨਾ ਸੀ। ਜੇ ਮਾਸੀ ਨੂੰ ਭੂਆ ਕਹਿਤਾ ਤਾਂ ਐਡੀ ਕਿਹੜੀ ਗੱਲ ਹੋ ਗਈ? ਮਾਮਾ ਭੂਆ ਬਣਾਉਣ ਤੋਂ ਪਹਿਲਾਂ ਪੁੱਛ ਤਾਂ ਲਿਆ ਕਰ ਨਾ। ਬੰਦਾ ਇੱਕ ਅੱਧੀ ਗੋਲੀ ਚਲਾਉਂਦਾ, ਤੂੰ ਤਾਂ ਰਾਈਫਲ ਹੀ ਖਾਲੀ ਕਰਤੀ। ਭੋਲੇ ਅੱਜ ਆਪਾਂ ਇੱਕ ਪਾਸਾ ਕਰ ਹੀ ਦੇਣਾ। ਰੋਜ਼ ਰੋਜ਼ ਮਾਸੀ ਭੂਆ ਨਹੀਂ ਬਣਾਉਣੀ। ਇੱਕ ਗੱਲ ਤਾਂ ਮੇਰੀ ਸਮਝ ਆ ਗਈ ਬਾਈ। ਕਿਹੜੀ ਓਏ? ਤੂੰ ਨਹੀਂ ਮੋੜਦਾ ਫੌਜ 'ਚ। ਕਿਉਂ ਓਏ? ਆਪ ਤਾਂ ਤੂੰ ਮਰੇਗਾ, ਮੈਨੂੰ ਵੀ ਨਾਲ ਮਰਵਾਏਗਾ। ਭੋਲੇ जवान कभी घबराते नहीं ओए। ना जवान तो तुम हो, हमारे कच्चे क्यों पढ़वाई जाते हो? ਭੂਆ ਤੂੰ ਫਿਕਰ ਨਾ ਕਰ, ਜੇ ਰੱਬ ਨੇ ਚਾਹਿਆ ਤਾਂ ਤੇਰਾ ਸੁਪਨਾ ਜ਼ਰੂਰ ਪੂਰਾ ਹੋਵੇਗਾ। ਸ਼ੁਦਾਈ ਹੋ ਗਿਆ? हाँ आंकड़े पूरे पक्के ने। ਤੂੰ ਜਾ ਇੱਥੋਂ, ਨਾਲੇ ਆਪ ਮਰੇਗਾ ਨਾਲੇ ਮੈਨੂੰ ਮਰਾਏਗਾ। ਕਿਹੜੇ? ਤੂੰ ਜਾ ਇੱਥੋਂ, ਜਾ ਹੁਣ। मैं पुल ते खड़ा। ਸਮਝਦਾ ਕਿ ਆਪਣੇ ਆਪ ਨੂੰ ਮੂੰਹ ਚੱਕ ਕੇ ਘੜੇ ਲੈ ਕੇ ਮੇਰੇ ਘਰ ਨੂੰ ਹੀ ਆ ਗਿਆ। ਜੇ ਮੇਰਾ ਬਾਪੂ ਦੇਖ ਲੈਂਦਾ। ਫੌਜੀ ਤਾਂ ਲੱਗਦਾ, ਮੈਨੂੰ ਦੱਸਦੀ ਲੜਾਈ ਕੀ ਹੁੰਦੀ ਅੱਜ।
ਉਹ ਦੇਖ ਹਰਖੀਆਂ ਆਉਂਦੀਆਂ ਨੇ। ਅੱਜ ਤੇਰੀ ਖੈਰ। जवान कभी घबराते नहीं। ਤੂੰ ਸਮਝਦਾ ਕੀ ਆਪਣੇ ਆਪ ਨੂੰ? ਤੂੰ ਮਿਰਜ਼ੇ ਰੰਜ ਤੋਂ ਵੱਡਾ ਹੋ ਗਿਆ। ਤੂੰ ਮੇਰੇ ਘਰੇ ਕੀ ਕਰਨ ਆਇਆ ਸੀ? ਤੇਰੀ ਇੰਨੀ ਹਿੰਮਤ। ਹਿੰਮਤ ਉਦੋਂ ਆਉਂਦੀ ਆ ਜਦੋਂ ਬੰਦਾ ਦਿਲ ਤੋਂ ਪਿਆਰ ਕਰਦਾ, ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਕੁਰੇ। ਜੇ ਤੈਨੂੰ ਪਸੰਦ ਨਹੀਂ ਨਾ ਮੈਂ, ਤਾਂ ਅੱਜ ਇੱਕ ਵਾਰੀ ਕਹਿ ਦੇ, ਮੈਂ ਤੇਰੇ ਪਿੰਡ ਆਉਣਾ ਛੱਡ ਮੁੜ ਕੇ ਦਿਖਦਾ ਵੀ ਨਹੀਂ। ਘੜੇ ਤੇ ਇੰਨਾ ਪਿਆਰ ਨਹੀਂ ਹੁੰਦੇ। ਤੇ ਸਾਡੇ ਇਹ ਮੰਨਿਆ ਜਾਂਦਾ ਕਿ ਪੂਰਨਮਾਸ਼ੀ ਦੀ ਰਾਤ ਜੇ ਮੁੰਡਾ ਕੁੜੀ ਇੱਕ ਦੂਸਰੇ ਨੂੰ ਦੇਖ ਲੈਣ ਤਾਂ ਹੀ ਪੈਰ ਸਿਰੇ ਲੱਗਦਾ। ਤੇ ਮਜਾਲ ਹੈ ਕਿ ਸਾਡੇ ਪਿੰਡ ਕੋਈ ਖੰਗ ਵੀ ਜਾਵੇ। ਫੌਜੀਆ, ਮੈਨੂੰ ਲੱਗਦਾ ਜੰਗ ਛਿੜ ਗਈ ਹੈ। ਗੱਲ ਸੁਣ ਮੇਰੀ ਫੌਜੀਆ, ਬੇਸ਼ੱਕ ਜਵਾਨ ਕभी नहीं घबराते, ਪਰ ਪੂਰਨਮਾਸ਼ੀ ਵਾਲੀ ਰਾਤ ਉਹਦੇ ਪਿੰਡ ਜਾਣ ਬਾਰੇ ਸੋਚੀ ਵੀ ਨਾ। ਉਹ ਮੈਂ ਸੁਣਿਆ ਉਹਦਾ ਪਿਓ ਪਿੰਡ ਦਾ ਬਹੁਤ ਵੱਡਾ ਲੰਬੜਦਾਰ ਹੈ, ਕਹਿੰਦਾ ਕਹੋਂਦਾ ਮੋਢੇ ਤੇ ਦੁਨਾਲੀ ਰੱਖਦਾ। ਜੇ ਗੱਲ ਦਾ ਪਤਾ ਲੱਗ ਗਿਆ ਉਹਨੇ ਗੱਲ ਨਹੀਂ ਸੁਣੀ ਸਾਡੀ, ਇੱਕ ਵੀ ਗੋਲੀ ਮਾਰਨੀ ਆ। ਉੱਪਰੋਂ ਪਿੰਡ ਸਾਰਾ। ਹਾਂ ਗੱਲ ਤਾਂ ਤੇਰੀ ਠੀਕ ਆ ਭੋਲੇ। ਆ ਹੋਰ ਕੀ? ਪਰ ਪੂਰਨਮਾਸ਼ੀ ਕਦੋਂ ਆ? ਫੌਜੀ ਹਲੇ ਵੀ ਵੇਲਾ, ਮੈਂ ਕਹਿੰਦਾ ਮੁੜ ਚੱਲਦੇ ਆ। ਬਹੁਤ ਡਰ ਲੱਗ ਰਿਹਾ ਮੈਨੂੰ ਯਾਰ। ਖੜ ਜਾ 2 ਮਿੰਟ। ਕੀ ਕਰਨ ਲੱਗਿਆ? ਐਡੀ ਛੇਤੀ ਜਾਨ ਨਿਕਲ ਗਈ। ਸਾਈਕਲ ਕਿਉਂ ਲਕੋਈ ਜਾਣਾ? ਹਾਂ ਦੱਸ ਕੀ ਕਹਿੰਦਾ ਸੀ? ਯਾਰ ਫੌਜੀ ਇਹ ਕੰਮ ਬਹੁਤ ਗਲਤ ਹੈ ਯਾਰ, ਬਹੁਤ ਜੁੱਤੀਆਂ ਪੈਣੀਆਂ ਸਾਨੂੰ। ਭਾਈ ਦੇਖ ਮੈਨੂੰ ਡਰ ਲੱਗਦਾ। ਦੇਖ ਬੀਨਤੀ ਹੈ ਮੇਰੀ ਯਾਰ, ਮੈਂ ਲੈ ਕੇ ਆ ਗਿਆ ਨਾਲ। ਜਾਗਦੇ ਰਹੋ। ਨਹੀਂ ਜਮਾਈ ਸੰਭਲਾ ਜੰਗ ਦੇ ਮੈਦਾਨ ਚ ਅੱਜ ਤੇਰੀ ਦਲੇਰੀ ਦੇਖਣੀ ਆ ਭੋਲੇ। ਸਵਾਦ ਦਲੇਰੀ ਦਿਖਾਏਗਾ, ਮਿੱਟੀ ਚ ਲੜੀ ਜਾਣਾ ਇੱਥੇ। भाई मैं जागते रहो भाई, जागते रहो, जागते रहो। भाई मैं तो ये कहना सी जे शाम को आ गई तो मेरी गल भी बन जाओ। ਸਾਲਾ ਕਿੰਨੇ ਸਵਾਦ ਲੈਂਦਾ। ਆਓ ਬਣ ਜੂ ਤੇਰੀ ਗੱਲ। भाई एक तो खुशी बहुत होती है पर माड़ी मोटी लत्तां भी कंबदी हैं। ਸਾਲਿਆ ਤੇਰੀਆਂ ਇੰਨੇ ਚ ਲੱਤਾਂ ਕੰਬੀ ਜਾਂਦੀਆਂ ਨੇ। टट्टी भी आई है। ਸਾਲਾ ਗੰਦਾ। ਚਲਾ ਜਾ ਹੁਣ।
ਓਏ ਵਿਚਾਲੇ ਵਿਚਾਲੇ ਵਿਚਾਲ ਆ ਗਿਆ ਓਏ, ਵਿਚਾਲ ਆ ਗਿਆ ਓਏ, ਬੱਚੋ ਵਿਚਾਲੇ ਵਿਚਾਲੇ ਵਿਚਾਲ ਆ ਗਿਆ ਓਏ, ਬੱਚੋ ਵਿਚਾਲ ਆ ਗਿਆ ਓਏ। ਓਏ ਭੁਚਾਲ ਆਇਆ ਓਏ ਭੁਚਾਲ ਆ ਗਿਆ ਓ ਬਾਹਰ ਨਿਕਲੋ ਓਏ ਓਏ ਭੁਚਾਲ ਆਇਆ ਓਏ ਭੁਚਾਲ ਆਇਆ ਓਏ ਭੁਚਾਲ ਆਇਆ ਭੁਚਾਲ ਓਏ ਭੁਚਾਲ ਓਏ ਰਹਿਣੇ ਦੋਵੇਂ ਨੈਣ ਗਵਾਚੇ ਤੇਰੇ ਵਿੱਚ ਦੀ ਹੱਸਣੇ ਹਾਸੇ ਰਹਿਣੇ ਦੋਵੇਂ ਨੈਣ ਗਵਾਚੇ ਤੇਰੇ ਵਿੱਚ ਦੀ ਹੱਸਣੇ ਹਾਸੇ ਤੇਰੇ ਰਹਿਣਾ ਆਸੇ ਪਾਸੇ ਅੱਜ ਤੋਂ ਵੇ ਸਜਣਾ ਤੂੰ ਹੋਇਆ ਖੈਰ ਹੁਆ ਸਾਡਾ ਅੱਜ ਤੋਂ ਵੇ ਸਜਣਾ ਤੂੰ ਹੋਇਆ ਖੈਰ ਹੁਆ ਸਾਡਾ ਅੱਜ ਤੋਂ ਵੇ ਸਜਣਾ ਇਸ਼ਕ ਨੇ ਦੁਨੀਆ ਪਾਗਲ ਕੀਤੀ ਇਸ਼ਕ ਕਰ ਲਿਆ ਗਲਤੀ ਕੀਤੀ ਮੈਂ ਨਹੀਂ ਕੁਝ ਬੋਲ ਕੇ ਦੱਸਣਾ ਤੂੰ ਖੁਦ ਸਮਝੀ ਕੀ ਹੱਡ ਬੀਤੀ ਤੂੰ ਹੋਇਆ ਖੈਰ ਹੁਆ ਸਾਡਾ ਅੱਜ ਤੋਂ ਵੇ ਸਜਣਾ ਤੂੰ ਹੋਇਆ ਖੈਰ ਹੁਆ ਸਾਡਾ ਅੱਜ ਤੋਂ ਵੇ ਸਜਣਾ ਸ਼ੁਰੂ ਅਹਿਸਾਸ ਹੁਣ ਮੱਠੀ ਮੱਠੀ ਪੂਰਦਾ ਅੱਗੇ ਡੁੱਲ ਡੁੱਲ ਪੈਣਾ ਜਾਮ ਨੈਣਾ ਦੇ ਸਰੂਰ ਦਾ ਦਿਨਾਂ ਚ ਮਸ਼ੂਕੀ ਹਾਲ ਹੋ ਜਾਣਗੇ ਜੋਗਣਾ ਵਾਂਗੂ ਵਾਲ ਹੋ ਜਾਣਗੇ ਉਹ ਸਾਡੇ ਤੋਂ ਵੇ ਸਜਣਾ ਤੂੰ ਹੋਇਆ ਖੈਰ ਖੁਆ ਸਾਡਾ ਅੱਜ ਤੋਂ ਵੇ ਸਜਣਾ ਤੂੰ ਹੋਇਆ ਖੈਰ ਖੁਆ ਸਾਡਾ ਅੱਜ ਤੋਂ ਵੇ ਸਜਣਾ ਮੇਰਾ ਵਿਆਹ ਮੇਰੇ ਬਾਪੂ ਜੀ ਦੀ ਮਰਜ਼ੀ ਨਾਲ ਹੋਵੇਗਾ
ਤੁਸੀਂ ਸਾਡੇ ਘਰ ਸਾਗ ਭੇਜੋ। ਠੀਕ ਹੈ ਜੀ। ਜੀ ਜੇ ਕੋਈ ਹੋਰ ਮੰਨਤ ਹੈ ਤਾਂ ਉਹ ਵੀ ਦੱਸ ਦਿਆਂ, ਸਾਡੀ ਜਾਂ ਫਿਰ ਮੈਂ ਨਹੀਂ। ਚੱਲ ਆ ਜਾ ਆ ਜਾ। ਓ ਕਿਵੇਂ ਆ ਕਰਮ ਸਿਆ? ਓ ਕਿਵੇਂ ਅੱਜ ਤੜਕੀ ਤੜਕੇ ਸੁਨੇਹਾ ਭੇਜਿਆ? ਭਾਈ ਗੱਲ ਇਹ ਆ ਕਿ ਅੱਜ ਸਾਡੇ ਬਾਈ ਨੇ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਓਏ ਮਹਿੰਗਾ ਸਿਓ ਤਾਂ ਹਮੇਸ਼ਾ ਜ਼ਰੂਰੀ ਗੱਲ ਕਰਦਾ ਹੈ। ਤੁਸੀਂ ਕੰਮ ਦੀ ਗੱਲ ਦੱਸੋ। ਮਹਿੰਗਾ ਸਿਆ ਮੰਗਲ ਸਿਉ ਦੇ ਵਿਆਹ ਤੇ ਜਿਹੜੀ ਚੰਨ ਕੌਰ ਦੀ ਗੱਲ ਹੋਈ ਸੀ ਨਾ, ਉਹ ਵਿਆਹ ਲਈ ਮੰਨ ਗਈ ਆ। ਐ ਕਿਵੇਂ ਮੰਨ ਗਈ? ਉਹ ਸਾਕ ਤਾਂ ਦੋ ਪਰਿਵਾਰਾਂ ਦਾ ਮੇਲ ਹੁੰਦਾ ਯਾਰ। ਨਾ ਹੋਰ ਤੈਨੂੰ ਇੱਥੇ ਬੱਕਰੀਆਂ ਖਾਣ ਨੂੰ ਬੁਲਾਇਆ? ਬੋਲੇ ਸਾਨੂੰ ਪਤਾ ਇਹ ਕੰਮ ਸਿਰਫ ਮਹਿੰਗਾ ਸਿੰਘ ਕਰ ਸਕਦਾ ਹੈ। ਸਾਨੂੰ ਪਤਾ ਬੜਾ ਫੁਕਰਾ ਸਾਰਾ। ਤੁਸੀਂ ਫਿਰ ਐਂ ਕਰੋ, ਚਿੰਤਾ ਹੀ ਨਾ ਕਰੋ। ਆ ਲੋ ਨਾਪਾ, ਇਹ ਤਾਂ ਦੁੱਗੜੇ ਵਜਨ ਦੀ ਛਾਪ ਬਣਨੀ ਦੇ ਦਿਓ। ਬਸ ਕਾਕਾ ਜੀ ਤੁਹਾਡਾ ਕੰਮ ਹੋ ਗਿਆ ਸਮਝ ਲਓ। ਚਿੰਤਾ ਹੀ ਨਾ ਕਰੋ ਕਾਕਾ ਜੀ, ਅੱਜ ਮੈਂ ਜਾਊਂਗਾ ਤੁਹਾਡੇ ਕੰਨੀ ਤੇ ਫਿਰ ਮੈਂ ਜਾਊਂਗਾ ਲੰਬੜਦਾਰਾਂ ਕੰਨੀ, ਠੀਕ ਹੈ? ਹਾਂ ਨਾਪਾ ਜਿਹੜਾ ਉਹ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਬਸ ਆ ਛਾਪ ਤੇ ਧਿਆਨ ਦਿਓ। ਉਹ ਜੱਟ ਚੜਦੇ ਮੇਰੇ ਜੈ ਖਾਨ ਨੂੰ ਸੁੱਖੇ ਦੀ ਮਾਂ ਹਾਂ ਫੌਜੀ ਕਿੱਥੇ ਨਜ਼ਰ ਨਹੀਂ ਆਉਂਦਾ? ਫੌਜੀ ਹੁਣ ਪੈਰੀ ਫੌਜੀ ਪੈਣਾ ਜਾਣੇ ਮਾਤਾ ਦਾ ਜੀ। ਭੁੱਲਾ ਜਾ। ਆ ਬਈ ਆ ਮਹਿੰਗਾ ਜੀ ਸਿਆ। ਆਵੇ ਮਹਿੰਗਾ ਸਿਆ, ਜਿਉਂਦਾ ਰਹਿ। ਬਹਿ ਜਾ ਪੁੱਤ। ਆ ਜਾ ਬਹਿ ਜਾ। ਵੇ ਤੂੰ ਕਿੱਥੇ ਰਹਿ ਗਿਆ ਸੀ? ਮੈਂ ਤਾਂ ਤੈਨੂੰ ਕਿੱਦਾਂ ਦੀ ਡੀਕਦੀ ਐ। ਆਖਾਂ ਮਹਿੰਗਾ ਸਿਓ ਨਹੀਂ ਆਇਆ ਹੈ? ਬਸ ਇਸੇ ਕੰਮ ਲਈ ਆਇਆ ਮਾਤਾ ਜੀ। ਅੱਛਾ ਸਾਕ ਲੈ ਕੇ ਆਇਆ, ਉਹ ਵੀ ਸੈਦਪੁਰ ਵਾਲੇ ਲੰਬੜਦਾਰਾਂ ਦੀ ਇਕਲੌਤੀ ਕੁੜੀ ਦਾ। ਅੱਛਾ ਪੂਰੀਆਂ 8 ਜਮਾਤਾਂ ਪਾਸ ਹੈ। ਸੱਚੀ? ਮੁੱਕਦੀ ਗੱਲ ਇਹ ਹੈ ਕਿ ਤੁਹਾਡੇ ਪਰਿਵਾਰ ਦੇ ਨਾਲ ਰਲਦੀ ਮਿਲਦੀ ਹੈ। ਜੇ ਕਹੂੰ ਤਾਂ ਤੋਰਾ ਗੱਲ ਲੱਗੇ। ਲੈ ਦੱਸ ਵੇ ਖੁਸ਼ੀ ਦੀ ਗੱਲ ਕਿਹੜੀ ਹੋਣੀ ਐ? ਤੂੰ ਗਾਂ ਗੱਲ ਤੋਰ। ਆਪਾਂ ਐਤਕੀ ਫੌਜੀ ਨੂੰ ਵਿਆਹ ਕੇ ਕਰਾਂਗੇ। ਬਾਪੂ ਜੀ ਹੁਣ ਜੇ ਕੋਈ ਮੰਗ ਹੈਗੀ ਤਾਂ ਦੱਸ ਦਿਓ। ਨਾ ਵੇ ਮਹਿੰਗਾ ਨਾ, ਕੋਈ ਨਹੀਂ ਵੇ, ਸਾਡੀ ਕੋਈ ਮੰਗ ਨਹੀਂ। ਬਸ ਕੁੜੀ ਸਾਡੇ ਪਰਿਵਾਰ 'ਚ ਰਲਦੀ ਮਿਲਦੀ। ਇਹ ਗੱਲ ਤੁਸੀਂ ਮੇਰੇ ਤੇ ਛੱਡ ਦਿਓ, ਮੇਰੀ ਜ਼ਿੰਮੇਵਾਰੀ ਹੈ। ਸ਼ਾਬਾਸ਼ ਏ ਪੁੱਤ। ਹੁਣ ਗੱਲ ਜ਼ਿੰਮੇਵਾਰੀ ਨਾਲ ਗਾਹ ਤੋਰੀ। ਪੈਸੇ ਦੇ ਲਾਉਣੀ ਏ ਗੱਲ। ਚੰਗਾ ਜੀ ਮੈਂ ਚੱਲਦਾ, ਜਾ ਕੇ ਕਰਦਾ ਗੱਲ। ਚੰਗਾ 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 ਵੀ ਸੁਖਦੇਵ ਸਿਆ, ਖਿੱਚ ਤਿਆਰੀ ਫਿਰ। ਤਗੜਾ ਆ ਕੇ ਗੱਲ ਸਿਰੇ ਲਾ ਦੇ। ਆਇਓ ਨੀਰੀ ਬਾਦੀ ਓਏ, ਪਾਣੀ ਤਾਂ ਪਾ ਦਿੰਦੇ। ਦੇਖ ਮੈਂ ਗਿਆ, ਸਾਰੀ ਗੱਲ ਤੇਰੇ ਤੇ ਖੜੀ ਆ। ਧਿਆਨ ਨਾਲ ਗੱਲ ਕਰੀ। ਠੀਕ ਹੈ, ਸਮਝ ਗਿਆ? ਸਮਝ ਗਿਆ ਨਾ। ਹੁਣ ਤੂੰ ਮਹਿੰਗੇ ਦੇ ਕੰਮ ਮਹਿੰਗੇ ਨੂੰ ਸਿਖਾਏਂਗਾ? ਸਾਰੀ ਜ਼ਿੰਦਗੀ ਗਾਲਤੀ ਇਹਨਾਂ ਕੰਮਾਂ 'ਚ, ਸਮਝ ਗਿਆ? ਪਰਵਾਹ ਨਾ ਕਰੋ, ਮੈਂ ਹੈਗਾ ਨਾ। ਬੇਫਿਕਰ ਹੋ ਕੇ ਸੌਂ ਜਾਓ। ਮਰ ਤਾਂ ਨਹੀਂ ਗਿਆ ਕਿਤੇ? ਹੈਗਾ। ਹਾਂ ਹੈ। ਓ ਬੱਲੇ ਬੱਲੇ ਬੱਲੇ, ਐਵੇਂ ਤਾਂ ਨਹੀਂ ਕਿਹਾ ਸਿਆਣਿਆਂ ਨੇ। ਬਈ ਪਿੰਡ ਗੁਹਾਰਿਆਂ ਤੋਂ ਤੇ ਸਰਦਾਰੀ ਦਰਵਾਜ਼ਿਆਂ ਤੋਂ ਇੱਥੇ ਪਤਾ ਲੱਗਦੀ ਹੈ। ਉਹ ਹੈ ਕੋਈ? ਲੰਬੜਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ। ਹਾਂ ਕੌਣ? ਹਾਂ ਬਈ, ਮੇਰਾ ਨਾਮ ਮਹਿੰਗਾ ਸਿੰਘ ਹੈ ਜੀ। ਤਾਂ
ਮੈਂ ਦਾਤੇਵਾਲ ਤੋਂ ਆਇਆ ਜੀ। ਕੀ ਕੰਮ ਆ? ਆ ਮੇਰਾ ਕੰਮ ਦੋ ਪਰਿਵਾਰਾਂ ਨੂੰ ਮਿਲਾਉਣ ਦਾ ਜੀ। ਜਾਨੀ ਕਿ ਰਿਸ਼ਤੇ ਕਰਾਉਣਾ? ਹਾਂਜੀ। ਬਹਿ ਜਾ। ਇਹ ਗੱਲ ਤੁਸੀਂ ਸਿੱਧੀ ਕਹਿਤੀ ਜੀ, ਮੈਨੂੰ ਲੱਭਣੀ ਪੈਣੀ ਸੀ। ਤੈਨੂੰ ਕਿਹਨੇ ਦੱਸਿਆ ਵੀ ਅਸੀਂ ਰਿਸ਼ਤਾ ਲੱਭਦੇ ਫਿਰਦੇ ਆ? ਉਹ ਜੀ ਸਿਆਣੇ ਕਹਿੰਦੇ ਹੁੰਦੇ ਨਾ ਵੀ ਜਦੋਂ ਜਵਾਕ ਵੱਡੇ ਹੋ ਜਾਂਦੇ ਆ ਮਾਂ-ਬਾਪ ਨੂੰ ਪਤਾ ਨਹੀਂ ਲੱਗਦਾ, ਲੋਕਾਂ ਨੂੰ ਪਤਾ ਲੱਗ ਜਾਂਦਾ। ਨਾਲੇ ਮੇਰਾ ਤਾਂ ਕੰਮ ਹੀ ਇਹੀ ਹੈ ਜੀ, ਮੈਂ ਜਵਾਕਾਂ ਨੂੰ ਸਾਕ ਕਰਾ ਕੇ ਮਾਂ-ਬਾਪ ਨੂੰ ਸਿਰ ਖਰੂ ਕਰ ਦੇਣਾ ਜੀ। ਸਤਿ ਸ਼੍ਰੀ ਅਕਾਲ ਸਰਦਾਰਨੀ ਜੀ। ਸਤਿ ਸ਼੍ਰੀ ਅਕਾਲ। ਲਓ ਜੀ ਲਿਆ। ਵੇ ਭਾਈ, ਆਹ ਤਾਂ ਤੇਰੀ ਬਹੁਤ ਚੰਗੀ ਗੱਲ ਆ, ਨਾਲੇ ਪੁੰਨ ਤੇ ਨਾਲੇ ਫਲੀਆਂ ਹੈ। ਅੱਗੇ ਕਿੰਨੇ ਕੁ ਰਿਸ਼ਤੇ ਕਰਾਏ ਆ? ਰਿਸ਼ਤੇ ਤਾਂ ਬਥੇਰੇ ਕਰਾਏ ਆ ਜੀ, ਗਿਣਤੀ 'ਚ ਨਹੀਂ ਅੱਛਾ। ਹੈਗੇ। ਉਹ ਬਲਕਾਰ ਸਿੰਘ ਨੇ ਜੀ, ਉਹਦੇ ਮੁੰਡੇ ਨੂੰ ਰਿਸ਼ਤਾ ਮੈਂ ਕਰਵਾਇਆ ਸੀਗਾ। ਉਹ ਸੁਰਜੀਤ ਸਿੰਘ ਜਿਹੜਾ ਡਾਕਖਾਨੇ ਚ ਲੱਗਿਆ ਹੋਇਆ ਜੀ, ਉਹਨੂੰ ਵੀ ਰਿਸ਼ਤਾ ਮੈਂ ਹੀ ਕਰਵਾਇਆ ਸੀਗਾ। ਉਹ ਚੇਤਰਾਮ ਨੇ ਜੀ ਵਿਸਾਖੀ ਦਾ, ਉਹਦੀ ਕੁੜੀ ਨੂੰ ਵੀ ਰਿਸ਼ਤਾ ਮੈਂ ਹੀ ਕਰਵਾਇਆ ਸੀ। ਚੇਤਰਾਮ? ਹਾਂਜੀ। ਲੈ ਵੀ ਉਹਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ। ਬਸ ਜੀ। ਉਹ ਲੋਗੜ ਵਾਲੇ ਕੁਲਵੰਤ ਸਿੰਘ ਜੀ, ਉਹਨਾਂ ਦੇ ਮੁੰਡੇ ਨੂੰ ਰਿਸ਼ਤਾ ਮੈਂ ਹੀ ਕਰਵਾਇਆ ਜੀ। ਮੱਗਰ ਸਿੰਘ ਦਾ ਜਿਹੜੇ ਉਹਦੀ ਪੋਤੀ। ਬਸ ਆਪਣੀ ਇੱਕ ਧੀ ਆ। ਠੀਕ ਹੈ। ਅਸੀਂ ਚਾਹੁੰਦੇ ਹਾਂ ਕਿ ਉਹਦਾ ਰਿਸ਼ਤਾ ਕਿਸੇ ਚੰਗੇ ਜਿਹੇ ਪਰਿਵਾਰ 'ਚ ਹੋ ਜਾਏ। ਹੋ ਜਾਊਗਾ ਜੀ। ਮੈਂ ਤੁਹਾਡੇ ਰੁਤਬੇ ਦੇ ਮੁਤਾਬਕ, ਖਾਨਦਾਨ ਦੇ ਮੁਤਾਬਕ ਵਧੀਆ ਜਿਹਾ ਰਿਸ਼ਤਾ ਲੱਭਦਾ ਜੀ। ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦਿਓ ਜੀ ਇਜਾਜ਼ਤ। ਕੋਈ ਚਾਹ ਪਾਣੀ? ਬਸ ਜੀ, ਹੁਣ ਜਿੱਦੇ ਚੰਗਾ ਦਿਨ ਆਊਗਾ, ਕਾਰਜ ਸਿਰੇ ਚੜੂਗਾ, ਉਹਦੇ ਚਾਹ ਪਾਣੀ ਵੀ ਛਕਾਂਗੇ ਜੀ। ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੰਗਾ। ਮਹਿੰਗਾ ਸਿਆ? ਹਾਂਜੀ। ਹਾਂਜੀ ਦੱਸੋ। ਇੱਕ ਗੱਲ ਦਾ ਧਿਆਨ ਰੱਖੀ। ਹਾਂਜੀ। ਮੁੰਡਾ ਫੌਜੀ ਨਹੀਂ ਹੋਣਾ ਚਾਹੀਦਾ। ਲਿਆ। ਬੇਬੇ ਮਾਰਤਾ। ਬਾਈ ਤੂੰ ਫਿਕਰ ਤਾਂ ਛੱਡ ਹੀ ਦੇ। ਇੰਨਾ ਤਗੜਾ ਤੇਰਾ ਪਰਿਵਾਰ, ਇੰਨੀ ਜ਼ਮੀਨ ਜਾਇਦਾਦ ਦਾ ਤੂੰ ਵਾਰਿਸ, ਉੱਪਰੋਂ ਫੌਜੀ, ਨਾ ਹੋਰ ਕੁੜੀ ਵਾਲਿਆਂ ਨੂੰ ਕੀ ਚਾਹੀਦਾ? ਛੁਣ ਨਹੀਂ। ਉਹ ਜਦ ਮੈਂ ਤੈਨੂੰ ਕਹਿਤਾ ਹੈ ਕੋਈ ਗੱਲ ਫਿਰ? ਤੂੰ ਤਿਆਰੀ ਖਿੱਚ ਆਪਣੀ ਕਾਕਾ, ਬਸ। ਉਹ ਦੇਖ ਮਹਿੰਗਾ ਸਿੰਘ ਆਂਦਾ ਪਿਆ। ਹੋ ਨਾ ਵੀ ਨਾ, ਇਹ ਰਿਸ਼ਤਾ ਨਹੀਂ ਹੋਣਾ। ਲਿਆਓ ਮੇਰੀ ਨਾਪਾ ਮੁੰਦੀ ਮੋੜੋ। ਲਿਆਓ। ਉਹ ਤੂੰ ਗਲਤਾ ਰਸ ਕੀ ਹੋ ਗਈ ਯਾਰ? ਉੱਥੇ ਮੈਂ ਗੋਲੀ ਖਾਣੀ ਹੈਗੀ? ਅਗਲੇ ਨੇ ਇੱਕ ਟੁੱਕ ਚ ਕਹਿਤਾ ਵੀ ਅਸੀਂ ਫੌਜੀ ਨੂੰ ਕੁੜੀ ਦੇਣੀ ਨਹੀਂ। ਕੀ ਮਤਲਬ ਨਹੀਂ ਪਤਾ। ਮਤਲਬ ਕਿਉਂ ਨਹੀਂ ਪਤਾ? ਕੋਈ ਤਾਂ ਗੱਲ ਹੋਈ ਹੋਣੀ ਯਾਰ, ਖੁੱਲ ਕੇ ਦੱਸ ਕੀ ਬੋਲੀ ਜਾਂਦਾ। ਮਹਿੰਗੇ ਨੂੰ ਮਹਿੰਗੇ ਦੇ ਕੰਮ ਨਾ ਸਮਝਾਓ। ਪਹਿਲਾਂ ਕੁੜੀ ਵਾਲਿਆਂ ਦੀ ਪਸੰਦ ਪੁੱਛੋ, ਫਿਰ ਅੱਗੇ ਗੱਲ ਤੋਰੀ ਦੀ ਹੈ। 100 ਤਰ੍ਹਾਂ ਦੇ ਪਰਦੇ ਰੱਖਣੇ ਪੈਂਦੇ ਨੇ। ਤੇਰੇ ਕਹਿਣ ਦਾ ਮਤਲਬ ਉਹਨਾਂ ਨੇ ਫੌਜੀ ਨੂੰ ਰਿਸ਼ਤਾ ਨਹੀਂ ਦੇਣਾ? ਨਹੀਂ ਦੇਣਾ। ਤੇ ਤੂੰ ਮੇਰੇ ਬਾਰੇ ਕੋਈ ਗੱਲ ਵੀ ਨਹੀਂ ਕੀਤੀ? ਨਹੀਂ ਕੀਤੀ ਯਾਰ, ਤੇਰੀ ਤਾਂ ਉੱਥੇ ਗੱਲ ਹੀ ਨਹੀਂ ਚੱਲੀ ਕੋਈ। ਨਾ ਫੇਰ ਤੂੰ ਉੱਥੇ ਕਰਨ ਕੀ ਗਿਆ ਸੀ? ਮਿੱਟੀ ਖੋਦਣ? ਬੋਲੇ। ਓਏ ਬਾਈ ਮੈਨੂੰ ਗੱਲ ਸਮਝ ਨਹੀਂ ਆਈ, ਲੰਬਰਦਾਰ ਨੂੰ ਫੌਜੀ ਦਾ ਰਿਸ਼ਤਾ ਕਿਉਂ ਨਹੀਂ ਮਨਜ਼ੂਰ ਬਈ? ਬੋਲਿਆ ਇਹ ਗੱਲ ਤਾਂ ਹੁਣ ਚੰਨ ਕੌਰ ਹੀ ਦੱਸ ਸਕਦੀ। ਰਿਸ਼ਤਾ ਭੇਜਿਆ ਸੀ ਮਹਿੰਗੇ ਹੱਥ, ਤੇਰੇ ਬਾਪੂ ਨੇ ਮਨਾ ਕਰਤਾ, ਕਹਿੰਦਾ ਫੌਜੀ ਨੂੰ ਰਿਸ਼ਤਾ ਨਹੀਂ ਕਰਨਾ। ਫੌਜੀ ਨੂੰ ਰਿਸ਼ਤਾ ਨਹੀਂ ਕਰਨਾ? ਬਾਪੂ ਨੇ ਕਿਹਾ? ਹਾਂ, ਤੇਰੇ ਬਾਪੂ ਨੇ ਕਿਹਾ। ਕਿਉਂ ਭਲਾ? ਨਾ ਹੁਣ ਅਸੀਂ ਕੁੜੀਆਂ ਕਿਵੇਂ ਪੁੱਛੀਏ ਵੀ ਫੌਜੀ ਨੂੰ ਰਿਸ਼ਤਾ ਕਿਉਂ ਨਹੀਂ ਕਰਨਾ? ਫਿਰ ਇਹਦਾ ਹੱਲ ਕੀ ਆ ਹੁਣ? ਇਸ ਦਾ ਤਾਂ ਇੱਕੋ ਹੀ ਹੱਲ ਹੈ, ਤੁਸੀਂ ਫੌਜ ਦੀ ਨੌਕਰੀ ਛੱਡ ਦਿਓ। ਕੀ ਕਿਹਾ? ਫੌਜ ਦੀ ਨੌਕਰੀ ਛੱਡ ਦੋ? ਦੇਖ ਚੰਨਕੁਰੇ, ਨੌਕਰੀ ਤੇ ਨਹੀਂ ਮੈਂ ਛੱਡ ਸਕਦਾ। ਤੈਨੂੰ ਪਿਆਰ ਕਰਦਾ ਠੀਕ ਆ, ਪਰ ਆਪਣੇ ਪਿਆਰ ਖਾਤਰ ਨਾ ਦੇਸ਼ ਨਾਲ ਗਦਾਰੀ ਨਹੀਂ ਕਰ ਸਕਦਾ। ਇਹ ਵਰਦੀ ਤਾਂ ਹੁਣ ਉਦੋਂ ਹੀ ਲਹੂਗੀ ਜਦੋਂ ਇਹ ਸਰੀਰ ਸੜ ਕੇ ਸੁਆਹ ਹੋ ਗਿਆ। ਬਾਕੀ ਤੂੰ ਜੋ ਮਰਜ਼ੀ ਕਹਿ, ਮੈਂ ਕਰਨ ਨੂੰ ਤਿਆਰ ਹਾਂ। ਤੁਸੀਂ ਫੌਜ ਦੀ ਨੌਕਰੀ ਨਹੀਂ ਛੱਡ ਸਕਦੇ ਤੇ ਬਾਪੂ ਨੇ ਫੌਜੀ ਨਾਲ ਵਿਆਹ ਨਹੀਂ ਕਰਨਾ। ਮੈਂ ਕੀ ਕਰਾਂ? ਮੈਂ ਤਾਂ ਬਸ ਇੰਨਾ ਚਾਹੁੰਦੀ ਹਾਂ ਕਿ ਜਦੋਂ ਮੇਰੀ ਡੋਲੀ ਉੱਠੇ
ਉਹ ਤੁਹਾਡੇ ਘਰ ਜਾਵੇ। ਇਸ ਦਿਲ 'ਚ ਕੋਈ ਹੋਰ ਨਹੀਂ ਵਸ ਸਕਦਾ। ਨਾਲੇ ਮੈਂ ਤਾਂ ਸੁਣਿਆ ਸੀ ਕਿ ਫੌਜੀ ਪਿਆਰ ਤੇ ਮੈਦਾਨ ਦੀ ਜੰਗ 'ਚ ਕਦੇ ਨਹੀਂ ਹਾਰਦਾ। ਆਹ ਗੱਲ ਤਾਂ ਮੈਂ ਵੀ ਸੁਣੀ ਆ। ਮੈਂ ਵੀ। ਮੈਨੂੰ ਸਾਡੇ ਪਿਆਰ ਦੀ ਸੌਂ। ਹੁਣ ਤੇਰੀ ਡੋਲੀ ਸਿਰਫ ਮੇਰੇ ਘਰ ਹੀ ਜਾਊਗੀ। ਉਹ ਲੱਗ ਜਾ, ਹੁਣ ਤਾਂ ਮੈਂ ਛੱਤ ਤੇ ਆ ਕੇ ਬਹਿ ਗਿਆ। ਇਹਨੇ ਸਵਾਲ ਕਹਿਣਾ ਤੋੜਤਾ ਤੂੰ ਲਿਆ ਇਹ। ਯਾਰਾ ਕੀ ਕਰਾਂ ਮੈਂ, ਦੇਖਣਾ ਹੁਣ ਮੇਰਾ ਬਾਪੂ ਵੀ ਕੋਈ ਸਮਝਾਏ ਹੁਣ। ਹਾਂ ਬਾਈ, ਕਿਵੇਂ ਬੁਲਾਇਆ? ਮੈਂ ਕਿਹਾ ਤੂੰ ਫਿਰ ਜਾਣਾ ਮੇਰਾ ਸਾਕ ਲੈ ਕੇ। ਕਿੱਥੇ? ਲੰਬੜਦਾਰ ਸਾਹਿਬ ਦੇ ਘਰੇ। ਓਏ ਨਾ ਭਰਾਵਾ, ਗੋਲੀ ਮਰਵਾਓਗੇ ਤੁਸੀਂ, ਹੱਦ ਕਰ ਦਿਓਗੇ। ਜਦੋਂ ਇੱਕ ਵਾਰੀ ਅਗਲੇ ਨੇ ਕਹਿਤਾ ਵੀ ਮੈਂ ਫੌਜੀ ਨੂੰ ਰਿਸ਼ਤਾ ਨਹੀਂ ਕਰਨਾ, ਕਮਾਲ ਹੋਈ ਪਈ ਆ ਯਾਰ। ਉਹ ਤੂੰ ਮੈਨੂੰ ਆ ਦੱਸ, ਉਹ ਲੰਬੜਦਾਰ ਨੂੰ ਪਤਾ ਆਪਣਾ ਕਰਮ ਸਿੰਘ ਫੌਜੀ ਆ? ਨਾ ਨਾ, ਕਰਮੇ ਬਾਰੇ ਤਾਂ ਉੱਥੇ ਕੋਈ ਗੱਲ ਹੀ ਨਹੀਂ ਹੋਈ। ਤੇ ਬਸ ਫਿਰ ਤੂੰ ਇਹ ਗੱਲ ਕਰਨੀ ਵੀ ਨਹੀਂ ਕਿ ਕਰਮਾ ਫੌਜੀ ਆ। ਨਾ ਨਾ, ਇਹ ਨਹੀਂ ਹੋ ਸਕਦਾ। ਇਹ ਤਾਂ ਫਿਰ ਓਲੇ ਵਾਲੀ ਗੱਲ ਹੋਈ ਨਾ। ਤੂੰ ਆਪ ਹੀ ਤਾਂ ਕਹਿੰਦੇ ਰਹੇ ਨਾ 100 ਤਰ੍ਹਾਂ ਦੇ ਓਲੇ ਰੱਖਣੇ ਪੈਂਦੇ ਤਾਂ ਸਾਗ ਸਿਰੇ ਚੜਦਾ। ਲੈ ਰੱਖ ਲੈ ਫਿਰ ਓਲਾ। ਐ ਨਹੀਂ ਹੁੰਦਾ ਮੈਂ ਗਿਆ। ਪਹਿਲੀ ਗੱਲ ਤਾਂ ਇਹ ਆ ਕਿ ਸਿੱਧਾ ਰਿਸ਼ਤਾ ਤਾਂ ਹਰ ਕੋਈ ਕਰਾ ਦਿੰਦਾ, ਸਵਾਦ ਤਾਂ ਆਉਂਦਾ ਜੇ ਫਸਿਆ ਰਿਸ਼ਤਾ ਕਰਾ ਕੇ ਦਿਖਾਵੇਂ। ਤੇ ਦੂਜੀ ਗੱਲ, ਕੁੜੀ ਵਿਆਹ ਲਈ ਰਾਜੀ ਆ ਯਾਰ। ਤੇ ਤੀਜੀ ਗੱਲ, ਹਰ ਵਿਚੋਲੇ ਦੀ ਕਿਸਮਤ 'ਚ ਨਾ ਕੜਾ ਨਹੀਂ ਲਿਖਿਆ ਹੁੰਦਾ। ਕੜਾ? ਉਹ ਆਹੋ, ਛਾਪਾ ਦੇ ਨਾਮ ਕਦੋਂ ਤੱਕ ਦਿੰਦਾ ਰਹੇਗਾ? ਕੜੇ ਦਾ ਨਾਪ ਦੇ। ਬਾਈ ਜੇ ਕੜੇ ਵਾਲੀ ਗੱਲ ਹੈ ਨਾ, ਮੇਰਾ ਮਤਲਬ ਜੇ ਓਲੇ ਵਾਲੀ ਗੱਲ ਆ। ਹੁਣ ਦੇਖਿਓ ਤੁਸੀਂ, ਮਹਿੰਗਾ ਸਿੰਘ ਦਾ ਕਮਾਲ। ਤੇਰਾ ਕੰਮ ਤਾਂ ਹੋ ਗਿਆ। ਲੈ ਆ ਲੈ, ਚੱਲਿਆ ਸਿੱਧਾ ਉੱਥੇ ਵੱਜੂ, ਚਾਹੇ ਸਾਰੀ ਗੋਲੀ ਕਿਉਂ ਨਾ ਵੱਜੇ। ਸਾਲਾ ਲਾਲਚੀ ਬਹੁਤ ਹੈ। ਆਪਾਂ ਤਾਂ ਉਹੀ ਕਹਿਤਾ ਸੀ, ਪਰ ਆਪਣਾ ਕੰਮ ਜ਼ਰੂਰ ਕਰ ਦੂ। ਲੰਬੜਦਾਰ ਸਾਹਿਬ ਬੜਾ ਵਧੀਆ ਰਿਸ਼ਤਾ ਲੈ ਕੇ ਆਇਆ ਜੀ। ਦੀਵਾ ਲੈ ਕੇ ਵੀ ਨਹੀਂ ਲੱਭਣਾ। ਇੰਨਾ ਸਾਊ ਪਰਿਵਾਰ ਹੈ ਜੀ, ਜਮਾ ਤੁਹਾਡੇ ਪਰਿਵਾਰ ਦੇ ਨਾਲ ਦਾ ਮਿਲਦਾ ਜੁਲਦਾ ਕਬੀਲਦਾਰ ਪਰਿਵਾਰ ਹੈ ਜੀ। 2 ਭਰਾ ਨੇ ਮਾਤਾ ਜੀ। ਅੱਛਾ ਜੀ। ਤੇ ਬਾਪੂ ਜੀ 60 ਕਿੱਲੇ ਪੈਲੀ ਆਉਂਦੀ ਹੈ। ਤੇ ਮੁੰਡਾ ਬੀਬਾ ਰੱਜ ਕੇ ਸੁਨੱਖਾ, ਖਾਨਦਾਨੀ ਸਰਦਾਰਾਂ ਦਾ ਮੁੰਡਾ ਹੈ। ਪਿੰਡ 'ਚ ਪੂਰੀ ਠੋਕ ਹੈ ਜੀ। ਤੇ ਕੁੱਲ ਮਿਲਾ ਕੇ ਮੁੱਕਦੀ ਗੱਲ, ਕੁੜੀ ਆਪਣੀ ਰਾਜ ਕਰੂਗੀ, ਰਾਜ। ਕਿਹੜੇ ਪਿੰਡ ਦੇ ਸਰਦਾਰ ਨੇ? ਪਿੰਡ ਦਾ ਜੀ ਦਾਤੇ ਵਾਲਾ ਜੀ। ਅੱਛਾ, ਦਾਤੇ ਵਾਲਾ। ਬੜਾ ਵਧੀਆ ਸਾਕ ਦੱਸਿਆ ਤੈਂ। ਹਾਂਜੀ। ਕਿਉਂ ਜੀ? ਠੀਕ ਹੈ, ਮੈਂ ਦੱਸਿਆ ਤੂੰ ਲਾ ਦੇ ਸੁਨੇਹਾ। ਠੀਕ ਹੈ ਜੀ। ਅਸੀਂ ਕੱਲ ਹੀ ਮੁੰਡਾ ਵੇਖਣ ਆ ਰਹੇ ਹਾਂ। ਹਾਂ, ਕੱਲ ਜੀ? ਕਰਮੇ, ਉਹ ਕਰਮੇ ਲੈ ਆ ਗਿਆ। ਹਾਂ ਮੈਂ ਗਿਆ। ਕੀ ਖਬਰ ਸਾਰਾ? ਲੈ ਵੀ, ਮਹਿੰਗੇ ਨੇ ਤਾਂ ਆਪਦਾ ਕੰਮ ਕਰਤਾ। ਹੁਣ ਤੂੰ ਆਪਦੇ ਬਾਪੂ ਤੇ ਬੇਬੇ ਨੂੰ ਸਮਝਾ ਦੇ, ਕੱਲੂ ਤੈਨੂੰ ਦੇਖਣ ਵਾਸਤੇ ਆ ਰਹੇ ਨੇ। ਕੱਲੂ ਹੀ? ਹਾਂ, ਜਿਵੇਂ ਮਰਜ਼ੀ ਸੰਭਿਓ। ਪਰ ਇੱਕ ਗੱਲ, ਜੇ ਕਿਤੇ ਲੰਬੜਦਾਰ ਸਾਹਿਬ ਨੂੰ ਪਤਾ ਲੱਗ ਗਿਆ ਨਾ ਵੀ ਤੂੰ ਫੌਜੀ ਹੈ, ਮੇਰੇ ਤਾਂ ਗੋਲੀ ਵੱਜਣੀ, ਪਰ ਤੁਹਾਡੀ ਦੀ ਖੈਰ ਨਹੀਂ। ਯਾਰ ਫੌਜੀਆ, ਮੈਨੂੰ ਤਾਂ ਐਂ ਲੱਗਦਾ ਜਿਵੇਂ ਆਪਾਂ ਕਿਸੇ ਜੰਗ ਦੇ ਮੈਦਾਨ 'ਚ ਹੋਈਏ। ਮੇਰਾ ਚਿੱਤ ਘਾਉ ਮਾਉ ਜਿਹਾ ਕਰਦਾ ਯਾਰ, ਬਹੁਤ ਘਬਰਾਹਟ ਜੀ ਹੈ। ਭੁੱਲੇ, ਜਵਾਨ ਕभी घबराते नहीं हुए। हाँ, ਇਹ ਮਰਵਾਉ। हाँ, पक्का। लो जी, करो गल शुरू। सरदार साहब,
ਵੈਸੇ ਤਾਂ ਮਹਿੰਗੇ ਨੇ ਸਾਨੂੰ ਸਭ ਕੁਝ ਦੱਸ ਹੀ ਦਿੱਤਾ, ਪਰ ਇਹਦੀਆਂ ਗੱਲਾਂ ਸੁਣ ਕੇ ਨਾ ਮੇਰੇ ਕੋਲ ਰਿਹਾ ਨਹੀਂ ਗਿਆ। ਮੈਂ ਸੋਚਿਆ ਵੀ ਇੰਨੇ ਚੰਗੇ ਪਰਿਵਾਰ 'ਚ ਸਾਡੀ ਧੀ ਦਾ ਸਾਕ ਹੋਣ ਲੱਗਾ, ਕਿਉਂ ਨਾ ਜਾ ਕੇ ਵੇਖ ਹੀ ਆਈਏ। ਕਈ ਵਾਰ ਨਾ ਸੁਣੀਆਂ ਸੁਣਾਈਆਂ ਗੱਲਾਂ 'ਚ ਕਈ ਪੋਲ ਨਿਕਲ ਆਉਂਦੇ ਆ। ਹਾਂਜੀ ਹਾਂਜੀ। ਵੈਸੇ ਗੱਲ ਤਾਂ ਥੋੜੀ ਜਿਹੀ ਅਜੀਬ ਜੀ ਲੱਗਦੀ ਆ, ਪਰ ਪੁੱਛਣਾ ਵੀ ਪੈਂਦਾ ਹੀ ਆ। ਸੁਖਨਾ ਕਿੰਨੀ ਕੁ ਜ਼ਮੀਨ ਹੈ ਆਪਣੀ? ਨੰਬਰਦਾਰ ਸਾਹਿਬ, ਸੁੱਖ ਨਾਲ ਆਪਣੇ ਕੋਲ 60 ਏਕੜ ਜ਼ਮੀਨ ਆ। 4 ਮੱਝਾਂ ਨੇ, 2 ਬਲਦਾਂ ਦੀਆਂ ਜੋੜੀਆਂ ਨੇ, ਬਾਕੀ ਆ ਘਰ-ਬਾਰ ਤੁਹਾਡੇ ਸਾਹਮਣੇ ਹੀ ਆ। ਰੱਬ ਦਾ ਦਿੱਤਾ ਸਭ ਕੁਝ ਹੈ, ਕਿਸੇ ਚੀਜ਼ ਦੀ ਥੋੜ ਨਹੀਂ ਹੈ। ਆ ਵੱਡਾ ਮੁੰਡਾ ਆਪਣੀ ਖੇਤੀ ਕਰਦਾ ਹੈ ਤੇ ਛੋਟਾ ਆ ਗਿਆ ਜੀ, ਮੁੰਡਾ ਆ ਗਿਆ। ਉਹ ਦੇਖੋ, ਆ ਦੇਖੋ। ਤੁਸੀਂ ਪਾਣੀ ਪੀਓ ਉਨੀ ਦੇਰ, ਆ ਜਾਂਦਾਗਾ। ਆ ਲੋ, ਆ ਹੀ ਗਿਆ। ਆ ਜਾ ਵੀ, ਆ ਜਾ। ਆ ਲੋ ਜੀ, ਆ ਗਿਆ ਮੁੰਡਾ। ਓਏ ਉਹ ਤੁਸੀਂ ਮਿੱਟੀ ਨਾਲ ਕਿੱਥੋਂ ਲਿਬੜ ਕੇ ਆ ਗਈ? ਬਈ ਬਾਰੀ ਸੀ ਅੱਜ ਆਪਣੀ। ਬਾਰੀ ਸੀ? हाँ जी, सारे क्यारे नक्को नक भरते जी, बहुत मेहनत करके आया जी। ਉਹ ਤੁਸੀਂ ਛੱਡੋ ਖੇਤੀਬਾੜੀ ਵਾਲੀਆਂ ਗੱਲਾਂ। ਕਾਕਾ, ਆ ਲੰਬੜਦਾਰ ਸਾਹਿਬ ਆਏ ਨੇ। सत श्री ਇਹਨਾਂ अकाल ਨੂੰ ਮਿਲੋ। सत श्री अकाल जी। ਇਹ ਹੈ ਜੀ ਆਪਣਾ ਕਾਕਾ ਸਤਿ ਸ਼੍ਰੀ ਅਕਾਲ ਕਰਮ ਜੀ। ਸਿੰਘ, ਬਹੁਤ ਕੰਮਾ ਮੁੰਡਾ ਜੀ। सत श्री अकाल जी। ਤੁਸੀਂ ਕਿਆਰੇ ਕਿੱਥੋਂ ਭਰਿਆ? ਨਹਿਰ ਤਾਂ ਸੁੱਕੀ ਪਈ। ਸੁੱਕੀ ਆ? ਇੱਕ ਵਾਰੀ ਕਿਵੇਂ ਹੋਇਆ ਜੀ, ਜਿਵੇਂ ਤੁਸੀਂ ਆਏ ਹੋ ਅੱਜ, ਸਾਡੇ ਪਿੰਡ ਦੇ ਇੱਕ ਵਾਰੀ ਕੁੜੀ ਵਾਲੇ ਆ ਗਏ ਲੜਕੇ ਨੂੰ ਦੇਖਣ ਵਾਸਤੇ, ਤੇ ਆਉਂਦੇ ਨੂੰ ਲੜਕਾ ਘਰੇ ਨਾ ਜੀ। ਕਹਿੰਦੇ ਵੀ ਲੜਕਾ ਕਿੱਥੇ ਆ? ਕਹਿੰਦੇ ਜੀ ਲੜਕਾ ਤਾਂ ਗਿਆ ਹੋਇਆ ਖੇਤ ਨੂੰ। ਕਹਿੰਦੇ ਚਲੋ ਖੇਤ ਚੱਲਦੇ ਆ। ਜਦੋਂ ਖੇਤ ਗਏ ਜੀ ਲੜਕੀ ਵਾਲੇ, ਤੇ ਲੜਕਾ ਗਾਹਾਂ ਜਾਂਦਿਆਂ ਨੂੰ ਬਾਹਣ 'ਚ ਫੇਰੇ ਕੰਮ ਕਰਦਾ। ਉਹਨਾਂ ਨੇ ਕੁਛ ਨਹੀਂ ਕਿਹਾ, ਦੂਰੋਂ ਬਾਜ ਮਾਰੀ ਲੜਕੇ ਨੂੰ, ਤੇ ਆਉਂਦੇ ਦੀ ਤਲੀ ਤੇ ਰੁਪਈਆ ਧਰਤਾ। ਉਹਨਾਂ ਨੇ ਕਾਕੇ ਦੇਖਿਆ ਹੀ ਨਹੀਂ ਜੀ। ਉਸੇ ਟਾਈਮ ਹੀ ਕੰਮ ਹੋ ਗਿਆ ਜੀ। ਮਿਹਨਤੀ ਬੱਚੇ ਸਾਰਿਆਂ ਨੂੰ ਚੰਗੇ ਲੱਗਦੇ ਆਈ ਹੋ ਗਏ ਜੀ, ਦੇਖ ਲਓ ਗੱਲਾਂ ਗੱਲਾਂ ਜੀ। ਨੰਬਰਦਾਰ ਜੀ, ਅਸੀਂ ਚਾਹੁੰਦੇ ਹਾਂ ਕਿ ਵਿਆਹ ਇਸੇ ਛੁੱਟੀ 'ਚ ਛੁੱਟੀ ਬਾਈ ਛੁੱਟੀ, ਨਰੈਣੇ ਦੀ ਬੜੀ ਕੁੱਟੀ। ਉਹ ਭੋਲੇ। ਛੁੱਟੀ ਬਾਈ ਛੁੱਟੀ, ਨਰੈਣੇ ਦੀ ਬੜੀ ਭੋਲੇ। ਕੁੱਟੀ। ਬੋਲੇ ਬਈ ਭੁੱਲਾ ਜੀ, ਬਹਿ ਜਾ। ਲੰਬੜਦਾਰ ਸਾਹਿਬ ਆਏ ਹੋਏ ਨੇ, ਨਾਲ ਪਤਵੰਤੇ ਸੱਜਣ ਆਏ ਹੋਏ ਨੇ। ਸਤ श्री अकाल, सत श्री ਬੈਠ ਬੈਠ, अकाल। ਸ਼ਾਬਾਸ਼। ਸਰਦਾਰ ਸਾਹਿਬ, ਹਾਂਜੀ, ਵੈਸੇ ਤਾਂ ਰੱਬ ਦਾ ਦਿੱਤਾ ਸਭ ਕੁਝ ਆ। 4 ਕੁ ਮੁਰਬੇ ਜ਼ਮੀਨ ਆਪਣੇ ਕੋਲ, ਆਪਣੀ ਇੱਕੋ ਇੱਕ ਧੀ ਆ। ਮੈਂ ਚਾਹੁੰਦਾ ਕਿ ਉਹਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਜਾਵੇ। ਕਾਕਾ ਮੈਨੂੰ ਮਿਹਨਤੀ ਲੱਗਾ ਤੇ ਵੈਸੇ ਵੀ ਪਸੰਦ ਆ। ਬਸ ਹੁਣ ਇਹੋ ਆ ਕਿ ਜੇ ਕੋਈ ਤੁਹਾਡੀ ਖਾਸ ਮੰਗ ਹੈ ਤਾਂ ਸਾਨੂੰ ਪਹਿਲਾਂ ਦੱਸ ਦਿਓ, ਕਿਉਂਕਿ ਕਿਸੇ ਗੱਲ ਦਾ ਵੀ ਉਹਲਾ ਨਾ ਬਾਅਦ ਚ ਰਿਸ਼ਤਿਆਂ 'ਚ ਖਟਾਸ ਲੈ ਆਉਂਦਾ। ਨਾ ਨੰਬਰਦਾਰ ਜੀ ਨਾ, ਸਾਡੀ ਇਹੋ ਜੀ ਕੋਈ ਮੰਗ ਨਹੀਂ। ਜਿਹਨੇ ਧੀ ਦੇ ਦਿੱਤੀ ਉਹਨੇ ਕੀ ਰੱਖ ਲਿਆ? ਬਣ ਗਈ ਫਿਰ ਤਾਂ ਗੱਲ ਜੀ, ਫਿਰ ਤਾਂ ਗੱਲ ਬਣੀ ਪਈ ਹੈ ਜੀ। ਲਓ ਹੁਣ ਕਾਹਦਾ ਪੜਦਾ, ਲਿਆਓ ਫਿਰ, ਰੱਖੋ ਰੁਪਈਆ ਕਾਕੇ ਜੀ ਦੇ ਹੱਥ ਤੇ। ਲਿਆ ਲੈ, ਫਿਰ ਗੱਲ ਪੱਕੀ ਕਰ ਦੇ। ਓਏ ਬਾਲਾ ਸ਼ਰਾਰਤੀ ਹੈ ਜੀ। ਅੱਜ ਦੇਖੋ ਫੌਜੀ ਬਣਿਆ ਫਿਰਦਾ, ਕੱਲ ਥਾਣੇਦਾਰ ਬਣਿਆ ਫਿਰਦਾ ਸੀ, ਪਰਸੋਂ ਪਤੰਦਰ ਮੰਗਤਾ ਬੜਿਆ ਫਿਰੇ, ਮੈਥੋਂ ਚਵਾਨੀ ਲੈ ਗਿਆ। ਲਓ ਜੀ, ਨਿਆਣੇ ਤਾਂ ਨਿਆਣੇ ਹੁੰਦੇ ਆ ਜੀ। ਮੁਬਾਰਕਾਂ। ਮੂੰਹ ਮਿੱਠਾ ਤੁਹਾਨੂੰ ਵੀ ਜੀ। ਲਓ ਜੀ, ਕਰੋ ਮੂੰਹ ਮਿੱਠਾ। ਲਓ ਜੀ ਮਾਮਾ ਜੀ, ਸਭ ਤੋਂ ਪਹਿਲਾਂ ਤੁਸੀਂ ਦੋ ਚੱਕ ਲਓ, ਦੋ। ਚੰਗਾ ਸਰਦਾਰ ਸਾਹਿਬ, ਸਾਨੂੰ ਹੁਣ ਛੁੱਟੀ ਦਿਓ। ਚੰਗਾ ਜੀ। ਚੰਗਾ ਜੀ, ਤੇਰੀ ਪੈਣਾ ਜੀ। ਜੀ ਚੰਗਾ ਵਿਸ਼ੇਰਾ। ਸਤਿ श्री ਚੰਗਾ अकाल जी। ਭੋਲਿਆ। सत श्री अकाल। ਚੰਗਾ ਬਹੁਤ ਰੁਪਈਆ ਤਾਂ ਇਹਨਾਂ ਨੇ ਮੁੰਡੇ ਦੀ ਝੋਲੀ ਚ ਪਾਤਾ, ਪਰ ਫਿਰ ਵੀ ਮੈਨੂੰ ਸਾਲਾ ਸ਼ੱਕ ਜਾ ਹੋਈ ਜਾਂਦਾ ਹੈ। ਬਾਲ ਬਾਲ ਬਚ ਗਏ ਫੌਜੀਆ। ਵੀ ਆ ਤਾਂ ਬੰਦੀ 6 ਸੀ। ਜਦੋਂ ਐਡੀ ਬਰਾਤ ਜਾਊਗੀ, ਕਿਹਦਾ ਕਿਹਦਾ ਮੂੰਹ ਬੰਦ ਕਰੋਗੇ? ਕੋਈ ਵੀ ਨਹੀਂ ਦੱਸੂਗਾ ਵੀ ਮੁੰਡਾ ਫੌਜੀ ਹੈ। देख भाई महंगा से ब्याह हो बरात जाऊ
ਕਰਮ ਸਿੰਘ ਫੌਜੀ ਆ ਕਿਸੇ ਨੂੰ ਨਹੀਂ ਦੱਸਦਾ। ਐ ਕਿਵੇਂ ਹੋ ਜੂ? ਐਡੀ ਬਰਾਤ ਹੋਊ, ਇਹ ਗੱਲ ਕਿਵੇਂ ਦਬ ਜੂਗੀ? ਆਪਣੇ ਪਿੰਡ ਵਾਲੇ ਤਾਂ ਹੱਗੀ ਮੂਤੀ ਵੀ ਦੱਸ ਦਿੰਦੇ ਆ। ਸਾਲਾ ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਮੈਂ ਕੋਈ ਸਾਕ ਨਾ ਕਰਾਇਆ ਹੋਵੇ, ਕਿਸੇ ਦੀ ਸਾਮਰਾਟ ਦੱਬੀ ਹੋਈ ਕਿਸੇ ਦੇ ਨੌਕਰਾਤੀ ਹੋਵੇ। ਜੇ ਆਪਾਂ ਬਰਾਤ ਹੀ ਨਾ ਲੈ ਕੇ ਜਾਈਏ? ਹਾਂ ਹਾਂ ਬੋਲੇ ਨਾ, ਖਾਦੀ ਪੀਤੀ ਚ ਕਦੇ ਕਦੇ ਸੈਣੀ ਗੱਲ ਵੀ ਨਿਕਲ ਜਾਂਦੀ ਹੈ। ਬਈ ਗਿਣਵੇਂ ਚਿੜਵੇਂ ਬੰਦੇ ਜਾਓ, ਚੁੰਨੀ ਪਾਓ ਲਿਆਓ ਕਿ ਨਹੀਂ? ਠੀਕ ਹੈ, ਫਿਰ ਮੈਂ ਕਰਦਾ ਲੰਬੜਦਾਰ ਸਾਹਿਬ ਨਾਲ ਗੱਲ। ਪਾਦੇ ਪੱਠੇ। ਹਾਂਜੀ ਹਾਂਜੀ ਪਾਤੇ ਸਰਦਾਰ ਜੀ। ਸਤਿ ਸ੍ਰੀ ਅਕਾਲ ਜੀ ਲੰਬੜਦਾਰ ਸਾਹਿਬ। ਆਪ ਹੀ ਮੈਂ ਗਿਆ ਹੀਰਿਆ। ਹਾਂਜੀ ਉਹ ਖਾਣ ਪੀਣ ਦਾ ਇੰਤਜ਼ਾਮ ਕਰ ਕੁਛ। ਬਹਿ ਜਾ। ਜੀ ਕਰਦਾ। ਲੰਬੜਦਾਰ ਸਾਹਿਬ, ਹਾਂ, ਮੈਂ ਮੁੰਡੇ ਵਾਲਿਆਂ ਵੱਲੋਂ ਇੱਕ ਬੇਨਤੀ ਲੈ ਕੇ ਆਇਆ ਜੀ, ਜੇ ਪ੍ਰਵਾਨ ਕਰੋਗੇ ਤਾਂ। ਜੀ। ਉਹਨਾਂ ਦੀ ਬੇਨਤੀ ਹੈ ਜੀ ਕਿ ਬਰਾਤ ਦੇ ਵਿੱਚ ਪਿੰਡ ਦੇ ਕੁਝ ਪਤਵੰਤੇ ਸੱਜਣ ਲੈ ਕੇ ਆਈਏ ਤੇ ਕੁੜੀ ਨੂੰ ਚੁੰਨੀ ਚੜਾ ਕੇ ਲੈ ਜਾਈਏ। ਮੈਨੂੰ ਉਹਨਾਂ ਦੀ ਗੱਲ ਚੰਗੀ ਲੱਗੀ, ਪਰ ਮੈਂ ਗਿਆ। ਮੇਰੀ ਇੱਕੋ ਇੱਕ ਧੀ ਆ ਤੇ ਰੱਬ ਦਾ ਦਿੱਤਾ ਸਭ ਕੁਝ ਆ। ਮੈਂ ਚਾਹੁੰਦਾ ਵੀ ਉਹਦਾ ਵਿਆਹ ਗੱਜ ਵੱਜ ਕੇ ਕਰਾਂ। ਹਾਂਜੀ। ਤੇ ਨਾਲੇ ਸਕੇ ਸੰਬੰਧੀਆਂ ਦੇ ਆਪਣੇ ਕੋਈ ਚਾਅ ਹੁੰਦੇ ਆ। ਅੱਛਾ। ਬਰਾਤ ਗੱਜ ਵੱਜ ਕੇ ਆਵੇ ਤੇ ਅਸੀਂ ਉਹਨਾਂ ਦੀ ਸੇਵਾ ਵੀ ਗੱਜ ਵੱਜ ਕੇ ਕਰਨੀ ਆ। ਓਏ ਭਰਾਵੋ, ਆ ਤਾਂ ਪੱਥਰ ਤੇ ਲਕੀਰ ਆ। ਬਰਾਤ ਤਾਂ ਜਾਣੀ ਜਾਣੀ ਆ, ਉਹ ਵੀ ਗੱਜ ਵੱਜ ਕੇ। ਉਹ ਮਹਿੰਗਾ ਸਿਆਂ ਤੂੰ ਮਾੜਾ ਮੋਟਾ ਜ਼ੋਰ ਤਾਂ ਲਾ ਸਹੀ ਯਾਰ। ਉਹ ਯਾਰ ਭੋਲਿਆ, ਤੂੰ ਜ਼ੋਰ ਦੀ ਗੱਲ ਕਰ ਦੇਗਾ? ਮੇਰੀਆਂ ਅੰਦਰਾਂ ਇਕੱਠੀਆਂ ਹੋਈਆਂ ਪਈਆਂ ਨੇ। ਨਾਲੇ ਭਾਈ ਸਾਹਿਬ, ਆਟੇ 'ਚ ਨੂਣ ਚੱਲਦਾ ਹੁੰਦਾ, ਨੂਣ 'ਚ ਆਟਾ ਨਹੀਂ ਚੱਲਦਾ ਹੁੰਦਾ। ਸਾਲਾ ਵਿਆਹ ਨਾ ਹੋ ਗਿਆ, ਇਹ ਤਾਂ ਉਹੀ ਹੋ ਗਿਆ ਜਿਹੜਾ ਤੁਹਾਡੇ ਕੀ ਕਹਿੰਦੇ ਹੁੰਦੇ ਨੇ ਫੌਜੀ, ਮਿਸ਼ਨ। ਮੈਂ ਕਿਹਾ ਸਿਆ, ਜੇ ਮਿਸ਼ਨ ਦੀ ਗੱਲ ਕੀਤੀ ਆ ਨਾ, ਤਾਂ ਫਿਰ ਮਿਸ਼ਨ ਤਾਂ ਹੁਣ ਸ਼ੁਰੂ ਹੋਊ। ਓਏ ਤੂੰ ਮੈਨੂੰ ਸਿੱਟੇਂਗਾ ਓਏ ਮੁੰਡਿਆ। ਓਏ ਆਉਣਾ ਖੜ ਜਾ। ਬੇਬੇ, ਹਾਂ ਕਰਮ ਸਿਓ ਕਰਨੀ ਆ ਭਾਈ? ਘਰੇ ਹੀ ਹੈ। ਆ ਚਿੱਠੀ ਆਈ ਹੈ ਭਾਈ ਕਰਮ ਸਿਓ ਦੇ ਨਾਂ ਦੀ। ਅੱਛਾ ਵੇ ਕਰਮਿਆ, ਕਿੱਥੇ ਗਈ? ਹਾਂ ਬੇਬੇ। ਆਈ ਪੁੱਤ, ਕੀ ਹੋਇਆ? ਆ ਚਿੱਠੀ ਲਿਆਇਆ। ਆ ਲੋ ਭਾਈ। ਲਿਆ ਆ ਲੈ। ਚੰਗਾ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਰਮਿਆ, ਕੀ ਲਿਖਿਆ ਇਹਦੇ 'ਚ? ਬਾਪੂ, ਇਹ ਚਿੱਠੀ ਇੱਥੇ ਨਹੀਂ, ਪੂਰੇ ਪਿੰਡ ਸਾਹਮਣੇ ਪੜਨ ਵਾਲੀ ਹੈ। ਬਈ ਪਿੰਡ ਵਾਲਿਓ, ਅੱਜ ਆਪਾਂ ਇੱਥੇ ਇੱਕ ਖਾਸ ਗੱਲ ਲਈ ਇਕੱਠੇ ਹੋਏ ਆ। ਦਰਅਸਲ ਫੌਜ ਵੱਲੋਂ ਇੱਕ ਖਾਸ ਸੁਨੇਹਾ ਆਇਆ ਹੈ। ਮੈਂ ਚਾਹੁੰਦਾ ਕਿ ਉਹ ਸੁਨੇਹਾ ਸਰਪੰਚ ਸਾਹਿਬ ਦੀ ਹਾਜ਼ਰੀ 'ਚ ਸਾਰੇ ਪਿੰਡ ਨੂੰ ਪੜ੍ਹ ਕੇ ਸੁਣਾਇਆ ਜਾਵੇ। ਆ ਭੋਲੇ, ਆ ਪੜ੍ਹ ਕੇ ਸੁਣਾ ਬਈ। ਬਾਈ ਮੈਂ ਬਹੁਤਾ ਪੜ੍ਹਿਆ ਨਹੀਂ ਹੈ, ਪਰ ਇਹਨਾਂ ਕੁ ਤਾਂ ਪੜ੍ਹ ਹੀ ਸਕਦਾ। ਲੈ ਸੁਣੋ ਫਿਰ। ਕਰਮ ਸਿੰਘ ਸੁਪੁੱਤਰ ਗੁਰਦਿਆਲ ਸਿੰਘ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਤੁਹਾਡੀ ਡਿਊਟੀ ਅੱਜ ਤੋਂ ਇੱਕ ਸੀਕ੍ਰੇਟ ਮਿਸ਼ਨ ਤੇ ਲਾਈ ਜਾ ਰਹੀ ਹੈ, ਜਿਹਦੇ ਅਨੁਸਾਰ ਅੱਜ ਤੋਂ ਬਾਅਦ ਤੁਹਾਡੇ ਵੱਲੋਂ ਸਮਾਜਿਕ ਤੌਰ ਤੇ ਕਿਤੇ ਵੀ ਇਹ ਐਲਾਨ ਨਾ ਕੀਤਾ ਜਾਵੇ ਕਿ ਤੁਸੀਂ ਬਤੌਰ ਫੌਜੀ ਮਿਲਟਰੀ 'ਚ ਹੋ। ਬਾਹੁਕਮ ਕਮਾਂਡਰ ਸਾਹਿਬ। ਉਹ ਭੋਲਿਆ ਨਾ, ਤੂੰ ਕੀ ਪਿੰਡ ਵਾਲਿਆਂ ਨੂੰ ਜਾਣਦਾ ਨਹੀਂ? ਇਹਨਾਂ ਦੇ ਢਿੱਡ 'ਚ ਤਾਂ ਊਂ ਹੀ ਨਹੀਂ ਗੱਲ ਪਚਦੀ।
ਓਏ ਹੱਦ ਕਰਤੀ ਤੇ ਤਾਂ ਨਾ ਅਸੀਂ ਕਮਲੇ ਆ ਯਾਰ ਕਿੱਡੀ ਕੁ ਗੱਲ ਐ ਬਸ ਐਂ ਨਹੀਂ ਦੱਸਣਾ ਵੀ ਕਰਮ ਸਿੰਘ ਫੌਜੀ ਐ ਇਹ ਤਾਂ ਸਹਿ ਸੁਭਾਏ ਨਿਕਲ ਹੀ ਜਾਂਦੀ ਐ ਹਾਂ ਨਾਲੇ ਕਰਮ ਸਿੰਘ ਦੀ ਤਾਂ ਸਾਰੇ ਪਿੰਡ ਚੱਲ ਪਈ ਹੋਈ ਐ ਓਏ ਜਦੋਂ ਦੋਵੇਂ ਹੱਥ ਜੋੜ ਕੇ ਮੌਰਾਂ 'ਚ ਪੈਂਦੀਆਂ ਨਾ ਡਾਂਗ ਆ ਆਲੋ ਤਾਂ ਸਾਰੇ ਭੁੱਲ ਜਾਂਦੇ ਨੇ ਉਹ ਬੱਲਿਓ ਤੁਹਾਡੇ ਓਏ ਹੁਣ ਤਾਂ ਫੌਜੀ ਨੂੰ ਫੌਜੀ ਕਹਿਣਾ ਵੀ ਗੁਨਾਹ ਹੋ ਗਿਆ ਕਿਉਂ ਮੰਗਲ ਸਿੰਘ ਉਹ ਸਰਕਾਰੀ ਹੁਕਮ ਆ ਇਹ ਸਾਰੇ ਪਿੰਡ ਨੂੰ ਮੰਨਣਾ ਪੈਣਾ ਨਾ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਸਾਰਿਆਂ ਕਰਕੇ ਸਾਡੇ ਕਰਮ ਸਿੰਘ ਦੀ ਸਰਕਾਰੀ ਨੌਕਰੀ ਖੁੱਸੀ ਹੈ ਉਹ ਭਾਈ ਐ ਤੇ ਕੋਈ ਨਹੀਂ ਚਾਹੁੰਦਾ ਪਰ ਹੁਣ ਕੀਤਾ ਕੀ ਜਾਵੇ ਸਹਿ ਸੁਭਾਏ ਮੂੰਹੋਂ ਫੌਜੀ ਨਿਕਲ ਜਾਂਦਾ ਓਏ ਜੇ ਕੰਨਾ ਹੇਠ ਪੈਂਦੀ ਹੋਵੇ ਨਾ ਫੇਰ ਨਹੀਂ ਨਿਕਲਦਾ ਮਾਰ ਡੇ ਫੇਰ ਨਹੀਂ ਨਿਕਲਦਾ ਲਓ ਭਾਈ ਹੋ ਗਿਆ ਫੈਸਲਾ ਅੱਜ ਤੋਂ ਜਿਹਨੇ ਫੌਜੀ ਕਿਹਾ ਉਹਦੀ ਹੋਊਗੀ ਛਿੱਤਰ ਪਰੇਡ ਆਪਣੀ ਆਪਣੀ ਇੱਜ਼ਤ ਸਭ ਦੇ ਆਪਣੇ ਹੱਥ 'ਚ ਹੈ ਹਾਂ ਠੀਕ ਹੈ ਸਰਪੰਚ ਸਾਹਿਬ ਕਿ ਸਮਝ ਗਏ ਕਿ ਇੱਕ ਵਾਰੀ ਹੋਰ ਪੜ ਕੇ ਸੁਣਾਵਾਂ ਨਹੀਂ ਆਓ ਜੀ ਚੱਲ ਵੇ ਢੋਲੀ ਤੂੰ ਵੀ ਜਾ ਚਲੋ ਲੈ ਮਿੱਤਰੋ ਹਾਂ ਬਣ ਜੂ ਗੱਲ ਆਪਣੀ ਕੰਮ ਤਾਂ ਬਣ ਗਿਆ ਬਣ ਗਿਆ ਹੁਣ ਮੈਨੂੰ ਲੱਗਦਾ ਨਹੀਂ ਕੋਈ ਬੋਲੇਗਾ ਮੰਨਿਆ ਆਪਣੇ ਢਿੱਡ ਮੋਟੇ ਨੇ ਦਿਮਾਗ ਤਾਂ ਨਹੀਂ ਮੋਟੇ ਯਾਰ ਗੇਜੇ ਨੇ ਦੇਖ ਕੇ ਜੀ ਗੱਲ ਕਰਤੀ ਹੈ ਆ ਕਿ ਇਹਨਾਂ ਦੀ ਗੱਲ ਹੀ ਨਹੀਂ ਪਚਦੀ ਉਹ ਮੰਗਲ ਭਾਈ ਹਾਂ ਉਹ ਮੈਨੂੰ ਇੱਕ ਗੱਲ ਦੱਸ ਵੀ ਆਪਾਂ ਬਾਹਰਲੇ ਬੰਦੇ ਨੂੰ ਦੱਸਣਾ ਜੇ ਆਪਸ ਵਿੱਚ ਵੀ ਗੱਲ ਕਰਨੀ ਕੀ ਓਏ ਆਹੀ ਕਿ ਕਰਮ ਸਿੰਘ ਫੌਜੀ ਹੈ ਕੀ ਕਿਹਾ ਕੁਛ ਵੀ ਹੋ ਜੇ ਪਿੰਡ ਵਿੱਚ ਫੌਜੀ ਤਾਂ ਆਪਾਂ ਕਹਿਣਾ ਹੀ ਨਹੀਂ ਉਹ ਤੂੰ ਮੇਰੇ ਕਿਉਂ ਮਾਰਿਆ ਹੁਣ ਨਾ ਹੁਣ ਤੂੰ ਆਪੇ ਸੋਚ ਕੀ ਕਿਹਾ ਸੀ ਹੁਣੇ ਓ ਫੇਰ ਤਾਂ ਬਾਈ ਮੇਰਾ ਬਣਦਾ ਸੀ ਆਏ ਆਪਾਂ ਨੌਕਰੀ ਥੋੜੀ ਖੁੰਝਣ ਦੇਣੀ ਆ ਕਰਮ ਸਿੰਘ ਫੌਜੀ ਦੀ ਚਲੋ ਚਲੋਗਾ ਕਮਾਲ ਕਰੀ ਜਾਂਦੇ ਯਾਰ मैंने क्यों मारा यार मैं की क्या ਓਏ ਖਸਮਾ ਇਹ ਵੀ ਉਹੀ ਹੈ अच्छा ਸੱਚੀ ਕਾ ਫੌਜੀ ਤਾਂ ਫੌਜੀ ਤੇ ਮੈਂ ਕਦੋਂ ਉਹ ਤੁਹਾਨੂੰ ਫੌਜੀ ਤੇ ਕਰੋ ਵਿਆਹ ਦਾ ਸਤਾਇਆ ਉਹ ਬਾਈ ਫੌਜੀ ਤੇ ਤੈਨੂੰ ਤਾਂ ਪਤਾ ਹੀ ਹੈ ਪਿੰਡ 'ਚ ਸੀਕ੍ਰੇਟ ਮਿਸ਼ਨ ਚੱਲ ਰਿਹਾ ਹੈ ਨਾ ਉਹ ਸੀਕ੍ਰੇਟ ਨਹੀਂ ਸੀਕ੍ਰੇਟ ਮਿਸ਼ਨ ਆ ਸੀਕ੍ਰੇਟ ਕੀ ਹਾਲ ਹੈ ਫੌਜੀਆ ਕਿਉਂ ਬੁਰੀ ਪਈ ਹੈ ਭਾਈ ਤੇਰੇ ਇਸ਼ਕ ਨੇ ਤਾਂ ਸਾਰੇ ਪਿੰਡ ਨੂੰ ਚੱਕਰਾਂ 'ਚ ਪਾਤਾ ਦੇਖ ਲੈ ਸਾਰਾ ਪਿੰਡ ਗੱਲਾਂ ਤੇ ਹੱਥ ਰੱਖ ਕੇ ਤੁਰਨ ਲੱਗ ਗਿਆ ਹੁਣ ਕੋਈ ਡਰਦਾ ਐ ਨਹੀਂ ਕਹਿੰਦਾ ਵੀ ਕਰਮ ਸਿੰਘ ਕਿਉਂ ਅੱਗੇ ਨਹੀਂ ਬੋਲਦਾ ਕਿਉਂ ਮੈਂ ਬੂਥਾ ਬਣਵਾਉਣਾ ਚੰਨਕੁਰੇ ਮੈਂ ਵਿਆਹ ਵਾਲਾ ਮਸਲਾ ਤਾਂ ਹੱਲ ਕਰ ਲਿਆ ਬਸ ਹੁਣ ਤਾਂ ਫਿਰ ਬਰਾਤ ਆਣੀ ਬਾਕੀ ਹੈ ਪਰ ਫਿਰ ਤੁਸੀਂ ਮੇਰੀ ਸਹੇਲੀ ਨੂੰ ਮੈਂ ਤੋਂ ਦੂਰ ਲੈ ਜਾਓਗੇ ਤੁਸੀਂ ਨਾਲ ਹੀ ਚੱਲੋ ਜੀ ਜੇ ਇੰਨਾ ਤੁਹਾਨੂੰ ਬੋਲੇ ਕੀ ਲੈ ਮੈਂ ਤਾਂ ਉਹੀ ਪੁੱਛਦਾ ਸੀ ਬਾਕੀ ਸਭ ਤਾਂ ਸਹੀ ਹੈ ਪਰ ਉਹ ਬਰਾਤੀਆਂ ਦਾ ਧਿਆਨ ਰੱਖਣਾ ਪੈਣਾ ਤੂੰ ਬਰਾਤੀਆਂ ਦੀ ਚਿੰਤਾ ਨਾ ਕਰ ਮੈਂ ਸਾਰਾ ਪਿੰਡ ਸੀਕ੍ਰੇਟ ਮਿਸ਼ਨ ਤੇ ਲਾਤਾ ਉਹ ਹਾਂਜੀ ਭਾਵੇਂ ਪੂਰਾ ਪਿੰਡ ਥਪੜੋ ਥਪੜੀ ਹੋਇਆ ਪਿਆ ਪਰ ਸਾਰਿਆਂ ਨੂੰ ਵਿਆਹ ਦਾ ਚਾਹੀ ਵਾਲਾ ਅੱਛਾ ਸਿਖਲਾਈਆਂ ਪੂਰੀਆਂ ਦਿੱਤੀਆਂ ਜਾ ਰਹੀਆਂ ਫਿਰ ਬਰਾਤੀਆਂ ਨੂੰ ਐਨਾ ਕੁਝ ਕਿਵੇਂ ਕਰ ਲੈਂਦੇ ਹੋ ਤੁਸੀਂ ਇਹ ਤਾਂ ਸਾਰੀਆਂ ਪਿਆਰ ਦੀਆਂ ਖੇਡਾਂ ਨੇ ਜੀ ਕੋਈ ਸਮਝੇ ਤੁਸੀਂ ਮੈਨੂੰ ਇੱਕ ਗੱਲ ਦਾ ਯਕੀਨ ਤਾਂ ਦਿਵਾ ਦਿੱਤਾ ਕਿ ਫੌਜੀ ਪਿਆਰ ਵੀ ਦਿਲੋਂ ਕਰਦੇ ਨੇ ਤੇ ਨਿਭਾਉਂਦੇ ਵੀ ਦਿਲੋਂ ਹੈ ਵੰਗਾਂ ਪਾਈਆਂ ਵੰਗਾਂ ਵੀਣੀ ਵਿੱਚ ਕੱਚ ਦੀਆਂ ਵੰਗਾਂ ਵੰਗਾਂ ਪਾਈਆਂ ਵੰਗਾਂ ਵੀਣੀ ਵਿੱਚ ਕੱਚ ਦੀਆਂ ਵੰਗਾਂ ਉਹ ਅੱਜ
ਅੱਜ ਤੋਂ ਮੈਂ ਤੇਰੀ ਹੋ ਗਈ, ਅੱਜ ਤੋਂ ਮੈਂ ਤੇਰੀ ਹੋ ਗਈ, ਹੁਣ ਕਾਦੀਆਂ ਤੇਰੇ ਤੋਂ ਸੰਗਾ ਵੰਗਾ ਪਾਈਆਂ ਵੰਗਾ ਵੀਣੀ ਵਿੱਚ ਕੱਚ ਦੀਆਂ ਵੰਗਾ। चल आ चलिए। ਉਹ ਆਪ ਹੀ ਬੋਲ ਪਿਆ। ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਪਿਆਰੀ ਧੀ ਚੰਨ ਕੌਰ ਸਪੁੱਤਰੀ ਸਰਦਾਰ ਅਰਜੁਨ ਸਿੰਘ ਨੰਬਰਦਾਰ ਦੀ ਸਾਹਿਬ ਵਿਆਹ ਦੀ ਰਸਮ 16 ਮੱਘਰ ਦਿਨ ਸ਼ੁੱਕਰਵਾਰ ਨੂੰ ਸਰਦਾਰ ਕਰਮ ਸਿੰਘ ਸਪੁੱਤਰ ਸਰਦਾਰ ਗੁਰਦਿਆਲ ਸਿੰਘ ਪਿੰਡ ਦਾਤੇਵਾਲ ਨੂੰ ਪਰਿਵਾਰ ਅਤੇ ਸਮੂਹ ਸਾਕ ਸੰਬੰਧੀ ਸਮੇਤ ਪੰਚਾਇਤ ਪਹੁੰਚਣ ਲਈ ਬੇਨਤੀ ਹੈ। ਲਓ ਜੀ ਚਾਚਾ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੈਨੂੰ ਵੀ ਮੁਬਾਰਕਾਂ ਚਾਚੀ, ਤੈਨੂੰ ਵੀ ਮੁਬਾਰਕਾਂ ਬਹੁਤ ਬਹੁਤ। ਤੁਹਾਨੂੰ ਸਾਰਿਆਂ ਨੂੰ ਵਧਾਈਆਂ। ਵਧਾਈਆਂ ਮੁੰਡਿਆ। ਨਾ ਇਹਦੀਆਂ ਕਾਦੀਆਂ ਵਧਾਈਆਂ, ਇਹਦੀ ਤਾਂ ਛਾਪ ਪੱਕੀ ਹੋ ਗਈ। ਕੀ ਹੋ ਗਈ? ਛਾਪ ਕੜੇ ਦੀ ਗੱਲ ਹੋਈ ਆ। ਉਹ ਮਹਿੰਗਿਆ ਤੂੰ ਬੜਾ ਛੱਡ, ਜੰਜੀਰੀ ਕਰਵਾ ਦੇਵਾਂਗੇ ਤੈਨੂੰ। ਹੁਣ ਬੜੀਆਂ ਗੱਲ, ਹੁਣ ਬੜੀਆਂ। ਲਿਓ ਫਿਰ ਕਰਾਓ ਲਿਆ ਕੁਛ ਖਾਣ ਖੂਣ ਨੂੰ। ਹੁਣ ਮਿੱਠਾ ਕਰੋ, ਅੱਜ ਤਾਂ ਕੌੜਾ ਵੀ ਕਰਾਂਗੇ, ਹੁਣ ਮਿੱਠਾ ਵੀ ਕਰਾਂਗੇ। ਟੈਕਟੋ ਕਰਾਵਾਂਗੇ ਕੌੜਾ। ਸਤਿ ਸ਼੍ਰੀ ਅਕਾਲ ਤਾਇਆ ਜੀ, ਪਹਿਲਾਂ ਦੱਸੋ ਮੈਂ ਕਿਵੇਂ ਦੀ ਲੱਗ ਰਹੀ ਹਾਂ? ਬਹੁਤ ਸੋਹਣੇ ਲੱਗ ਰਹੇ ਪੁੱਤ, ਤੂੰ ਅੰਦਰ ਜਾ, ਤੇਰਾ ਇੰਤਜ਼ਾਰ ਹੋ ਰਿਹਾ। ਹਾਂ ਜੀ ਹਾਂ ਜੀ। ਉਹ ਧੀਰਿਆ, ਉਹ ਜਾ ਕਨਾਤਾਂ ਨੂੰ ਫਸ ਕੇ ਲਿਆ। ਵਾਏ ਜੀ ਸਤਿ ਸ਼੍ਰੀ ਅਕਾਲ ਤਾਈ ਜੀ। ਜਾ ਵੇ ਜਿੱਤਿਆ, ਕਿੰਨੇ ਸੋਹਣੇ ਆਪਣੇ ਮਾਮੇ ਨੂੰ ਲੱਭ ਕੇ ਲਿਆ। ਹਾਂ ਬਹੁਤ ਪਿਆਰਾ ਹੈ। ਓਏ ਖਿੱਚ ਕੇ ਕੰਮ ਨੂੰ ਛੇਤੀ ਕਰ ਲੋ। ਓ ਚਾਚਾ ਖੋਆ ਮਾਰੋ, ਖੱਚ ਨਾ ਮਾਰੋ। ਓ ਤੁਸੀਂ ਕੀ ਗਿੱਲਾ ਪੀਣ ਪਾਈ ਬੈਠੇ ਹੋ? ਛੇਤੀ ਬੰਦੋ ਕਨਾਤਾ। ਓਏ ਲਾਟੂ, ਤੇਰੀਆਂ ਲੈਟਾਂ ਕਦੋਂ ਜਗਣਗੀਆਂ? ਹਜੇ ਤਾਂ ਲਾਟੂ ਹੀ ਲਾਈ ਜਾਂਦੇ ਆ। ਉਹ ਕਿਵੇਂ ਆ ਬਈ ਸੁਖਦੇਵ ਸਿਆ? ਓ ਮਾਮਾ, ਓ ਬੱਲੇ ਵੀ ਸੁਖਦੇਵ ਸਿਆ, ਕੀ ਹਾਲ ਆ? ਸਤਿ ਸ੍ਰੀ ਅਕਾਲ ਬਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜਵਾਨਾ। ਹੋਰ ਫਿਰ ਰੱਖ ਲਿਆ ਫੌਜੀ ਦਾ ਵਿਆਹ? ਵੀਰੇ ਮੈਂ ਤਾਂ ਕੁਝ ਕਿਹਾ ਹੀ ਨਹੀਂ। ਇਹ ਤਾਂ ਮਾਮਾ ਤੇਰਾ ਮਾਣ ਰੱਖ ਲਿਆ, ਆਹ ਗੱਲ ਤਾਂ ਕਰਨੀ ਹੀ ਨਹੀਂ। ਹਾਂ ਉਹ ਨਾ ਭਾਣਜੇ ਨਾ,
ਉਹ ਨਾਲੇ ਪਤਾ ਤਾਂ ਹੈ ਸੀਕ੍ਰੀਟ ਮਿਸ਼ਨ ਚੱਲਦਾ ਯਾਰ, ਫਿਰ ਵੀ ਕਰੀ ਜਾਂਦੇ ਹੋਗੇ। ਚਲੋ ਉਹ ਖੜੇ ਕਾਤਿਓ, ਜਾ ਕੇ ਚਾਹ ਪਾਣੀ ਪੀਓ, ਲੱਡੂ ਖਾਓ। ਓ ਚਲੋ 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 ਚਲੋ। ਉਹ ਲੈ, ਉਹ ਮੁੰਡੇ ਦਾ ਮਾਮਾ ਆ ਗਿਆ। ਉਹ ਮਾਮੇ ਦਾ ਸਵਾਗਤ ਕਰੋ ਬਈ। ਉਹ ਸਤਿ ਸ੍ਰੀ ਅਕਾਲ। ਤੇਰੇ ਬਿਨਾਂ ਤੇ ਵਿਆਹ ਦੀ ਰੌਣਕ ਹੀ ਨਹੀਂ। ਬਹੁਤ ਵਧਾਈਆਂ। ਸਾਨੂੰ ਵੀ ਨਿਕਰਾ ਫਿਰਦਾ ਇੱਥੇ। ਜੀਜਾ ਜੀ ਨਹੀਂ ਰੀਸਾਂ ਬਈ, ਬੜੀਆਂ ਸ਼ੇਰਾਂ ਲਾਈਆਂ। ਮੱਥਾ ਟੇਕ ਵਧਾਈਆਂ, ਮੱਥਾ ਟੇਕ। ਆ ਲਓ ਵਾਹ ਜੀ ਚਾਹ ਪਾਓ ਬਈ, ਚਾਹ ਵਾਹ। ਜਲਦੀ ਰਹਤੀ ਹੈ ਵਧਾਈਆਂ। ਝਗੜਾ ਦਾ ਦੇਣਾ ਭਾਈ, ਸੁਖਣਾ ਰੌਣਕਾਂ ਚੱਕ ਦੀ ਚਾਹ। ਚਲੋ ਆ ਲੈ ਜਾਓ, ਕਰ ਲੈ ਜੀਜਾ ਤੂੰ ਵੀ ਬੈਠਾ। ਮੈਂ ਕਹਿੰਦਾ ਲੱਡੂ ਦੇ ਵੱਟ ਕੱਢ ਦੇ, ਅਗਲੀ ਸਿਆਹੀ ਵੀ। ਸੱਚੀ ਤੁਹਾਡਾ ਵਿਆਹ ਕਦੋਂ? ਲੈ ਉਹਨੂੰ ਕਦੋਂ? ਇੰਨੇ ਸਵਾਲ ਪੁੱਛੇਂਗਾ। ਤੂੰ ਲੱਡੂ ਲੈਣੇ ਆ? ਆਹੋ। ਹੈਂ? ਓਏ ਆ ਜਾ, ਮੈਂ ਕਿਹਾ ਤੂੰ ਲੱਡੂ ਵੱਟਦੇ। ਆ ਬਈ ਕਿਵੇਂ ਆ ਫਿਰ ਭਰਾ ਦੀ ਤੋਪਾ ਤੇਰਾ ਵੀ? ਆਹੋ 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 ਆਹੋ। ਓ ਕਿਵੇਂ ਬਾਪੂ? ਠੀਕ ਹੈ ਸਭ ਕੁਛ? ਪੂਰਾ ਲੈ ਫੜਾ ਓਏ। ਉਹ ਆਇਆ ਕਿ ਕਰਿਆ ਮਾ ਉਹਦਾ ਮੂੰਹ ਮਿੱਠਾ। ਹਾਂ ਲੈ ਵੀ ਵਧਾਈਆਂ ਮੁੰਡਿਆ, ਵਧਾਈਆਂ ਵਧਾਈਆਂ। ਆ ਲੈ ਮੂੰਹ ਖੋਲ। ਉਹ ਮੂੰਹ ਖੋਲ ਲੈ, ਮੂੰਹ ਲੈ, ਦੰਦੀ ਨਾ ਵੱਢ ਲਈ। ਅੱਧ ਲੈ ਬੇਬੇ ਫੜ, ਤੂੰ ਵੀ ਕਰ ਲੈ ਸ਼ਗਨ। ਤੁਸੀਂ ਐ ਉਦਾਸ ਜੇ ਖੜੇ ਹੋ? ਹਰਨਾਮ ਕੁਰੇ, ਅਜੇ ਕੱਲ ਦੀ ਗੱਲ ਆ। ਨਿੱਕੀ ਜੀ ਹੁੰਦੀ ਸੀ, ਸਾਰਾ ਦਿਨ ਮੋਟਿਆਂ ਦੀ ਚੁੱਕੀ ਫਿਰਦਾ ਸੀ, ਤੇ ਅੱਜ ਜੇ ਹੁਣ ਪਿਓਤੀ ਦਾ ਇਹ ਹਾਲ ਹੈ ਤਾਂ ਡੋਲੀ ਵੇਲੇ ਕੀ ਬਣੂਗਾ? ਕਿਉਂ? ਕੀ ਹੋਇਆ? ਕੁਛ ਵੀ ਤਾਂ ਨਹੀਂ। ਚਾਹ ਚੜਿਆ ਤੈਨੂੰ ਯਾਰ, ਕਮਾਲ ਕਰ ਦੇਂਗਾ। ਮੇਰੇ ਤੋਤੇ ਉੱਡੇ ਪਏ ਨੇ ਕੱਲ ਬਾਰੇ ਸੋਚ ਕੇ, ਤੂੰ ਨਾਗਣ ਬਣਦਾ ਫਿਰਦਾਗਾ ਯਾਰ। ਹਾਥੀ ਨਿਕਲ ਗਿਆ। ਪੂਛ ਰਲੀ ਪੂਛ। ਓਏ ਓਏ ਹਲੇ ਤਾਂ ਪੂਛ ਹੀ ਲੰਘੇਗੀ, ਹੱਥ ਤਾਂ ਹਲੇ ਬਾਕੀ ਪਿਆ ਯਾਰ, ਸਮਝ ਲਿਆ ਕਰ। ਜਵਾਨ ਕभी नहीं घबराते। ਓਏ और भाई फज ਦੁਰ ਫਟੇ ਮੈਂ ਕਿਹਾ ਮੂੰਹ ਬੰਦ ਰੱਖੀ ਯਾਰ। ਓਏ ਤੂੰ ਮੇਰੀ ਗੱਲ ਸੁਣ, ਇੱਕ ਤਾਂ ਗਿਆਨੀ ਜੀ ਨੂੰ ਲੈ ਲਈ ਨਾਲ, ਕਹਿੰਦਾ ਨੂੰ ਲੈ ਲਈ ਸਰਪੰਚ ਸਾਹਿਬ ਨੂੰ। ਉੱਥੇ ਚਿੱਟੀ ਗੱਡੀ 'ਚ ਬੈਠੋ ਜਾ ਕੇ, ਆਏ ਨੂੰ ਵੀ ਲੈ ਲਓ ਨਾਲ। ਉਹ ਕਿਉਂ ਵਿੱਚ ਕੋਲਾ ਬਿਠਾ ਲਓ। ਕਰੀ ਜਾਂਦੇ ਹੋ ਬਈ? ਹੈ ਆ ਉਹ ਤਿਆਰੀ ਹੋਈ ਨਹੀਂ ਹਲੇ। ਉਹ ਛੱਡ ਵੀ ਦਿਓ ਹੁਣ ਮੁੰਡੇ ਨੂੰ, ਇੱਥੇ ਦੁਬਾਰਾ ਕਰ ਦੇਣਾ। ਉਹ ਮੈਂ ਕਿਹਾ ਤੂੰ ਬਿਠਾ ਜਾ ਕੇ ਬਰਾਤੀਆਂ ਨੂੰ ਗੱਡੀਆਂ 'ਚ। ਚਲੋ ਬੈਠੋ ਬੈਠੋ ਬੈਠੋ, ਸ਼ਾਬਾਸ਼ ਸ਼ਾਬਾਸ਼। ਉਹ ਭੋਲੇ ਬਰਾਤ ਨੂੰ ਸਮਝਾਤਾ ਸੀ ਨਾ ਬਈ ਉਹ ਮਿਸ਼ਨ ਬਾਰੇ? ਹਾਂ ਨਹੀਂ ਨਹੀਂ, ਉਹਦੀ ਬਿਲਕੁਲ ਵੀ ਚਿੰਤਾ ਨਾ ਕਰੋ, ਇੱਟ ਭਰ ਕੇ ਪੱਕੇ ਕੀਤੇ ਮੈਂ। ਸੱਚੇ ਬਾਦਸ਼ਾਹ, ਕਿਸੇ ਦੇ ਮੂੰਹ ਚੋਂ ਵੀ ਫੌਜੀ ਨਾ ਨਿਕਲੇ। ਮੈਂ ਠੀਕ ਲੱਗ ਰਿਹਾ? ਓਏ ਆਹੋ, ਬਥੇਰਾ ਸੋਹਣਾ ਲੱਗਦਾ। ਮੂੰਹ ਬੰਦ ਰੱਖੀ ਹੁਣ, ਆ ਜਾ। ਓਏ ਆ ਜਾ ਹੁਣ, ਚਲੋ ਯਾਰ। ਬੋਲੇ ਤੇ ਤੂੰ ਮੂੰਹ ਬੰਦ ਨਹੀਂ ਰੱਖੁੰਦਾ, ਇੱਥੇ ਭੌਂਕਣ ਲੱਗ ਗਿਆ ਸੀ।
ਇਹ ਤਾਂ ਮੈਂ ਰੋਕਤਾ, ਵਕਤ ਸੀ ਇਹਨੇ ਤਾਂ। ਗੱਲ ਸੁਣ ਲਓ ਮੇਰੀ। ਹਾਂ, ਸਾਰੀ ਬਰਾਤ ਨੂੰ ਤੁਸੀਂ ਸਾਂਭਣਾ। ਠੀਕ ਹੈ। ਨਾਲੇ ਇੱਕ ਗੱਲ ਹੋਰ, ਦਾਰੂ ਜਮਾ ਨਹੀਂ ਪੀਣੀ ਹੈਗੀ। ਕਿਉਂ? ਸਮਝ ਗਏ? ਤੁਸੀਂ ਸਾਲਿਓ ਮੇਨ ਬੰਦੇ ਹੋ। ਆਪਾਂ ਮੇਨ ਬੰਦੇ? ਅੱਛਾ ਮੇਨ। ਆਹੋ। ਹਾਂ ਚਲ ਆ ਜਾਓ ਹੁਣ। ਬੈਠ ਬਹਿ ਜਾਓ। ਅੱਛਾ ਸੁਣ, ਲਿਮਿਟ ਤੇ ਪੀਸ ਆ ਗਏ ਨਾ ਥੋੜੀ ਬਹੁਤ, ਮਤਲਬ 2 ਪੈਸੇ ਡਾਕਟਰ। चलो फिर कराइए मिलनी। आ जाओ बापू जी। हाल इधर पा। और देखी बापू चक्कर ले की बोतल ना लेगा। नाका लगे है। चला जा। ਅਸੀਂ ਤਾਂ ਪੂਰੇ 11 ਰੁਪਏ ਲੈਣੇ ਆ ਜੀਜਾ ਜੀ। नहीं मैं तो कहता जी 5 रुपए च गल मुका दो। मेरा मतलब बेनती है। ਤੁਰ ਕਰਦਾ ਕੀ ਆ ਪੁੱਤਲ ਜਿਆ। ਆ ਲਓ ਜੀ ਤੁਸੀਂ 11 ਆਏ ਲਓ। ਹਾਏ ਆ ਲਓ। ਨੀ ਬਸ ਕਰ ਕੁੜੇ ਬਹੁਤ ਆ। ਅਸੀਂ ਤਾਂ 21 ਮੰਗਣੇ ਸੀ। ਇਹਦੀ ਸ਼ਕਲ ਦੇਖ ਕੇ ਪਹਿਲੇ ਹੀ ਕਰ ਮੰਗੇ ਅਸੀਂ। ਚੱਲ ਪੈਣੇ ਕੋਈ ਨਹੀਂ। ਬੋਲੇ ਇੱਥੇ ਤੱਕ ਤਾਂ ਆ ਗਏ, ਬਸ ਇੱਕ ਵਾਰੀ ਆਨੰਦ ਹੋ ਜਾਣ, ਫਿਰ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ। ਆ ਜਿਹੜਾ ਲੌਂਗ ਲਾਣਾ ਲਈ ਫਿਰਦੇ ਆ ਨਾ ਆਪਾਂ ਨਾਲ, ਇਹਨਾਂ ਨੂੰ ਕਾਬੂ 'ਚ ਰੱਖਿਓ ਕੱਲ੍ਹ ਨੂੰ। ਕੋਈ ਨਾ, ਜੇ ਕੋਈ ਖਾਦੀ ਪੀਤੀ 'ਚ ਬੋਲ ਗਿਆ ਨਾ ਤਾਂ ਆਪਣਾ ਸਾਰਾ ਕੰਮ ਖਰਾਬ ਕਰ ਦੂ। ਘਬਰਾ ਨਾ, ਘਬਰਾ ਨਾ। ਲੈ ਬਾਪੂ ਪੈ ਜਾ, ਹੈ ਠੰਡ ਬਹੁਤ ਆ ਗਈ। ਜੇ ਰਾਤ ਨੂੰ ਕੁਝ ਚਾਹੀਦਾ ਹੋਇਆ ਆਵਾਜ਼ ਮਾਰਦੀ, ਮੈਂ ਉਹਦੀ ਆ ਜੀ। ਸਾਰੇ ਕਸ ਤੇ ਕਾਬੂ ਆ ਤੇਰਾ ਨਾ। काबू ही है, सब ठीक है। हाँ। बस इस गल का ध्यान रखी कि कोई दारू पी के ना बोल ना देवे। मैं पी नहीं आज। चल फिर तो वधिया। ਚੰਗਾ ਭਰਾਵੋ ਜੀ। ਤੁਸੀਂ ਬਹੁਤ ਸੇਵਾ ਕੀਤੀ ਬਰਾਤ ਦੀ। ਤੜਕੇ ਦੇ ਲੱਗੇ ਹੋਏ ਆ ਯਾਰ, ਥੱਕ ਗਏ ਹੋਵੋਗੇ। ਹਾਂਜੀ ਆਰਾਮ ਕਰੋ ਚੱਲ ਕੇ। ਠੀਕ ਹੈ ਜੀ, ਮਿਹਰਬਾਨੀ। ਚੰਗਾ ਜੀ, ਚੰਗਾ ਜੀ, ਬਹੁਤ ਉਹ ਮਿਹਰਬਾਨੀ। ਮੈਂ ਗਿਆ ਉਹ ਦਾਰੂ ਬਹੁਤ ਵਧੀਆ ਯਾਰ। सारा ठीक ही लगा। ਪੈ ਜਾ ਹੁਣ, ਬਥੇਰੀ ਪੀ ਲਈ। महंगे ने काम संभाया हुआ अपना वैसे। ਇੱਕ ਇੱਕ ਲਾ ਕੇ ਆਪਦਾ ਨਿਕਲੋ। जो भी है काम ठीक हाल आ गया। हाँ मैं क्या काबू है सारा कुछ, ਸਭ ਕੁਝ ਲੋਟ ਆ, ਘਬਰਾਉਣ ਦੀ ਲੋੜ ਨਹੀਂ। सुखा ते बापू किथे? ਸੁੱਖਾ ਬਾਪੂ ਤੇ ਇਹਦੇ ਵਾਲਾ ਸਰਬਾਲਾ ਤੇ ਚਾਚੇ ਹੋਰੀ ਉੱਪਰ ਪਾਤੇ ਚਵਾਰੇ 'ਚ। हाँ चल वधिया किया। हाँ ठीक है। बोलिया हाँ मेरा तो यार चन करों देखने ਨੂੰ ਜੀਜਾ ਕਰੀ ਜਾਂਦਾ। ਜਾਂ ਮਾਰਿਆ ਗਿਆ ਤੂੰ ਕਿਹੜਾ ਪਹਿਲੀ ਵਾਰੀ ਆਇਆ। ਉਹ ਰਹਿਣ ਦੋ ਭਰਾਵੋ, ਨਵਾਂ ਸਿਆਪਾ ਨਾ ਛੇੜ ਦਿਓ। ਨਹੀਂ, ਜਾਨ ਪਹਿਲੀ ਸੂਲੀ ਤੇ ਟੰਗੀ ਹੋਈ ਹਾਂ ਹੈ ਹਾਂ ਨਹੀਂ ਕਮਾਲ ਕਰ ਦਿਓ ਯਾਰ। ਓਏ ਕਿਹੜਾ ਓਏ ਕਿਹੜਾ? ਕੋਈ ਨਹੀਂ ਮਹਿੰਗਾ, ਕੋਈ ਨਹੀਂ। ਸੱਤਾਂ ਦਾਰੂ ਬਾਲੀ ਪੀ ਲਈ, ਹੁਣ ਖਿੰਡ ਗਿਆ, ਹੋਰ ਦਾਰੂ ਮੰਗਦਾ। ਇਹਨੂੰ ਕਹਿ ਦਾਰੂ ਮੁੱਕ ਗਈ ਹੈ। ਨਾ ਕਵੇ ਮੁੱਕ ਗਈ ਦਾਰੂ। ਭਾਈ ਕਰਮ ਸਿੰਘ ਫੌਜੀ ਦੇ ਵਿਆਹ ਆਇਆ, ਕਰਮ ਸਿੰਘ ਫੌਜੀ ਦੇ। ਭੁੱਲ ਜਾਂਦੇ
ਕਰੋ ਹੁਣ पागल हो गई है तू फिर कहेगा की नहीं कहेगा नाम नहीं लेना हाँ चल पै जाओ कुछ नहीं हैगा उधर आ जा ਕਰਮ ਸਿਆ ਐ ਕਰ ਜਵਾਨਾ ਨਹਾ ਲੈ ਛੇਤੀ ਛੇਤੀ ਚੰਗਾ ਚੰਗਾ ਚਾਚਾ ਨਹੀਂ ਆਪਣੀ ਚੰਨੀ ਦਾ ਭਰਾਉਣਾ ਨਹੀਂ ਲੱਗਦਾ ਹਾਂ ਮਾਸੀ ਉਹੀ ਆ ਕਿਵੇਂ ਸਵੇਰੇ ਸਵੇਰੇ ਜੀਆਂ ਲੱਤਾਂ ਬਾਹਾਂ ਜੀਆਂ ਮਾਰ ਜਾਂਦਾ ਮੈਨੂੰ ਤਾਂ ਇਹਦੇ ਲੱਛਣ ਫੌਜੀਆਂ ਵਾਲੇ ਲੱਗਦੇ ਆ ਕਾਹਨੂੰ ਮਾਸੀ ਵਹਿਮ ਕਰੀ ਜਾਨੀ ਆ ਜੇ ਫੌਜੀ ਹੁੰਦਾ ਤੇ ਭਲਾ ਵੀਰਾ ਵਿਆਹ ਕਰਦਾ ਨਾਲੇ ਵੀਰੇ ਹੋਰੀ ਆਪ ਜਾ ਕੇ ਘਰ-ਬਾਰ ਦੇਖ ਕੇ ਆਏ ਨੇ ਫੇਰ ਕਾਹਦਾ ਉਹਲਾ ਉਹ ਕੀ ਹੋਇਆ ਓਏ केचे भाई हाँ भाई मेरा शरीर टुट्टी जाता ओए भुल गया रात वाला हत्थ हथौड़ा तेरा टालिया सी नहीं टलिया की है कहीं पे जाऊंगा मैं समझा कि नहीं ਉਹ ਨਾ ਕਰੇ ਨਹੀਂ ਮਰਜੀ ਸੀ ਕਿਸੇ ਨੇ ਦੇਖ ਲੈਣਾ ਕੋਈ ਨਹੀਂ ਦੇਖਦਾ ਭੋਲੇ ਸਿਹਤ ਲਈ ਕਸਰ ਬਹੁਤ ਜ਼ਰੂਰੀ ਹੈ ਉਹ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਿੰਗਾ ਸਿੰਘ ਸਤਿ ਸ਼੍ਰੀ ਅਕਾਲ ਜੀ ਜੀ ਬਰਾਤੀਆਂ ਨੂੰ ਤੇ ਮੁੰਡੇ ਨੂੰ ਲੈ ਕੇ ਗੁਰਦੁਆਰੇ ਪਹੁੰਚੋ ਅੱਛਾ ਤਾਂ ਜੀ। ਕਿ ਆਪਾਂ ਛੇਤੀ ਤੋਂ ਛੇਤੀ ਨਦ ਕਾਰਜ ਕਰਾ ਸਕੀਏ ਠੀਕ ਹੈ ਚੰਗਾ ਜੀ। ਭਾਈ ਸਤਿ ਸ੍ਰੀ ਅਕਾਲ ਸਮੇਂ ਤੇ ਆ ਜਿਓ ਸਤਿ ਸ੍ਰੀ ਅਕਾਲ ਜੀ ਚਲੋ ਮੁੰਡਿਆ ਉਹ ਚਲੋ ਉੱਠੋ ਓਏ ਉੱਠੋ ਸਾਰੇ ਹਾਂ ਉੱਠੋ ਪੈ ਗਈ ਉੱਠੋ ਰਾਤ ਮੇਰੀ ਕੰਪਲੇਂਟ ਹੋਈ ਹੈ ਜੀ ਕੋਟੇ ਜੀ ਚਲੋ ਉੱਠ ਉੱਤੇ ਜਾਂਦੇ ਨੂੰ ਕਦੇ ਨਾ ਮੋੜਾ ਇੱਕ ਪੁੱਤ ਹੋਰ ਜੰਮ ਲੂੰ ਰੁੱਸੇ ਜਾਂਦੇ ਨੂੰ ਕਦੇ ਨਾ ਮੋੜਾ ਇੱਕ ਪੁੱਤ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਭਾਈ ਕਰਮ ਸਿੰਘ ਦਾ ਘਰ ਆਹੀ ਆ ਘਰ ਤੇ ਇਹੀ ਹੈ ਪੁੱਤ ਕੀ ਗੱਲ ਹੋ ਗਈ ਗੱਲ ਬਾਅਦ ਚ ਦੱਸਾਂਗੇ ਪਹਿਲੇ ਆਹ ਦੱਸੋ ਕਿ ਫੌਜੀ ਕਰਮ ਸਿੰਘ ਹੈ ਕਿੱਥੇ ਉਹ ਤਾਂ ਪੁੱਤ ਸੁੱਖ ਨਾਲ ਚ ਵਿਆਹਣ ਗਿਆ ਹੈ। ਅਰਜਨ ਸਿਉ ਲੰਬੜਦਾਰਾਂ ਦੇ ਘਰੇ ਟੁੱਕਿਆ ਹੈ। ਕਿਹੜਾ ਪਿੰਡ ਸੈਦਪੁਰ ਹੈ ਭਾਈ ਸੈਦਪੁਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਨੀ ਕਿੰਨਾ ਰੂਪ ਚੜਿਆ ਹੈ ਨਾ ਚੰਨੀ ਤੇ ਹੈ ਨਾ ਚੁੱਪ ਕਰ ਨੀ ਨਜ਼ਰ ਨਾ ਲਾ ਦੀ ਮੇਰੀ ਚੰਨ ਵਰਗੀ ਧੀ ਨੂੰ ਬੇਹੋਸ਼ ਹੀ ਹੋ ਜਾਣਾ ਦੇਖ ਕੇ ਤੈਨੂੰ ਰੱਬਾ ਮੇਰ ਕਰੀ ਰੱਬਾ ਮੇਰ ਕਰੀ
ਨਮਸਕਾਰ ਆਕਾਸ਼ਵਾਣੀ ਤੋਂ ਪੰਜਾਬੀ ਵਿੱਚ ਖਬਰਾਂ ਦੇ ਨਾਲ ਮੈਂ ਰਾਜ ਬੋਲੇ ਚਾਚੇ ਓ ਬੋਲੇ ਚਾਚੇ ਓ ਚੱਲ ਪਿਆ ਤੇਰਾ ਰੇਡੂਆ ਓ ਚਾਚੇ ਇਹ ਨਹੀਂ ਸੁਣਦਾ ਆਇਆ ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਵਿਸ਼ੇਸ਼ ਬਿਆਨ ਅਨੁਸਾਰ ਦੋਹਾਂ ਮੁਲਕਾਂ ਦੇ ਆਪਸੀ ਤਣਾਅ ਦੇ ਮੱਦੇਨਜ਼ਰ ਕਿਸੇ ਸਮੇਂ ਵੀ ਜੰਗ ਦਾ ਐਲਾਨ ਹੋ ਸਕਦਾ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਫੌਜ ਦੇ ਜਿਹੜੇ ਜਵਾਨ ਛੁੱਟੀ ਤੇ ਚੱਲ ਰਹੇ ਨੇ ਉਹਨਾਂ ਦੀਆਂ ਛੁੱਟੀਆਂ ਫੌਰਨ ਰੱਦ ਕਰਕੇ ਉਹਨਾਂ ਨੂੰ ਲੈਣ ਲਈ ਫੌਜ ਦੀਆਂ ਵਿਸ਼ੇਸ਼ ਟੁਕੜੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਰੱਖਿਆ ਮੰਤਰੀ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਭਾਰਤੀ ਫੌਜ ਦੁਸ਼ਮਣ ਦਾ ਮੂੰਹ ਤੋੜ ਜਵਾਬ ਦੇਣ ਲਈ ਸਦਾ ਤਿਆਰ ਪਰ ਤਿਆਰ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਹੁਣ ਜਾਣਾ ਪੈਣਾ। ਕੀ ਹੋ ਗਿਆ? ਕੰਮ ਤਾਂ ਨਿਬੜ ਚੱਲਾ ਯਾਰ। ਬੋਲੇ ਮੈਂ ਦੇਸ਼ ਨਾਲ ਗਦਾਰੀ ਨਹੀਂ ਕਰ ਸਕਦਾ। ਕਰ ਮੈਂ ਗੱਲ ਤਾਂ ਸੁਣ ਲੈ ਯਾਰ ਕਰਵਾਏਗਾ ਮੇਰੇ ਨਾਲ ਲੰਬੜਦਾਰ ਸਾਹਿਬ ਮੈਂ ਇੱਕ ਫੌਜੀ ਹਾਂ। ਫੌਜੀ? ਹਾਂ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਕਿ ਤੁਹਾਡੇ ਤੋਂ ਇਹ ਗੱਲ ਕੋਈ, ਪਰ ਹੁਣ ਜੰਗ ਲੱਗ ਚੁੱਕੀ ਆ ਤੇ ਮੈਨੂੰ ਜਾਣਾ ਪੈਣਾ। ਮੈਂ ਗਿਆ ਹੁਣ ਮਾਰੂ ਗੋਲੀ ਮੇਰੇ ਮੈਂ ਗਿਆ ਆਏ ਲੰਬੜਦਾਰ ਸਾਹਿਬ ਸਰ। ਜਵਾਨ ਕਰਮ ਸਿੰਘ। ਜੈ ਸਰ। ਤੈਨੂੰ ਪਤਾ ਸਰਕਾਰ ਦੇ ਆਰਡਰ ਆ ਚੁੱਕੇ ਆ? ਜੀ ਸਰ। ਤੇਰੀ ਛੁੱਟੀ ਕੈਂਸਲ ਹੋ ਚੁੱਕੀ ਆ। ਜੈ ਸਰ। ਕੀ ਤੂੰ ਹੁਣੇ ਮੇਰੇ ਨਾਲ ਚੱਲਣ ਲਈ ਤਿਆਰ ਆ? ਜੈ ਸਰ। ਸ਼ਾਬਾਸ਼, ਤੇਰੇ ਵਰਗੇ ਜਵਾਨਾਂ ਤੇ ਦੇਸ਼ ਨੂੰ ਮਾਣ। ਸਾਹਿਬ ਜੀ ਕਰਮ ਸਿੰਘ ਦੀਆਂ ਹੁਣੇ ਲਾਵਾਂ ਹੋਈਆਂ ਨੇ ਤੇ ਆਗਿਆ ਦਿਓ ਤਾਂ ਰਹਿੰਦੀਆਂ ਰਸਮਾਂ ਵੀ ਪੂਰੀਆਂ ਕਰ ਲਈਏ। ਸਰਦਾਰ ਸਾਹਿਬ, ਮੈਂ ਤੁਹਾਡੇ ਜਜ਼ਬਾਤ ਦੀ ਕਦਰ ਕਰਦਾ, ਪਰ ਜਿੱਥੋਂ ਤੱਕ ਦੇਸ਼ ਦੀ ਰਾਖੀ ਦਾ ਸਵਾਲ ਹੈ, ਮੈਂ ਇਸ ਵੇਲੇ ਤੁਹਾਡੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ। ਸਾਡੇ ਸਾਹਮਣੇ ਸਿਰਫ ਦੇਸ਼ ਆ, ਬਾਕੀ ਸਭ ਬਾਅਦ ਵਿੱਚ। ਚਲੋ ਸਰ। ਭਾਈ ਤੂੰ ਪਿੰਡ ਜਾ ਚੰਗਾ। ਚੰਗਾ ਬਾਪੂ ਤੇ ਕਰਨਾ ਮੇਰੇ ਵੇ ਸੁਣ ਮੇਰੇ ਹੋਰ ਦਿਲ ਦੇ ਹੋ ਗਿਆ ਨੇੜੇ। ਮੇਰੇ ਵੇ ਸੁਣ ਮੇਰੇ ਹੋਰ ਦਿਲ ਦੇ ਹੋ ਗਿਆ ਨੇੜੇ। ਮਾਣੀਏ ਤੂੰ ਸਾਰੇ ਦੇਸ਼ ਦਾ ਤੁਸੀਂ ਵਾਪਸ ਕਦੋਂ ਆਓਗੇ? ਆਉਣ ਦਾ ਤਾਂ ਪਤਾ ਨਹੀਂ, ਪਰ ਅਸੀਂ ਜੰਗ ਜ਼ਰੂਰ ਜਿੱਤਾਂਗੇ। ਮੇਰੇ ਵੇ ਸੁਣ ਮੇਰੇ ਹੋਰ ਦਿਲ ਦੇ ਹੋ ਗਿਆ ਨੇੜੇ। ਛੱਡ ਕੇ ਮੈਨੂੰ ਛੱਡ ਕੇ ਭਾਵੇਂ ਚੱਲੇ ਕੱਲੀ ਨੂੰ ਛੱਡ ਕੇ। ਛੱਡ ਕੇ ਮੈਨੂੰ ਛੱਡ ਕੇ ਭਾਵੇਂ ਚੱਲੇ ਕੱਲੀ ਨੂੰ ਛੱਡ ਕੇ। ਓ ਮਾਰਾ ਮੈਂ ਸਲੂਟ ਫੌਜੀਆ, ਮਾਰਾ ਮੈਂ ਸਲੂਟ ਫੌਜੀਆ, ਤਾਂ ਵੀ ਤੂੜੇ ਵਾਲੀ ਬਾਂ ਤੈਨੂੰ ਕੱਢ ਕੇ ਮੈਨੂੰ ਛੱਡ ਕੇ ਭਾਵੇਂ ਚੱਲੇ ਕੱਲੀ ਨੂੰ ਛੱਡ ਕੇ। ਉਹ ਸਾਰੇ ਚੁੱਪ ਕਰ ਜਾਓ ਭਾਈ, ਸ਼ਾਂਤੀ ਨਾਲ ਗੱਲ ਕਰੋ। ਸਰਦਾਰ ਸਾਹਿਬ, ਰਿਸ਼ਤਾ ਤੈਅ ਕਰਨ ਤੋਂ ਪਹਿਲਾਂ ਅਸੀਂ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਮੁੰਡਾ ਫੌਜੀ ਨਹੀਂ ਹੋਣਾ ਚਾਹੀਦਾ। ਫਿਰ ਸਾਥੋਂ ਉਹਲਾ ਕਿਉਂ ਰੱਖਿਆ ਗਿਆ? ਉਹਲਾ ਰੱਖਿਆ? ਸਾਨੂੰ ਤਾਂ ਐ ਸੀ ਜੀ। ਮੈਂ ਕਿਹਾ ਬੋਲਦਾ ਕਿਉਂ ਨਹੀਂਗਾ?
ਮਹਿੰਗਾ ਕੀ ਦੱਸਦਾ ਜੀ ਜਦੋਂ ਸੀਕ੍ਰੀਟ ਮਿਸ਼ਨ ਚੱਲ ਰਿਹਾ ਸੀ? ਕਾਹਦਾ ਸੀਕ੍ਰੀਟ ਮਿਸ਼ਨ? ਸਰਕਾਰੀ ਹੁਕਮ ਸੀ ਕਰਮ ਸਿੰਘ ਦੇ ਨਾਂ ਕਿ ਕਿਸੇ ਨੂੰ ਇਹ ਨਾ ਦੱਸਿਆ ਜਾਵੇ ਕਿ ਕਰਮ ਸਿੰਘ ਫੌਜੀ ਹੈ। ਜਿਹੜਾ ਕੋਈ ਫੌਜੀ ਕਹਿੰਦਾ ਸੀ ਉਹਦਾ ਥੱਪੜਾਂ ਨਾਲ ਮੂੰਹ ਲਾਲ ਕਰ ਦਿੱਤਾ ਜਾਂਦਾ ਸੀ। ਮੈਂ ਕੁੜੀ ਦਾ ਪਿਓ ਹਾਂ, ਤੁਸੀਂ ਸਾਡੇ ਨਾਲ ਰਿਸ਼ਤਾ ਜੋੜ ਰਹੇ ਹੋ। ਤੁਹਾਡਾ ਸਾਨੂੰ ਦੱਸਣ ਦਾ, ਸਾਡੇ ਕੰਨਾਂ ਚੋਂ ਕੱਢਣ ਦਾ ਫਰਜ਼ ਨਹੀਂ ਸੀ ਬਣਦਾ। ਕਮਾਲ ਕਰਦੇ ਹੋ ਲੰਬਰਦਾਰ ਸਾਹਿਬ। ਨਾ ਜੇ ਇਹ ਗੱਲ ਅਸੀਂ ਤੁਹਾਡੇ ਕੰਨਾਂ ਚੋਂ ਕੱਢ ਦਿੰਦੇ ਤਾਂ ਤੁਸੀਂ ਅੱਗੋਂ 50 ਜਣਾਂ ਦੇ ਕੰਨਾਂ ਚੋਂ ਕੱਢ ਦੇਣੀ ਸੀ। ਤਾਂ ਫਿਰ ਆ ਸੀਕ੍ਰੀਟ ਮਿਸ਼ਨ ਸੀਕ੍ਰੀਟ ਕਿਵੇਂ ਰਹਿੰਦਾ ਜੀ? ਪੱਕਾ ਦਾ ਸੀਕ੍ਰੀਟ ਮਿਸ਼ਨ ਤੁਹਾਡੇ ਸਾਹਮਣੇ ਹੀ ਤਾਂ ਕਰਮ ਸਿੰਘ ਜੰਗ ਤੇ ਗਿਆ ਜੀ। ਬਾਈ ਜੀ, ਜੋ ਹੋਣਾ ਸੀ ਉਹ ਹੋ ਗਿਆ। ਹੁਣ ਤਾਂ ਆਪਾਂ ਇਹ ਸੋਚੀਏ, ਜੇ ਤਾਂ ਇਹਨਾਂ ਨਾਲ ਰਿਸ਼ਤੇਦਾਰੀ ਰੱਖਣੀ ਹੈ ਫਿਰ ਤਾਂ ਉਸ ਹਿਸਾਬ ਨਾਲ ਗੱਲ ਕਰੀਏ, ਤੇ ਜੇ ਨਹੀਂ ਰੱਖਣੀ ਫਿਰ ਦੂਜੇ ਹਿਸਾਬ ਨਾਲ ਗੱਲ ਕਰੀਏ। ਉਹ ਗੱਲ ਸੁਣੋ, ਹੁਣ ਕਰਨ ਕਰਾਉਣ ਨੂੰ ਰਹਿ ਕੀ ਗਿਆ ਹੈ? ਗੁਰੂ ਗ੍ਰੰਥ ਸਾਹਿਬ ਸਾਹਮਣੇ ਲਾਵਾਂ ਹੋਈਆਂ ਨੇ, ਜਾਂ ਤਾਂ ਤੁਸੀਂ ਉਹਨਾਂ ਦੀ ਮੰਨ ਲਓ ਜਾਂ ਆਪਣੀ ਮਰਜ਼ੀ ਕਰ ਲਓ। ਲੰਬੜਦਾਰ ਸਾਹਿਬ, ਤੁਸੀਂ ਇਹ ਤਾਂ ਦੱਸੋ ਵੀ ਤੁਸੀਂ ਫੌਜੀ ਨਾਲ ਰਿਸ਼ਤਾ ਕਿਉਂ ਨਹੀਂ ਸੀ ਕਰਨਾ ਚਾਹੁੰਦੇ? ਉਹ ਸਾਹਮਣੇ ਮੇਰੀ ਭੈਣ ਵਿਧਵਾ ਖੜੀ ਆ। ਮੈਂ ਇਹਦਾ ਵਿਆਹ ਵੀ ਇੱਕ ਫੌਜੀ ਨਾਲ ਕੀਤਾ ਸੀ। ਜਿਹਦੇ ਘਰ 'ਚ ਧੀਆਂ ਭੈਣਾਂ ਪੇਕੇ ਬੈਠੀਆਂ ਹੋਣ ਨਾ, ਉਹਦਾ ਦਰਦ ਉਹ ਖੁਦ ਹੀ ਜਾਣ ਸਕਦਾ। ਨੰਬਰਦਾਰ ਸਾਹਿਬ, ਏਦਾਂ ਤਾਂ ਕੋਈ ਵੀ ਨਹੀਂ ਚਾਹੁੰਦਾ। ਸਾਰੇ ਚਾਹੁੰਦੇ ਨੇ ਕਿ ਸਾਡੀਆਂ ਧੀਆਂ ਭੈਣਾਂ ਸੁਖੀ ਵਸਣ। ਪਰ ਦੇਸ਼ ਦੀ ਰੱਖਿਆ ਲਈ ਕੁਝ ਮਾਵਾਂ ਆਪਣੇ ਸੀਨੇ ਤੇ ਪੱਥਰ ਰੱਖ ਕੇ ਆਪਣੇ ਪੁੱਤਰਾਂ ਨੂੰ ਬਾਰਡਰ ਤੇ ਭੇਜਦੀਆਂ ਨੇ। ਉਹ ਉੱਥੇ ਜਾਗਦੇ ਨੇ, ਤਾਂ ਹੀ ਅਸੀਂ ਇੱਥੇ ਆਰਾਮ ਦੀ ਨੀਂਦ ਸੌਂਦੇ ਹਾਂ। ਨੰਬਰਦਾਰ ਸਾਹਿਬ, ਮੈਨੂੰ ਮਾਣ ਹੈ ਕਿ ਮੇਰਾ ਪੁੱਤ ਫੌਜੀ ਆ। ਬਾਪੂ ਜੀ, ਕੱਲਾ ਤੁਹਾਨੂੰ ਹੀ ਨਹੀਂ, ਸਾਰੇ ਪਿੰਡ ਨੂੰ ਕਰਮ ਸਿੰਘ ਤੇ ਮਾਣ ਹੈ। ਨਾਲੇ ਨੰਬਰਦਾਰ ਸਾਹਿਬ, ਤੁਸੀਂ ਇਹ ਕਿਉਂ ਸੋਚਦੇ ਹੋ ਕਿ ਹਰ ਫੌਜੀ ਦੀ ਕਿਸਮਤ 'ਚ ਸ਼ਹੀਦ ਹੋਣਾ ਲਿਖਿਆ? ਉਹ ਬਸ ਬਹੁਤ ਹੋ ਗਿਆ। ਹੁਣ ਇਹ ਦੱਸੋ ਤੁਸੀਂ ਚਾਹੁੰਦੇ ਕੀ ਹੋ? ਅਸੀਂ ਚਾਹੁੰਦੇ ਹਾਂ ਤੁਸੀਂ ਕੁੜੀ ਤੋਰ ਦਿਓ। ਲੰਬਰਦਾਰ ਸਾਹਿਬ, ਆਓ ਸਲਾਹ ਕਰੀਏ। ਅਸੀਂ ਸਾਰਿਆਂ ਰਲ ਕੇ ਇਹ ਫੈਸਲਾ ਕੀਤਾ ਹੈ ਕਿ ਜਦੋਂ ਮੁੰਡਾ ਵਾਪਸ ਆਊਗਾ ਅਸੀਂ ਉਹ ਤੋਂ ਮੁਕਲਾਵਾ ਤੋਰਾਂਗੇ। ਠੀਕ ਹੈ ਨੰਬਰਦਾਰ ਜੀ, ਸਾਨੂੰ ਮਨਜ਼ੂਰ ਹੈ। ਪ੍ਰਾਪਤ ਹੋਈਆਂ ਖਬਰਾਂ ਅਨੁਸਾਰ ਜੰਗ ਲਗਾਤਾਰ ਚੱਲ ਰਹੀ ਹੈ। ਇਸ ਦੌਰਾਨ ਫੌਜ ਮੁਖੀ ਨੇ ਆਕਾਸ਼ਵਾਣੀ ਸੰਵਾਦਦਾਤਾ ਨੂੰ ਦੱਸਿਆ ਕਿ ਸਾਡੇ ਫੌਜੀ ਜਵਾਨ ਜੰਗ ਦੇ ਮੈਦਾਨ ਵਿੱਚ ਲਗਾਤਾਰ ਡਟੇ ਹੋਏ ਹਨ ਅਤੇ ਅਸੀਂ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇ ਰਹੇ ਹਾਂ। ਭਾਰਤੀ ਫੌਜ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਭਾਰਤੀ ਫੌਜੀ ਜਵਾਨਾਂ ਨੇ ਸਾਂਝੇ ਤੌਰ ਤੇ ਆਖਿਆ ਹੈ ਕਿ ਸਾਡੇ ਲਈ ਘਰ ਪਰਿਵਾਰ ਤੋਂ ਉੱਪਰ ਦੇਸ਼ ਹੈ ਅਤੇ ਦੇਸ਼ ਲਈ ਮਰ ਮਿਟਣਾ ਸਾਡੀ ਸ਼ਾਨ ਹੈ। ਖਬਰਾਂ ਅਨੁਸਾਰ ਜੰਗੀ ਖੇਤਰ ਵਿੱਚ ਜਗ੍ਹਾ ਜਗ੍ਹਾ ਤਬਾਹੀ ਦੇ ਮੰਜ਼ਰ ਨਜ਼ਰ ਆ ਰਹੇ ਹਨ ਅਤੇ ਦੋਹਾਂ ਪਾਸਿਆਂ ਤੋਂ ਹੋਈ ਗੋਲਾਬਾਰੀ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਹੁਣੇ ਪ੍ਰਾਪਤ ਖਬਰਾਂ ਅਨੁਸਾਰ ਅਸੀਂ ਜੰਗ ਜਿੱਤ ਚੁੱਕੇ ਹਾਂ ਅਤੇ ਇਸ ਮੌਕੇ ਭਾਰਤੀ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਅਤੇ ਫੌਜ ਨੂੰ ਵਧਾਈ ਦਿੱਤੀ ਹੈ। ਉਧਰ ਭਾਰਤੀ ਫੌਜ ਮੁਖੀ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਭਾਵੇਂ ਅਸੀਂ ਜੰਗ ਜਿੱਤ ਚੁੱਕੇ ਹਾਂ, ਪਰ ਇਸ ਜੰਗ ਨਾਲ ਦੋਹਾਂ ਦੇਸ਼ਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਭਾਰਤੀ ਫੌਜ ਨੇ ਸਿੱਖ ਰੈਜੀਮੈਂਟ ਦੇ ਜੰਗ ਦੌਰਾਨ ਲਾਪਤਾ ਹੋਏ ਕੁਝ ਹੋਰ ਫੌਜੀ ਜਵਾਨਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਰਾਜਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਪਿੰਡ ਸੁਖਨਾਵਲੂ ਜ਼ਿਲ੍ਹਾ ਫਰੀਦਕੋਟ, ਕਰਮ ਸਿੰਘ ਪੁੱਤਰ ਗੁਰਦਿਆਲ ਸਿੰਘ ਪਿੰਡ ਦਾਤੇਵਾਲ ਜ਼ਿਲ੍ਹਾ ਫਿਰੋਜ਼ਪੁਰ, ਤਰਸੇਮ ਸਿੰਘ ਬੁੱਟਰ ਪਿੰਡ ਬੰਗੀ ਜ਼ਿਲ੍ਹਾ ਬਠਿੰਡਾ ਅਤੇ ਬਲਵੰਤ ਸਿੰਘ ਪੁੱਤਰ ਉਜਾਗਰ ਸਿੰਘ ਜ਼ਿਲ੍ਹਾ। ਮੈਂ ਤਾਂ ਪਹਿਲਾਂ ਨਹੀਂ ਸੀ ਚਾਹੁੰਦਾ
कि मेरी चन्नो ਦਾ ਵਿਆਹ ਕਿਸੇ ਫੌਜੀ ਨਾ ਹੋਵੇ। ਝੂਠ ਦੀ ਬੁਨਿਆਦ ਤੇ ਟਿਕਿਆ ਵਿਆਹ ਨਹੀਂ ਹੁੰਦਾ ਬਾਈ ਜੀ। ਲੰਬੜਦਾਰ ਸਾਹਿਬ ਬਸ ਹੁਣ ਤੁਸੀਂ ਕੁਝ ਨਹੀਂ ਬੋਲਣਾ। ਚੰਨੋ ਮੇਰੀ ਵੀ ਧੀ ਹੈ। ਮੈਂ ਉਹਦੇ ਲਈ ਸਾਗ ਦੇਖਿਆ। ਮੁੰਡਾ ਕਿਸ਼ਨਪੁਰੇ ਤੋਂ ਹੈ। 100 ਕਿੱਲੇ ਜ਼ਮੀਨ ਆਉਂਦੀ ਹੈ ਮੁੰਡੇ ਨੂੰ ਤੇ ਪਿਓ ਪਿੰਡ ਦਾ ਸਰਪੰਚ ਹੈ। ਅੱਜ ਤੋਂ ਬਾਅਦ ਕਰਮ ਸਿੰਘ ਦੇ ਪਰਿਵਾਰ ਨਾਲ ਸਾਡਾ ਕੋਈ ਸੰਬੰਧ ਨਹੀਂ। ਚੰਨੋ ਤੂੰ ਇਹ ਸਮਝ ਲੈ ਕਿ ਤੇਰਾ ਕਦੀ ਵਿਆਹ ਹੀ ਨਹੀਂ ਹੋਇਆ। ਜਦੋਂ ਦਾ ਗਿਆ ਤੂੰ ਸਾਥੋਂ ਦੂਰ ਚੰਨ ਵੇ ਫਿੱਕਾ ਪੈ ਗਿਆ ਚਿਹਰਿਆਂ ਦਾ ਨੂਰ ਚੰਨ ਜਦੋਂ ਦਾ ਗਿਆ ਤੂੰ ਸਾਥੋਂ ਦੂਰ ਚੰਨ ਵੇ ਹੁਣ ਹਾਲ ਵੀ ਨਾ ਪੁੱਛੇ ਮੈਂ ਮਨਾ ਲਵਾਂ ਜੇ ਰੁੱਸੇ ਹੁਣ ਹਾਲ ਵੀ ਨਾ ਪੁੱਛੇ ਮੈਂ ਮਨਾ ਲਵਾਂ ਜੇ ਰੁੱਸੇ ਯਾਰਾ ਸਿਰ ਨੂੰ ਝੁਕਾ ਕੇ ਕਾਤੋਂ ਛੱਡ ਗਿਆ ਪਲ ਪਲ ਮਰਨੇ ਨੂੰ ਸਾਨੂੰ ਜਿਉਣਾ ਤੂੰ ਸਿਖਾ ਕੇ ਕਾਤੋਂ ਛੱਡ ਗਿਆ ਪਲ ਪਲ ਮਰਨੇ ਨੂੰ ਸਾਨੂੰ ਜਿਉਣਾ ਤੂੰ ਸਿਖਾ ਕੇ ਸਾਨੂੰ ਜਿਉਣਾ ਤੂੰ ਸਿਖਾ ਕੇ ਜਦੋਂ ਮੇਰੇ ਹੱਥਾਂ ਚੋਂ ਹੱਥ ਤੇਰਾ ਛੁੱਟਿਆ ਨਾਤਾ ਦਿਲ ਵਾਲਾ ਜਿਵੇਂ ਸਾਹਾਂ ਨਾਲੋਂ ਟੁੱਟਿਆ ਜਦੋਂ ਮੇਰੇ ਹੱਥਾਂ ਚੋਂ ਹੱਥ ਤੇਰਾ ਛੁੱਟਿਆ ਨਾਤਾ ਦਿਲ ਵਾਲਾ ਜਿਵੇਂ ਸਾਹਾਂ ਨਾਲੋਂ ਟੁੱਟਿਆ ਮੈਨੂੰ ਮੌਤ ਵੀ ਨਾ ਆਵੇ ਮੈਂ ਤੋਂ ਜਿਉਆ ਵੀ ਨਾ ਜਾਵੇ ਮੈਨੂੰ ਮੌਤ ਵੀ ਨਾ ਆਵੇ ਮੈਂ ਤੋਂ ਜਿਉਆ ਵੀ ਨਾ ਜਾਵੇ ਤੈਨੂੰ ਦਿਲ ਚੋਂ ਭੁਲਾ ਕੇ ਕਾਤੋਂ ਛੱਡ ਗਿਆ ਪਲ ਪਲ ਮਰਨੇ ਨੂੰ ਸਾਨੂੰ ਜਿਉਣਾ ਤੂੰ ਸਿਖਾ ਕੇ ਕਾਤੋਂ ਛੱਡ ਗਿਆ ਪਲ ਪਲ ਮਰਨੇ ਨੂੰ ਸਾਨੂੰ ਜਿਉਣਾ ਤੂੰ ਸਿਖਾ ਕੇ ਸਾਨੂੰ ਜਿਉਣਾ ਤੂੰ ਸਿਖਾ ਕੇ ਚੰਗਾ ਬਾਪੂ ਜੀ
चिंता ना करो, सब कुछ ठीक हो जाएगा। हौसला रखो। हौसला तो रखना ही पड़ना है महंगा सिया। हौसला छड़िया कुछ नहीं पड़ना। बाकी करम सिंह बारे कोई भी स्नेह आया ना, नंबरदार होरां नूं जरूर पहुंचा देवी। ठीक है, चंगा जी। जिउंदा रह। महंगा सिया। हाँ जी। चिट्ठी आई है भाई करम सिंह दे नां दी। लियो। करम सिंह की चिट्ठी। आ ले। महंगिया तू ओए होया की आ ओ कुछ दसेगा भी? नंबरदार साहब तैयारियां खिंच लो, परसों ਨੂੰ ਮੁਕਲਾਵਾ ਲੈਣ ਆ ਰਹੇ ਹਾਂ। ਇਹਦਾ ਮਤਲਬ ਸਾਡਾ ਜਵਾਈ ਫੌਜੀ ਕਰਮ ਸਿੰਘ ਹਾਂਜੀ 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 ਹਾਂਜੀ। ਮਹਿੰਗਾ ਸਿਆ ਉਹਨਾਂ ਨੂੰ ਕਹਿ ਦੇ ਕਿ ਅਸੀਂ ਆਪਣੀ ਧੀ ਦੀ ਵਿਦਾਈ ਪੂਰੀ ਧੂਮ-ਧਾਮ ਨਾਲ ਕਰਾਂਗੇ। ਪੱਕਾ ਜੀ। खुश चंगा जी, सत श्री अकाल। महंगिया हाँ जी साडी एक शर्त आ। ओए केड़ी शर्त है? करम सिंह नु कहीं पूरी फौजी वर्दी विच आवे। ठीक है जी, ठीक है जी। उधर करम सिंह दी घरे दा दसां कोई नहीं। चल कोई नहीं, हुण जाके दस दे। मावा फौजियां दियां ओ मावा फौजियां दियां फौजियां बेबे तन हुंदी ਹੁੰਦੀਆਂ ਤਨ ਹੁੰਦੀਆਂ ਮਾਮਾ ਫੌਜੀਆਂ ਦੀਆਂ ਤਨ ਹੁੰਦੀਆਂ ਉਹ ਜਿਗਰ ਦੇ ਟੋਟਿਆਂ ਨੂੰ ਜਿਗਰ ਦੇ ਟੋਟਿਆਂ
ਤੇਜੇ ਸਾਡੀ ਰਾਖੀ ਲਈ ਨੇ ਕਰੋ ਗੱਲ ਕਰਦਿਆਂ ਫੌਜੀਆ ਬਾਈ ਓਏ ਫੌਜੀਆ ਓ ਜਿਉਂਦੇ ਹੀ ਮਾਰਦਾ ਸੀ ਸਾਨੂੰ ਓਏ ਸੁਖੇ ਵੀਰ ਸੁਖੇ ਵੀਰ ਬਾਈ ਮੈਂ ਬੋਲੇ ਇਹ ਘਰ ਦੀ ਕੋਈ ਲੋੜ ਨਹੀਂ ਸੀ ਬੋਲੇ तुम कहते हो जवान कभी घबराते नहीं हमारे तोते उड़ गए थे ਮੇਰੀ ਗੱਲ ਸੁਣੋ ਓ ਪਤੰਦਰਾ ਤੂੰ ਪਹਿਲਾ ਮੁੰਡਾ ਹੋਏਗਾ ਜਿਹੜਾ ਫੌਜੀ ਦੀ ਵਰਦੀ ਪਾ ਕੇ ਮੁਕਲਾਵਾ ਲੈਣ ਚੱਲਿਆ ਓਏ ਓਏ ਆ ਜਾ ਓਏ ਖੜੋ 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 ਮੇਰੀ ਗੱਲ ਸੁਣੋ ਓਏ ਮੈਨੂੰ ਲੱਗਦਾ ਪੁੱਤਰ ਕੜਾ ਤਾਂ ਹੁਣ ਤੇਰੇ ਵਿਆਹ ਦੀ ਪਊਗਾ